KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ। 10 ਜੂਨ ਦਾ ਦਿਨ ਹੈ, 2020 ਦਾ ਬੁੱਧਵਾਰ ਹੈ ਤੇ 27 ਜੇਠ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਦੇ ਨਾਲ ਫੇਰ ਗੱਲ ਤੋਰਾਂਗੇ 12 ਤੋਂ 1 ਵਜੇ ਤੱਕ। ਕੈਨੇਡੀਅਨਜ਼ 1,90,000 ਦੇ ਕਰੀਬ ਜਿਹੜੀਆਂ ਪੇਮੈਂਟਸ ਉਹਨਾਂ ਨੇ ਲਈਆਂ ਬੈਨੀਫਿਟਸ ਦੀਆਂ, COVID-19 ਦਾ 2000 ਦਾ ਪੀਲਾ ਚੈੱਕ ਜਿਹੜਾ ਉਹ ਲਿਆ, ਹੁਣ ਉਹ ਚਿੱਕਾਂ ਮੁੜ ਰਹੀਆਂ ਵਾਪਸ। ਤੇ ਉਹ ਕੌਣ ਮੋੜ ਰਹੇ ਨੇ, ਕਾਰਨ ਕੀ ਆ? ਮਾੜਾ ਜਿਹਾ ਹਲੇ ਕਿਹਾ ਸਰਕਾਰ ਨੇ ਵੀ ਜਿਹੜਾ ਨਹੀਂ ਇਹਦੇ ਫਿੱਟ ਮੋੜ ਦਿਓ। 600 ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸਨਿਚ ਲਾਈਨ ਜਿਹੜੀ ਸ਼ੁਰੂ ਕਰ ਦਿੱਤੀ ਉਸ ਤੇ। ਪਰ ਇਹਦੇ ਤੇ ਇੱਕ ਬੜੀ ਫਾਈਨ ਲਾਈਨ ਆ। ਜਿਹੜੇ ਸੈਲਫ ਇੰਪਲੋਇਡ ਬੰਦੇ ਨੇ, ਖਾਸ ਤੌਰ ਤੇ ਟੈਕਸੀ ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੇ ਕੁਝ ਬੈਨੀਫਿਟ ਲੈਣੇ, ਉਹਨਾਂ ਦੀ ਗੱਲ ਮੈਂ ਕਰਨੀ ਚਾਹੁੰਦਾ। ਜਿਨ੍ਹਾਂ ਦੇ ਕੰਮ ਘਟ ਗਿਆ, ਟ੍ਰਿਪ ਨਹੀਂ ਲੱਗ ਰਹੇ, ਕੰਮ ਤੇ ਉਹ ਚਲੇ ਗਏ, ਪਰ ਉਹ ਕਿਹੜੇ ਖਾਤੇ ਚ ਆਉਣਗੇ? ਇਹਦੇ ਤੇ ਜਸਟੀਫਿਕੇਸ਼ਨ ਹੋ ਰਹੀ ਹੈ ਵੀ ਵੱਡੀਆਂ ਜਿਹੜੀਆਂ ਮਲਟੀ ਮਿਲੀਅਨ ਡਾਲਰ ਵਾਲੇ ਲੋਕ ਲੈ ਗਏ ਤੇ 2000 ਨੂੰ ਕੀ ਹੈ? ਨੋ, ਚੋਰੀ ਲੱਖ ਤੇ ਕੱਖ ਦੀ ਬਰਾਬਰ ਹੈ। ਇਸ ਤੇ ਆਪਾਂ ਖੁੱਲ੍ਹ ਕੇ ਗੱਲਬਾਤ ਕਰਨੀ ਅੱਜ ਵੀ ਕੈਨੇਡੀਅਨ ਰਸਤਾ ਕੀ ਹੈ, ਕਿਸ ਤਰ੍ਹਾਂ ਅਸੀਂ ਸੱਚ ਦੇ ਆਧਾਰ ਤੇ ਓਨਰ ਸਿਸਟਮ ਦੇ ਹਿਸਾਬ ਨਾਲ ਇਸ ਧਰਤੀ ਤੇ ਜਿਉਣੇ ਆ, ਤੇ ਇਹਦੇ ਤੇ ਗੱਲਬਾਤ 12 ਤੋਂ 1 ਕਰਾਂਗੇ। ਨਾਲ ਹੀ MLA ਸਾਹਿਬਾ ਬਲਵਿੰਦਰ ਕੌਰ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੇ, ਜਿਨ੍ਹਾਂ ਦੀਆਂ ਵੋਟਾਂ ਲੋਕਾਂ ਨੇ ਇੱਥੇ, ਮੈਨੂੰ ਵੀ ਬਹੁਤਿਆਂ ਨੇ ਫੋਨ ਕੀਤਾ, ਉਹ ਬਾਈ ਤੁਹਾਨੂੰ ਪਤਾ ਨਹੀਂ ਇਹਦਾ ਤਾਂ ਚਾਚਾ ਸ਼ਹੀਦ ਹੋਇਆ ਤਾਂ ਬਹੁਤ ਤਕੜਾ ਪਰਿਵਾਰ ਹੈ, ਇਹਦੀ ਮਦਦ ਕਰੀਏ। ਤੇ ਬੀਬੀ ਹੁਣ ਗੱਲਾਂ ਜਿਹੜੀਆਂ ਉੱਥੇ ਕਰਦੀ ਆ, ਉਹ ਕਹਿੰਦੀ ਇਹ ਬੰਦੇ ਜਿਨ੍ਹਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਹੈ ਦੇਸ਼ ਦੇ ਸਰਦਾਰ ਨੇ, ਇਹ ਗਲਤ ਕਰ ਰਹੇ। ਸੋ ਇਹ ਬੀਬਾ ਜੀ ਦੇ ਬਾਰੇ ਰਾਜਨੀਤੀ ਦੇ ਕਾਰਨ ਕਿੱਧਰ ਨੂੰ ਗੱਲ ਚਲੇਗੀ, ਇਹਦੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਰਾਜਨੀਤੀ ਕਹਿੰਦੀ ਕੀ ਹੈ? ਕੁਰਬਾਨੀ ਤੋਂ ਮੁੱਖ ਮੋੜ ਕੇ ਤੇ ਵੱਡਿਆਂ ਤੋਂ ਇਹ ਨਾਤਾ ਤੋੜ ਕੇ, ਜੇ ਮੈਂ ਪਰਿਵਾਰ 'ਚ ਜੰਮੀ ਤਾਂ ਮੇਰਾ ਕੀ ਕਸੂਰ ਹੈ, ਤੇ ਇਹ ਕਹਾਣੀ ਕੀ ਹੋ ਰਹੀ? ਉਹਨਾਂ ਦਾ ਚਿਹਰਾ ਮੋਹਰਾ ਲੋਕਾਂ 'ਚ ਵਿਚਰਨਾ, ਉਹਨਾਂ ਦਾ ਗੱਲਬਾਤ ਤੇ ਸਾਊ ਸੁਭਾਅ ਦੀ ਗੱਲ। ਪਰ ਆਹ ਪਿਛਲੇ ਦਿਨੀ ਜਥੇਦਾਰ ਨੇ ਜਦ ਕਹਿ ਦਿੱਤਾ ਵੀ ਜੇ ਖਾਲਿਸਤਾਨ ਸਾਨੂੰ ਸਰਕਾਰ ਦੇਵੇਗੀ, ਕਿਹੜਾ ਨਹੀਂ ਲੈਣਾ ਚਾਹੁੰਦਾ? ਦੁਨੀਆ ਦੇ ਵਿੱਚ ਇਹ ਲੋਕ ਆਜ਼ਾਦ ਹੋਣਾ ਚਾਹੁੰਦੇ ਨੇ। ਇਸ ਤੇ ਇਹ ਰਾਜਨੀਤੀ ਜਿਹੜੀ ਹੋ ਰਹੀ ਹੈ, ਅਸਲ ਜਦ ਤੱਕ ਤੁਸੀਂ ਨੇੜੇ ਨਹੀਂ ਨਾ ਜਾਂਦੇ ਤੁਹਾਨੂੰ ਪਤਾ ਨਹੀਂ ਲੱਗਦਾ। ਇਹ ਤਾਂ ਬਾਹਲਾ ਕੱਬਾ ਸੁਭਾਅ ਲਈ ਤੁਰੇ ਫਿਰਦੇ ਆ, ਇਹਨਾਂ ਦੇ ਵਿੱਚ ਬਹਿ ਕੇ ਤੁਹਾਨੂੰ ਪਤਾ ਲੱਗਦਾ ਵੀ ਕਿਵੇਂ ਇਹ ਫਿਰ ਚੜ ਜਾ ਬੇਟਾ ਸੂਲੀ ਵਾਲੀ ਕਹਾਣੀ, ਜਦ ਚੁਆਰੇ ਤੇ ਚੜ ਕੇ ਪੌੜੀ ਲਾਉਂਦੇ ਨਹੀਂ, ਪੌੜੀ ਚੱਕ ਕੇ ਘਰ ਨੂੰ ਲੈ ਜਾਂਦੇ। ਇਸ ਤੇ ਗੱਲਬਾਤ ਹੋਏਗੀ। ਆਖਰੀ ਘੰਟੇ ਦੇ ਵਿੱਚ ਕਹਾਣੀ ਵੀਨਾ ਵਰਮਾ ਜੀ ਦੀ ਤੁਹਾਨੂੰ ਅੱਜ ਸੁਣਾਉਣੀ ਹੈ, ਉਹਨਾਂ ਦੀ ਨਵੀਂ ਕਿਤਾਬ ਦੇ ਵਿੱਚੋਂ। 3 ਪਹਿਲਾਂ ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਪੁਸਤਕ ਤੇ ਕਿਤਾਬ ਦਾ ਬੜਾ ਰੌਲਾ ਪੈਂਦਾ, ਉਹਦੇ ਤੇ ਉਹਨਾਂ ਨੇ ਲਿਖੀਆਂ ਜੋਗੀਆਂ ਦੀ ਧੀ, ਮੁੱਲ ਦੀ ਤੀਵੀਂ, ਤੇ ਉਸ ਤੋਂ ਬਾਅਦ ਫਰੰਗੀਆਂ ਦੀ ਨੂੰਹ। ਹੁਣ ਉਹਨਾਂ ਦੀ ਆਈ ਹੈ ਇੱਕ ਕਿਤਾਬ, ਇੱਕ ਕੁੜੀ ਇਕੱਲੀ। ਉਹਦੇ ਚੋਂ ਕੁਛ ਸੁਣਾਵਾਂਗਾ। ਲੰਮੀਆਂ ਹੁੰਦੀਆਂ ਕਹਾਣੀਆਂ, ਕੋਸ਼ਿਸ਼ ਕਰਾਂਗਾ ਕਿ ਛੇਤੀ ਸ਼ੁਰੂ ਕਰਕੇ 20-25 ਮਿੰਟ ਲੱਗਣਗੇ। ਮੈਨੂੰ ਲੱਗਦਾ 25 ਮਿੰਟ ਦਾ ਕੰਮ ਖਾਸ ਹੋ ਜਾਂਦਾ। ਤੁਸੀਂ ਵੀ ਬਾਹਰ ਬੋਰ ਹੁੰਦੇ ਹੋਵੋਗੇ ਵੀ ਹੁਣ ਹਟਦਾ ਹੀ ਨਹੀਂ, ਪਰ ਵੇਖਦੇ ਆ ਸੁਣਾ ਕੇ। 1844 247 1550 ਔਨ ਏਅਰ ਨੰਬਰ ਰਹੇਗਾ, ਜਿੱਥੇ ਤੁਸੀਂ ਜਦ ਗੱਲ ਸੂਤ ਬਹਿ ਗਈ, ਜਦ ਕੁੰਡੀ ਅੜ ਗਈ, ਉਸੇ ਸਮੇਂ ਤੁਸੀਂ ਕਰਨਾ। KRPradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾ ਦਈਦਾ, ਲੋਕ ਸੱਥ ਦੇ ਥੱਲੇ ਤੇ ਸੁਣ ਲਿਓ। ਤੇ ਦਫ਼ਤਰ ਦਾ ਨੰਬਰ ਹੈ 604 440 6462। ਦਫ਼ਤਰ ਦਾ ਨੰਬਰ ਤੋਂ ਬਿਨਾਂ ਈਮੇਲ ਜੇ ਭੇਜਣੀ ਹੋਵੇ info@krpradio.com, ਇਹ ਈਮੇਲ ਨਿੰਮੀ ਡੋਲਾ ਜੀ ਕੋਲ ਜਾਂਦੀ ਹੈ। ਤੇ ਆਪਣਾ ਜਿਹੜਾ ਫੋਨ ਨੰਬਰ ਹੈ 604 729 1224 7+2 9 1 2 2 4 ਵੀ 9 12 ਦੂਣਾ 24 4 ਤੇ 2 6 2 8 9 9 ਤੇ 9 ਹੀ ਚੱਲਦਾ। ਸਿੱਧਾ ਫੋਨ ਹੈ, ਤੁਸੀਂ ਤੁਹਾਡੇ ਯਾਦ ਰਹਿ ਜਾਂਦਾ। 12 ਦੂਣਾ 24 ਕਰ ਲਿਓ, 7+2 9 ਕਰ ਲਿਓ। ਤੇ harjeet.g@krpradio.com ਇੱਥੇ ਤੁਸੀਂ ਈਮੇਲ ਭੇਜਣੀ ਆ। ਫੇਸਬੁੱਕ ਤੇ ਤੁਸੀਂ ਰਹਿੰਦੇ ਹੋ ਨਾਲ, ਧੰਨਵਾਦ ਜਿਹੜਾ ਫੇਸਬੁੱਕ ਤੇ ਕਮੈਂਟ ਕਰਦੇ ਹੋ, ਲਾਈਕ ਕਰਦੇ ਹੋ। ਕੱਲ ਦੀ ਕਹਾਣੀ ਜਿਹੜੀ ਰਸ਼ਪਾਲ ਗਿੱਲ ਹੋਰਾਂ ਦੀ ਸੁਣਾਈ ਸੀ, ਉਹਦੇ ਤੇ ਟਾਕ ਸ਼ੋ ਕੀਤਾ, ਉਹਦੇ ਬਾਰੇ ਬਹੁਤ ਤੁਹਾਡੇ ਸੁਨੇਹੇ ਆਏ ਨੇ। ਤੇ ਇਸ ਨੂੰ ਮੈਂ ਅਗਲੇ ਹਫ਼ਤੇ ਫਿਰ ਇਸੇ ਵਿਸ਼ੇ ਤੇ
मंगलवार मैं गल करनी है 12 तो 1 बजे तक। ये जरूरी है ये मसला जिहड़ा विचारना, यदि अगली परत खोलांगे। तेरी हर एक बात विच ऐसा नशा जो अलसड़े दी खेतियां नूं चुम के उड़दी जा रही होवे हवा, जो नींद विच कोई दिल जवां ते बांकड़ा है सुपनियां दी हद तक पहुंचिया। अदबी संगत वाली गल लगदी है। जां ज्यों गुआरी विच उगया तांदला हर लंघदे टपदे नूं होवे चाह रिहा, अस्सू दे मक्कड़ तंदड़े दियां बनतरां नूं अपने पत्तियां ते होवे पा रिहा। जो साविया घाहां दी कूली सेज ते कोई सागबानी बूर चिट्टा विछ गया, जां अक दे पत्तियां दी अजली चुप चुपी नूं भन के दुद्धां दा टेपा रिस गया। वाहिगुरू। जां पार देसों रुखियां पहाड़ियां ते निक्की निक्की धुपड़ी दा उड्डना, रुखां दियां खोड़ां दे अंदर आथणे जां चुंझियां ना खेडना। कुदरत नूं देखो किवें चित उदाहरण। जां पार देसों रुखियां पहाड़ियां ते निक्की निक्की धुपड़ी दा उड्डना, रुखां दियां खोड़ां दे अंदर आथणे जां चुंझियां ना खेडना। जां नीलियां चुप्पां दी भर के अंजली होवे किसने मेद नूं तरथल्लिया, जां अखरां नूं हल्दियां विच गुन्न के जांदा है साहे चिट्ठियां नूं घल्लिया। तेरी हर एक बात विच ऐसा नशा नुकरे हुसन दे ज्यों बलौरी तख्त ते नागण हवा दा एक सवैया बह गया, जां रंगली खूही दे पानी मिठड़े कोई नड्डियां दा झुंड भर के लै गया। जां कुज्जियां विच कौडियां दे नाच दी टिब्बियां तो उत्तों आ रही होवे सदा, जां कुज्जियां विच कौडियां दे नाच दी टिब्बियां दे उत्तों आ रही होवे सदा, जां गूंगियां खेतां दा बंजर टुकड़ा बन रिहा होवे गुलाबी वाशना। बह जा ही है। तेरी हर एक बात विच ऐसा नशा कोई वैद झगले उगले जिहे वेस दा अरोगता दा एलची अखबार है, ज्यों हरड़ियां दी छिल ताई काढ़ के मखियाल दे छन्ने दे विच उल्टा रिहा, जां कालियां तूतां दा शरबत ढूंढ के है रब दे मनुख नूं पिला रिहा। रोही दी वाह नूं फकदा मस्तानड़ा अखां तो डाढी दूर किधरे जा रिहा। रोही दी वाह नूं फकदा मस्तानड़ा अखां दी डाढी दूर, अखां तो डाढी दूर किधरे जा रिहा। डूंगा लिखिया हरमनजीत, हौली हौली समझ आ जू आपां नूं। खबरां दी शुरुआत करिए। खबरां कोविड-19 दे चलदियां जिहड़ा भारत दा हाल होया है ਉਹਦੇ ਤੇ, क्योंकि भारत दे हाल दे नाल साडा टब्बर साडे बहुत उत्थे बैठे, पंगा एडा वड्डा पै गया हुण उत्थे। मैनूं इउं लगदा भी लॉकडाउन जून दे कुछ दिनां दे विच दुबारा ना किते हो जाए। दिल्ली दे विच तरथल्ली मच्छी पई है ते बॉम्बे च, और समझ नहीं आउंदी उही इंटरनेशनल एयरपोर्ट तो एयर इंडिया दियां ਜਿਹੜੀਆਂ ਰੀਪੈਟਰੀਏਸ਼ਨ ਫਲਾਈਟਸ ਦਾ ਨਾਮ ਲੈ ਕੇ 80 ਫਲਾਈਟਾਂ ਇਹਨਾਂ ਦੇਸ਼ਾਂ ਨੂੰ ਆਉਣੀਆਂ ਨੇ। ਕੋਈ ਦੇਖ ਸਕਦਾ ਵੀ 24,000 ਕਿਹੜਾ ਐਡਾ ਸੂਰਮਾ ਜਿਹੜਾ ਇਸ ਧਰਤੀ ਤੇ ਬੈਠਿਆ ਹੁਣ ਕੋਵਿਡ ਪੀੜਤ ਦੇਸ਼ 'ਚ ਮੁੜਿਆ ਜਾਂਦਾ ਹੋਵੇ ਇੱਥੋਂ। ਮਸਾਂ ਤਾਂ ਬੰਦਾ ਉਤਰਦਾ, 100 ਬਲੇਵੇਂ ਵਲ ਕੇ ਮਸਾਂ ਆਉਂਦਾ, ਤੇ ਇੱਥੋਂ ਕਿਹੜਾ ਜਿਹੜਾ ਇਹ ਸਵਰਗ ਨੂੰ ਛੱਡ ਕੇ ਕਹੇ ਮੈਂ ਘਰ ਨੂੰ ਜਾਣਾ, ਕਿਹੜਾ ਇੰਨਾ ਦਰੇਗ ਆ ਜਿਹਦੇ 'ਚ ਆਹ ਦਿਨਾਂ 'ਚ ਜਾਵੇ। ਛਿੱਲ ਲਾਉਣ ਦੀ ਸਾਡੇ PR ਦੀ ਤੇ ਵਿਜ਼ਿਟ ਵੀਜ਼ੇ ਵਾਲਿਆਂ ਤੇ ਜਿੰਨੇ ਵੀ ਆਪਣੇ ਅਗਲੇ ਵਰਕ ਪਰਮਿਟ ਉਹਨਾਂ ਦੀ ਛਿੱਲ ਲੈ ਰਹੀ। 1.25 ਲੱਖ ਦੀ ਟਿਕਟ, ਤੇ ਉਹਦੇ ਬਾਅਦ ਲਾ ਦਿੰਦੇ ਨੇ ਟੋਰਾਂਟੋ ਆ ਕੇ। ਉਤੋਂ ਗਾਹਾਂ ਸਰਕਾਰ 에ਅਰ ਕੈਨੇਡਾ ਰਾਹੀਂ ਵੈਨਕੂਵਰ ਲਿਆਉਣ ਲਈ $4-500 ਨੂੰ ਗਾਹਾਂ ਉਹ ਛਿੱਲ ਲਾਉਂਦੇ ਆ। 1,65,000 1,70,000 ਜਸਟੀਫਿਕੇਸ਼ਨ ਕਰਦੇ, ਕਿਉਂਕਿ 1,70,000 'ਚ ਕਤਰ 에ਅਰ 'ਚ ਲਿਆਉਂਦੇ ਨੇ। ਉਹ ਕਹਿੰਦੇ ਇਸ ਤੋਂ ਘੱਟ ਨਹੀਂ ਹੋ ਸਕਦਾ। ਔਰ ਭੁੱਲੀ ਬੈਠੀ ਹੈ ਸਰਕਾਰ ਵੀ ਸਾਡਾ 15-18,000 ਬੰਦਾ PR ਪੰਜਾਬ 'ਚ ਬੈਠਾ, ਬਸ ਉਹ ਅਸੀਂ ਸਿਟੀਜ਼ਨ ਲੈ ਆਂਦੇ, ਬੰਦੇ ਕਰੀ ਬੈਠਿਆ ਸਭ ਕੁਛ, ਕਿਸੇ ਦੇ ਕੋਈ ਯਾਦ ਨਹੀਂ। ਹੁਣ ਫਲਾਈਟਾਂ ਨਹੀਂ ਡਿੱਗਦੀਆਂ, ਬੜੀਆਂ ਫਲਾਈਟਾਂ ਡਿੱਗੀਆਂ ਪਿਛਲੇ ਮਹੀਨੇ, ਹੁਣ ਵੀ ਡਿੱਗਾਓ ਕਿਵੇਂ ਨਾ ਕਿਵੇਂ। ਜਿਹੜਾ ਉੱਥੇ ਲੋਕ ਤਰਥੱਲੀ 'ਚ ਅੱਜ ਸਵੇਰੇ ਜੈਤੋਂ ਵਾਲੇ ਬਰਾੜ ਸਾਹਿਬ ਦਾ ਫੋਨ ਹੈ, ਜਿਹੜੇ ਅਕਸਰ ਆਪਣੇ ਫੋਨ ਤੇ ਆਪਣੇ ਟਾਕ ਸ਼ੋਆਂ 'ਚ ਫੋਨ ਕਰਦੇ ਹੁੰਦੇ ਆ, ਉਹ ਕਹਿੰਦੇ ਭਾਈ ਮੇਰੀ ਦਵਾਈ ਮੁੱਕ ਗਈ, ਹਾਰਟ ਪੇਸ਼ੈਂਟ ਆ ਮੈਂ,
वो दवाई का सॉल्ट इत्थों नहीं मिल रहा, टिकट मैनू मिल नहीं रही। वो कहते खोलते एयर इंडिया वाले जी मतलब बई वैबसाइट ते 1.5 मिनट बाद उत्थे कोई टिकट नहीं होंगी। इनू दे दिंदे टिकटां वो 350 400 एजेंटां नू, एजेंट 30 हज़ार उपर बदल दे के अगे टिकटां दे रहे। आ कुछ जिथे गल ही चोरी दी होवे उत्थे तुसीं उन्हां दे बस पा के इन्हां नूं भुल्ले बैठे हो जिहड़े परमानेंट रेजिडेंट्स ने। इन्हां दा कोई बाली वापस नहीं है, इन्हां दा कोई MP MLA नहीं है, ये किसी श्रेणी च नहीं आउंदे क्योंकि इन्हां दियां वोटां है नहीं, इन्हां दे इन्हां नूं पुछना है नहीं। ये किहड़ी चीज़ है जिहड़ी एक कनेडियन पक्के नागरिक ते सिटीजन दे नालों उहनूं अलग करदी। जिद्दन तुसीं नॉमीनेशनां जितनियां ने, जिद्दन तुसीं बल्क दे विच घरे बह के उन्हां दे क्रेडिट कार्ड दे के ते उन्हां नूं कैश पैसे दे के वोटां बनाउंदे फिरदे, उदन तां PR नूं पूजदे हो तुसीं धूफ दे नाल। हुण PR तुहानूं कोई पसंद नहीं आउंदा, किसे नूं पुछ ला हर चौथे बंदे दे मापे उत्थे बैठे आ। कोई ना कोई कहते सी भी असीं कतर दा 1,70,000 नहीं दे होना, चल फ्लाइटां खुल जाणगियां 15 दिन नूं 20 दिन नूं 25 दिन नूं। हुण वो फिर फस गए लोग। 45 42 40 38 ये डिग्री टैंपरेचर आ ते और उत्थे इन्ना वो फैल रहा। हुण दिल्ली दा एयरपोर्ट तुसीं कहंदे भी छेती किते खुल जू, मैनूं नहीं लगदा खुल जू। भी तुसीं कहंदे आम फ्लाइटां हो जाणगियां भारत नूं छेती, नो तुसीं ਉਹਨੂੰ ਛੱਡੋ। 21 जून ਨੂੰ ਤੁਹਾਡਾ ਬਾਰਡਰ नहीं अमरीका नाल खुलना। मैं तो ਹੁਣ पता कर लो तुसीं ਜਿਹੜੇ सोर्सेज जो दस रहे ने कि 21 जून ਨੂੰ कोई ਤੁਹਾਡਾ ਜਿਹੜਾ नॉन एसेंशियल सर्विस ਲਈ ਬਾਰਡਰ नहीं खुलना ਤੇ ਤੁਹਾਡੇ गवर्नमेंट ਦੇ दफ्तर ने ਜਿਹੜੇ ਮੈਨੂੰ नहीं लगता 2020 ਚ खुलणगे सरकार ਦੇ। और हो सकता है सितंबर अक्तूबर ਚ वोटां भी आ जाण पतझड़ ਦੇ समय। ਇਹ ਜਿਹੜਾ ਕੁਝ ਚੱਲ ਰਿਹਾ ਇਹ ਹੁਣ ਦਿਵਾਲਿਆ ਨਿਕਲ ਤੋਂ ਪਹਿਲਾਂ, ਮਤਲਬ ਹਾਲਾਤ ਮਾੜੇ ਹੋਣ ਤੋਂ ਪਹਿਲਾਂ ਉੱਪਰੋਂ ਹੁਣ ਮੱਖਣੀ ਜਿਹੜੀ ਹੈ ਰਿੜਕ ਕੇ ਲਾਉਣ ਨੂੰ ਫਿਰਦੇ ਆ ਤੇ ਵੋਟਾਂ ਵੀ ਸਤੰਬਰ 'ਚ ਕੋਈ ਵੱਡੀ ਅਤਕਥਨੀ ਨਹੀਂ ਜੇ ਫੈਡਰਲ ਸਰਕਾਰ ਦੀਆਂ ਆ ਜਾਣ। ਸਾਡੇ ਵਾਲੇ ਇੱਧਰ ਮਈ ਦੇ ਵਿੱਚ ਹੋਣੀਆਂ, ਇਹ ਵੀ ਸ਼ਾਇਦ ਕਰ ਦੇਣ ਕੰਮ। ਚਲੋ ਵੋਟਾਂ ਤੁਸੀਂ ਬਣੋ, ਕੋਈ ਇਸ਼ੂ ਨਹੀਂ ਹੈ, ਪਰ ਹੁਣ ਉਹ ਬੰਦਿਆਂ ਦਾ ਕਸੂਰ ਕੋਈ ਦੱਸ ਸਕਦਾ ਜਿਹੜੇ PR ਪੰਜਾਬ ਗਏ ਹੋਏ ਨੇ? ਉਹਨਾਂ ਦਾ ਕੀ ਕਸੂਰ ਹੈ? ਉਹ ਲੀਗਲ ਨੇ, ਇੱਥੇ ਦੇ ਰੈਜ਼ੀਡੈਂਟ ਨੇ, ਠੀਕ ਹੈ, ਉਹਨਾਂ ਕੋਲ ਪਾਸਪੋਰਟ ਭਾਰਤ ਦਾ, ਉਹ ਤੁਹਾਡੇ ਟੈਕਸ ਪੇਅਰ ਨੇ, ਤੁਹਾਡੇ ਦੇਸ਼ 'ਚੋਂ ਪ੍ਰੋਪਰਟੀ ਟੈਕਸ ਦਿੰਦੇ ਨੇ, ਤੁਹਾਡੇ ਪ੍ਰੋਪਰਟੀਆਂ ਲੈਂਦੇ ਨੇ, ਤੁਹਾਡੀ ਆਰਥਿਕਤਾ ਚਲਾਉਂਦੇ ਨੇ, ਤੁਹਾਨੂੰ 100 ਦੇ ਵਿੱਚੋਂ $30 ਉਹ ਟੈਕਸ ਦਿੰਦੇ ਨੇ। ਉਹਨਾਂ ਦੇ ਧੀ ਪੁੱਤ ਕੰਮ ਕਰਦੇ ਆ, ਇੱਕ ਘਰ 'ਚੋਂ 5-5 ਬੰਦੇ ਟੈਕਸ ਦਿੰਦੇ ਆ, ਤੇ ਉਹਨਾਂ ਦਾ ਦੋਸ਼ ਇਹ ਹੋ ਗਿਆ ਵੀ ਤੁਹਾਡਾ ਪਾਸਪੋਰਟ ਹੈ ਨਹੀਂ ਉਹਦੇ ਕੋਲ। ਜਦ ਇਹਦੇ ਤੇ ਗੱਲ ਕਰਦੇ ਆ, ਜਦੇ ਟੌਂਕਰਨ ਬਾਹਰ ਲੱਗ ਜਾਂਦੇ ਨੇ, ਇਹ ਰਾਜਨੀਤੀ ਆ, ਰਾਜਨੀਤੀ ਉਹਨਾਂ ਦਾ PR ਦੀ ਗੱਲ ਕੌਣ ਕਰੂ? ਫਿਰ ਜੇ ਰਾਜਨੀਤੀ ਨਹੀਂ ਕਰਾਉਣੀ ਆ, ਜਿਹੜੇ ਫਿਰਦੇ ਨੇ ਤੁਰਲੇ ਲਾਈ ਤੇ ਤੁਸੀਂ ਨਾਲ ਡੋਲੂ ਤੇ ਮੋਢੇ ਤੇ ਪਰਨਾ ਚੱਕੀ ਫਿਰਦੇ ਹੋ, ਤੁਸੀਂ ਇਹਨਾਂ ਨੂੰ ਕਹੋ ਫਿਰ ਲੈ ਕੇ ਆਉਣ। ਉਹ ਜਿਹੜਾ ਨਿੱਤ ਸਰੰਗੀ ਤੇ ਗੱਜ ਫਰਵਾਉਂਦੇ ਹੋ ਤੇ ਆਪਣਾ ਕੋਈ ਚੱਕਰ ਪਾਉਣ ਨੂੰ ਕਰਦੇ ਹੋ, PR ਉਹਨਾਂ ਨੂੰ ਕਿਉਂ ਬੰਦੇ ਲੈ ਕੇ ਆਉਣ? ਹੁਣ ਉਹ ਕਿਉਂ ਨਹੀਂ ਲੈ ਕੇ ਆਉਂਦੇ? ਕਿਉਂ ਨਹੀਂ 에ਅਰ ਇੰਡੀਆ ਦੀਆਂ, 에ਅਰ ਕੈਨੇਡਾ ਦੀਆਂ ਫਲਾਈਟਾਂ ਇੱਥੋਂ ਸ਼ੁਰੂ ਹੋ ਸਕਦੀਆਂ? ਮੈਨੂੰ ਦੱਸੋ ਮੁਸ਼ਕਿਲ ਕੀ ਹੈ? ਜਾਂ ਟੋਰਾਂਟੋ ਤੋਂ ਵੈਨਕੂਵਰ ਲਈ $500 ਚ ਉਹਨਾਂ ਨੂੰ ਛਿੱਲਦੇ ਹੋ, ਮੌਂਟਰੀਅਲ ਲਿਆ ਕੇ $700 ਚ ਉਹਨਾਂ ਨੂੰ ਛਿੱਲਦੇ ਹੋ ਇੱਥੇ ਲਿਆਉਣ ਲਈ, ਵੈਨਕੂਵਰ ਤੇ ਕੈਲਗਰੀ ਤੇ ਐਡਮਿੰਟਨ, ਤੇ ਉਹ 에ਅਰ ਕੈਨੇਡਾ ਜਿਹੜੀ ਇੱਥੋਂ ਢੋਂਦੀ ਰਹੀ ਬੰਦਿਆਂ ਨੂੰ ਤੇ ਜਿਹਨੂੰ ਸਕਸੈਸ ਕੀਤਾ ਪੰਜਾਬੀਆਂ ਨੇ, ਉਹ ਬੰਦੇ ਕਿਉਂ ਨਹੀਂ ਚੱਕ ਕੇ ਲਿਆ ਸਕਦੀ ਅੰਮ੍ਰਿਤਸਰ ਤੇ ਦਿੱਲੀ ਤੋਂ? ਅੰਮ੍ਰਿਤਸਰ ਤੋਂ ਇੰਟਰਨੈਸ਼ਨਲ ਫਲਾਈਟਾਂ ਜਿਹੜਾ ਆਪਣੇ ਖੋਲ ਦਿੱਤੀਆਂ, ਜਿਹਦੇ ਕਰਕੇ ਤੁਸੀਂ ਕਤਰ 에ਅਰਲਾਈਨ ਚਲਾਈ ਤੇ ਉਦੋਂ ਪਹਿਲਾਂ ਉਹਦੀ ਪਰਮਿਸ਼ਨ ਲੈ ਕੇ ਦਿੱਤੀ ਹੈ 8 ਫਲਾਈਟਾਂ ਦੀ ਨਿਊਟਨ ਸਿੱਧੂ ਹੁਣ, ਜਿਹਦੇ ਕਰਕੇ ਤੁਹਾਨੂੰ ਰਾਹ ਮਿਲਿਆ, ਜਿਹਦੇ ਤੇ ਹੁਣ ਤੁਹਾਡੀਆਂ ਘੋੜੀਆਂ ਭੱਜਦੀਆਂ ਫਿਰਦੀਆਂ, ਉਹਦੇ ਗਲੇ ਪੈਰਾਂ ਨਾਲ ਅਸੀਂ ਭੰਨੇ, ਜਿਹਦੇ ਲਈ ਕੰਮ ਕੀਤਾ, ਜਿੱਥੋਂ ਇੱਕ ਰਾਹ ਤੁਰਿਆ। ਪਹਿਲਾਂ ਤੁਸੀਂ ਕਹਿੰਦੇ ਨਾ ਪੰਜਾਬ 'ਚ ਤਾਂ ਸਭ ਕੁਛ ਬੰਦ ਹੈ, ਵਿਆਹ ਮੋਗੇ ਕੇ ਹੜਾਟ ਜੋਗੇ ਕੇ, ਹਲੇ ਮੰਤਰੀ ਤਾਂ ਬੋਲਦੇ ਸੀ, ਚੇਲੇ ਪਹਿਲਾਂ ਕਹਿੰਦੇ ਨਾ ਪੰਜਾਬ ਤਾਂ ਸਾਰਾ ਬੰਦ ਪਿਆ, ਜਿਵੇਂ ਪੰਜਾਬ ਦੇ ਗਵਰਨਰ ਲੱਗੇ ਹੁੰਦੇ। ਤੇ ਉਹ ਮੁੜ ਕੇ ਖੁੱਲ ਗਿਆ, ਉੱਥੋਂ ਫਲਾਈਟਾਂ ਸ਼ੁਰੂ ਹੋਣ ਦੀ ਜਦ ਤੁਹਾਡੇ ਕੋਲ ਪੇਪਰ ਆ ਗਏ, ਉਸ ਪੇਪਰ ਦੀ ਬਿਨਾਂ ਤੇ ਤੁਸੀਂ ਪਰਮਿਸ਼ਨਾਂ ਲੈਣੀਆਂ। ਇਹ ਜਿਹੜੀ ਕੈਨੇਡਾ ਉਹ ਕਿਉਂ ਨਹੀਂ ਬੰਦੇ ਲਿਆ ਸਕਦੀ? ਮੈਨੂੰ ਦੱਸੋ। 25 30 40 ਫਲਾਈਟਾਂ ਨੇ, ਤੁਹਾਡੇ ਕੋਲ ਜਹਾਜ਼ ਖੜੇ ਨੇ, ਤੁਹਾਡੇ ਕੋਲ ਬੰਦੇ ਨੇ, ਕੱਲ ਨੂੰ ਤੁਸੀਂ ਬੇਲ ਆਊਟ ਕਰਨਾ, 75% ਤੁਸੀਂ ਤਨਖਾਹਾਂ ਦੇ ਰਹੇ ਹੋ। ਸਮਝ ਨਹੀਂ ਆਉਂਦੀ ਵੀ ਉਹਨਾਂ ਦਾ ਕਸੂਰ ਕੀ ਹੈ? ਉਹ ਸੁਨੱਖੇ ਨਹੀਂ ਹੈ, ਉਹਨਾਂ ਦੀਆਂ ਬਿੱਲੀਆਂ ਅੱਖਾਂ ਨਹੀਂ ਹੈ, ਉਹ ਕੀ ਨਹੀਂ ਹੈ?
ਜਿਨ੍ਹਾਂ ਦੇ ਮਾਪੇ ਉੱਥੇ ਬੈਠੇ ਨੇ। ਹੁਣ ਉਹ ਲੋਕ ਹੌਲੀ ਹੌਲੀ ਤੁਹਾਨੂੰ ਦੱਸਣਗੇ ਕਿੰਨੇ ਮਾਪੇ, ਦੋਵਾਂ ਦਾ ਤਾਂ ਕਤਲ ਹੋਇਆ ਸ਼ਰੇਆਮ, ਬਾਕੀ ਕੋਈ ਬਿਮਾਰੀ ਖੁਣੋ, ਕੋਈ ਦਵਾਈਆਂ ਖੁਣੋ ਮਰ ਰਿਹਾ, ਉਹ ਦੱਸਣਗੇ ਲੋਕ। ਤੇ ਜਾਂ ਲੋਕਾਂ ਨੂੰ ਚਾਹੀਦਾ ਵੀ ਇੱਕ ਵਾਰ ਸੁਨੇਹਾ ਇਹਨਾਂ ਨੂੰ ਦਿੱਤਾ ਜਾਵੇ ਜਦ ਵੋਟਾਂ ਪੈਂਦੀਆਂ ਵੀ ਚੰਗਾ ਤੁਸੀਂ ਇਉਂ ਕਰਦੇ ਹੋ ਸਾਡੇ ਨਾਲ, ਅਸੀਂ ਵੀ ਇਉਂ ਕਰਦੇ, ਦੁਬਾਰਾ ਫੇਰ ਰਾਹ ਸਿੱਧੇ ਹੋਣਗੇ ਤੁਹਾਡੇ। ਇਹ ਜਿਹੜਾ ਬਹੁਤ ਵੱਡਾ ਇਸ਼ੂ ਹੈ ਇੱਕ, ਔਰ ਇਹਦੀ ਜਸਟੀਫਿਕੇਸ਼ਨ ਕੋਈ ਨਹੀਂ ਦੇ ਰਿਹਾ ਵੀ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆ ਰਹੇ। ਬੰਦਾ ਜਿਹੜਾ ਉੱਥੇ ਬੈਠਾ ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆਉਂਦੇ, ਰੀਜ਼ਨ ਕੀ ਹੈ? ਪੀਆਰ ਅਸੀਂ ਉਹ ਸਾਡੇ ਦੇਸ਼ ਦੇ ਸਿਟੀਜ਼ਨ ਨਹੀਂ, ਤੁਸੀਂ ਦੇਸ਼ ਦੇ ਸਿਟੀਜ਼ਨ ਨਹੀਂ, ਤੁਸੀਂ ਇਸ ਦੇਸ਼ ਦੇ MP MLA ਬਣ ਕੇ ਉੱਥੇ ਉਸ ਦੇਸ਼ ਦੀਆਂ ਗੱਡੀਆਂ ਲੈ ਕੇ ਸਿਕਿਉਰਿਟੀਆਂ ਉੱਥੇ ਹਿਣਕਦੇ ਫਿਰਦੇ ਹੋ, ਲੋਕਾਂ ਦੇ ਵਿਆਹਾਂ 'ਚ ਦਿਖਾਉਂਦੇ ਹੋ ਵੀ ਮੈਂ MLA ਤੇ MP ਮੈਂ ਮਿਨਿਸਟਰ ਹਾਂ। ਤੁਸੀਂ ਉੱਥੇ ਕੀ ਕਰਨ ਜਾਂਦੇ ਹੋ? ਤੁਸੀਂ ਕੀ ਕਰਨ ਜਾਂਦੇ ਹੋ ਉੱਥੇ? ਫਿਰ ਜੇ ਉਹਨਾਂ ਦੇ ਲੋਕਾਂ ਨੂੰ, ਉਸ ਦੇਸ਼ ਦੇ ਪਾਸਪੋਰਟ ਵਾਲੇ ਬੰਦਿਆਂ ਨੂੰ ਤੁਸੀਂ ਇੱਥੇ ਲੈ ਕੇ ਨਹੀਂ ਆ ਸਕਦੇ, ਤੁਸੀਂ ਜਿਹੜਾ ਹਰ ਸਾਲ ਜਾ ਕੇ ਉੱਥੇ ਰੀਬਨ ਕੱਟਦੇ ਫਿਰਦੇ ਹੋ, ਤੁਸੀਂ ਬਦਮਾਸ਼ੀਆਂ ਕਰਦੇ ਹੋ ਜਾ ਕੇ ਉੱਥੇ, ਦਿਖਾਉਂਦੇ ਹੋ ਜਾ ਕੇ ਵੀ ਸਾਡੇ ਕੋਲ ਕੀ ਰੁਤਬਾ। ਇਹਦੇ ਤੇ ਹਾਲੇ ਵੀ ਲੋਕੋ ਕੰਮ ਕਰੋ, ਤੁਸੀਂ ਚੁੱਪ ਕਰਕੇ ਬਹਿ ਹੋ। ਮੈਂ ਇਹਦਾ ਖਹਿੜਾ ਤਾਂ ਛੱਡਦਾ, ਇਹਨੂੰ ਹੋਰ ਪਾਸੇ ਨੂੰ ਲੈ ਜਾਂਦੇ ਨੇ ਲੋਕ। ਮੈਂ ਚਾਹੁੰਦਾ ਤੁਸੀਂ ਇੱਕ ਇਸ ਤੇ ਮੁਹਿੰਮ ਖੜੀ ਕਰੋ, ਇਹ ਸਰਕਾਰ ਨੂੰ, ਇਹਨਾਂ ਨੂੰ ਛੱਡ ਦਿਓ ਆਪਣੇ ਵਾਲਿਆਂ ਨੂੰ। ਤੁਸੀਂ ਉੱਪਰ ਮਿਨਿਸਟਰਾਂ ਨੂੰ, CM ਆਪਣੇ PMO ਆਫਿਸ ਦੇ ਵਿੱਚ ਜਿਹੜੀ ਇਹ ਕਹਿੰਦੇ ਨਾ ਵੀ KT ਨਾਲ ਸਾਡੀ ਗੱਲ ਹੋਈ, ਇਹਦੇ ਕੋਲ ਦੀ ਨਹੀਂ ਲੰਘ ਸਕਦੇ, ਉਹਦੇ ਕਰਨ ਜਨਤਕ ਕੋਈ ਚਿੱਠੀ ਪੱਤਰ ਜਿਹੜਾ ਉਹਨੂੰ ਲਿਖਿਆ ਤੇ ਉਹਦਾ ਇਹਨਾਂ ਨੂੰ ਰਿਪਲਾਈ ਆਇਆ, ਉਹ ਤਾਂ ਪਬਲਿਕ ਦਾ ਹੀ ਹੈ, ਦਿਖਾਉਣ ਵੀ ਕੀ ਲਿਖ ਕੇ ਭੇਜਿਆ ਤੇ ਸਾਨੂੰ KT ਨੇ ਕੀ ਰਿਪਲਾਈ ਦਿੱਤੀ। ਤੁਸੀਂ ਪਲੀਜ਼ ਮੁਹਿੰਮ ਸ਼ੁਰੂ ਕਰੋ ਹਲੇ ਵੀ ਕਿ 에ਅਰ ਕੈਨੇਡਾ ਸਾਡੇ ਬਜ਼ੁਰਗਾਂ ਨੂੰ ਉੱਥੋਂ ਲੈ ਕੇ ਆਵੇ। ਅੰਮ੍ਰਿਤਸਰ ਜਹਾਜ਼ ਉਤਰਨ, ਹੁਣ ਉਤਰ ਰਹੇ ਨੇ, ਦੁਨੀਆ ਦੀਆਂ ਫਲਾਈਟਾਂ ਜਾ ਰਹੀਆਂ ਨੇ, ਕਤਰ 에ਅਰਲਾਈਨਸ ਨੇ ਉੱਥੋਂ ਫਲਾਈਟਾਂ ਆਪਰੇਟ ਕੀਤੀਆਂ ਨੇ। ਤੇ ਜੇ ਤੁਸੀਂ 에ਅਰ ਕੈਨੇਡਾ ਦੇ ਵਿੱਚ ਹੁਣ KLM ਆਉਂਦੀ ਹੈ, 에ਅਰ ਫਰਾਂਸ ਆਉਂਦੀ ਹੈ, ਤੁਸੀਂ ਟੋਰਾਂਟੋ ਨੂੰ ਕਿਉਂ ਲੈ ਕੇ ਜਾਂਦੇ ਹੋ? ਸਾਡੇ $500 ਬੰਦੇ ਫੇਰ ਕਿਉਂ ਦੇਣ? ਉਹ ਮੈਨੂੰ ਇਹ ਨਹੀਂ ਸਮਝ ਆਉਂਦੀ। 1,40,000 1,50,000 ਦੇ ਕੇ ਦੁਬਾਰਾ ਫੇਰ ਟੋਰਾਂਟੋ ਲਾ ਦਿੰਦੇ ਹੋ, ਉਹਨਾਂ ਨੂੰ $500 ਉਹ ਫੇਰ ਦਿੰਦੇ ਨੇ, ਰੁਲੇ ਫਿਰਦੇ ਨੇ ਉੱਥੇ। ਉਹ 5-5 ਮਹੀਨੇ ਹੋ ਗਏ ਲੋਕ ਆਪਣੇ ਓਵਰ ਬਜਟ ਹੋ ਕੇ ਉੱਥੇ ਬੈਠੇ ਨੇ, ਕਿਸੇ ਕੋਲ ਤਨਖਾਹਾਂ ਨਹੀਂ, ਕਿਸੇ ਕੋਲ ਪੈਸਾ ਨਹੀਂ, ਕਿਸੇ ਕੋਲ ਧੇਲਾ ਨਹੀਂ। 5-5 ਮਹੀਨੇ ਦੀਆਂ ਲੋਕਾਂ ਨੇ ਮੌਰਗੇਜਾਂ ਘਰਾਂ ਦੀਆਂ ਫੜ ਕੇ ਦਿੱਤੀਆਂ ਨੇ, ਕੰਗਾਲ ਹੋਏ ਬੈਠੇ ਨੇ ਉੱਥੇ। ਤੁਸੀਂ ਉਹਨਾਂ ਤੋਂ ਪੌਣੇ 2 ਲੱਖ ਦੀ ਟਿਕਟ ਤੁਸੀਂ ਠੋਕੀ ਜਾਂਦੇ ਹੋ $3,000 ਦੀ। ਅਸੀਂ ਅੱਡ ਬਿਠਾਉਣੇ ਨੇ, ਅਸੀਂ ਅੱਡ ਆਉਣਾ, ਬੰਦੇ ਦੀ ਬੂਥੀ ਬੰਦੇ ਨਾਲ ਲੱਗਦੀ ਆ ਉੱਥੇ ਬੈਠੇ ਦੀ। ਇਹਦੇ ਤੇ ਮਤਲਬ ਹਲੇ ਵੀ ਪਲੀਜ਼ ਮੈਂ ਕਹਿਣਾ ਕਮਿਊਨਿਟੀ 'ਚ ਕੋਈ ਹੋਰ ਅੱਗੇ ਲੱਗ ਕੇ ਇਹਦੇ ਤੇ ਕੰਮ ਕਰ ਲਓ ਤੇ ਆਪਣੇ ਬਜ਼ੁਰਗਾਂ ਨੂੰ ਸੱਦ ਲਓ। ਬਹੁਤ ਲੋਕ ਬੈਠੇ ਆ, ਜਦ ਤੁਹਾਨੂੰ ਪਤਾ ਨਹੀਂ ਕਿਹਨੇ ਇਹ ਕਹਿਤਾ ਉੱਥੇ ਦੀ ਬੈਠੇ। ਹਰ ਰੋਜ਼ ਮੈਨੂੰ 5 ਤੋਂ 7 ਫੋਨ ਆਉਂਦੇ ਆ, ਹਰ ਰੋਜ਼ ਵੀ ਸਾਨੂੰ ਸੱਦੋ, ਸਾਡਾ ਕਰ ਦਿਓ, ਸਾਡਾ ਕਰ। ਅਸੀਂ ਕਿਹਦਾ ਕਰਦੇ? ਅਸੀਂ ਵਲੰਟੀਅਰ ਗਰੁੱਪ 'ਚ ਭੈਣ ਜੀ ਤਖਰੋਣੀ ਲੱਗੇ ਹੋਏ ਨੇ, ਜਿੱਥੇ ਉਹਨਾਂ ਦੀ ਕੋਸ਼ਿਸ਼ ਆ ਉਹ ਦੱਸ ਦਿੰਦੇ ਨੇ ਵੀ ਇਹਦੇ 'ਚ ਫਲਾਈਟ ਆਏ, 'ਚ ਫਲਾਈਟ ਆਏ, 'ਚ ਕਰ ਲਓ, ਇਹ 'ਚ ਕਰ ਲਓ। ਪਰ ਉਹ ਤਾਂ ਇੱਥੇ ਬੈਠੇ ਇੱਕ ਸੁਨੇਹਾ ਦਿੰਦੇ ਆ ਤੁਹਾਨੂੰ ਫੇਸਬੁੱਕ। ਇਹ ਮਤਲਬ ਹੁਣ ਇਹ ਤੁਹਾਨੂੰ ਇਸ ਗੱਲ ਤੇ ਉਹਨਾਂ ਨੇ ਲੱਗਦਾ ਵੀ ਤੁਹਾਡਾ ਦੋਸ਼ ਇਹ ਆ ਵੀ ਤੁਸੀਂ ਇਸ ਦੇਸ਼ ਦੇ ਸਿਟੀਜ਼ਨ ਨਹੀਂ ਤੇ PR ਕੋਈ ਮਤਲਬ ਨਹੀਂ ਹੈ ਇਹਨਾਂ ਨੂੰ। ਤੇ PR ਹੋ ਕੇ ਸਿਟੀਜ਼ਨ ਹੋਵੋਗੇ ਨਾ, ਪਹਿਲਾਂ 300 ਆ ਕੇ 3 ਸਾਲ ਰਹੋਗੇ ਤਾਂ ਹੀ ਸਿਟੀਜ਼ਨ ਹੋਵੋਗੇ। ਤੇ ਉਹ ਬੈਠੇ ਨੇ ਉੱਥੇ, ਫਿਰ ਤੁਹਾਡੀ ਨਾਗਰਿਕਤਾ ਜੀ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ, ਕਾਹਦਾ ਉਹਦਾ ਕੀ ਚੱਕਰ? ਕੁਲਵੀਰ ਸਿੰਘ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸੁਣ ਰਿਹਾ ਮੈਂ। ਹਾਂਜੀ ਗਿੱਲ ਸਾਹਿਬ, ਜਿਹੜੀ ਇਹ ਗੱਲ ਆ, ਜਿੱਦਾਂ ਮੇਰੀ ਮੰਮੀ ਵੀ ਉੱਥੇ ਸਿਟੀਜ਼ਨ ਨੂੰ ਵੀ ਨਹੀਂ ਟਿਕਟ ਮਿਲਦੇ ਨਾ। ਉਹ ਕਹਿੰਦੇ ਜਿੰਨਾ ਵੀ ਅਸੀਂ ਇੱਥੋਂ 3 ਘੰਟੇ ਜਾਂ 4 ਘੰਟੇ ਬਾਅਦ ਚੈੱਕ ਕਰਦੀ ਹੈ, ਵੈਬਸਾਈਟ ਵੀ ਹੈ, ਫਲੈਟ ਚੱਲਣੀ, ਉਹ ਪਹਿਲਾਂ ਬੁੱਕ ਹੋਈਆਂ ਆ। ਪਤਾ ਨਹੀਂ ਉਹ ਕਿਹਨਾਂ ਨੂੰ ਮਿਲ ਜਾਂਦੀਆਂ ਟਿਕਟਾਂ ਹੈ ਨਾ। ਨਾਲੇ ਰਜਿਸਟਰ ਵੀ ਅਪ੍ਰੈਲ ਦਾ ਕਰਾਇਆ ਹੋਇਆ ਉਹਨਾਂ ਦਾ ਨਾ। ਜਦੋਂ ਵੀ ਅਸੀਂ ਕਿਸੇ ਵੈਬਸਾਈਟ ਤੇ ਜਾਂਦੇ ਆ, ਉਹ ਉਹਨਾਂ ਦੀ ਤੇ ਉੱਥੇ ਨਿਕਲਦੀ ਆ ਵੀ ਆਲਰੇਡੀ ਸੋਲਡ ਆਊਟ। ਉਹ ਟਿਕਟਾਂ ਹੈ ਕਿੱਥੇ? ਨਾਲੇ ਤਾਂ ਕਹਿੰਦੇ ਸਿੱਧੀਆਂ ਤੁਸੀਂ ਆਪ ਬੁੱਕ ਕਰਾਉਣ ਦੇ ਬਾਵਜੂਦ ਪਤਾ ਨਹੀਂ ਕਿੱਦਾਂ ਉਹ ਫਰਮੇਸ਼ਾਂ ਵਾਲਿਆਂ ਨੂੰ ਜਾਈ ਜਾਂਦੀਆਂ, ਪਤਾ ਨਹੀਂ ਕਿਹਨੂੰ ਜਾਈ ਜਾਂਦੀਆਂ ਨਾ। ਉਹ ਇਹ ਦੇਖੋ ਨਾ, ਜਿੱਦਾਂ ਆਪਾਂ ਤੇ ਲੋਕ ਤੜਫੀ ਜਾਂਦੇ ਬੈਠੇ ਅਸੀਂ ਹੁਣ ਸਾਰੇ, ਪਰ ਸਾਰਿਆਂ ਨੂੰ ਇੱਕ ਮੁਹਿੰਮ ਤਾਂ ਬਣਾਉਣੀ ਚਾਹੀਦੀ ਸੀਗੀ। ਕੋਈ ਇੱਕ ਪਾਸੇ ਇੱਕ ਜਿੱਦਾਂ ਹੁਣ ਰੈਲੀ ਜਾਂ ਕੋਈ ਇੱਦਾਂ ਦਾ
ਇੱਕ ਜਲੂਸ ਕੱਢਣਾ ਚਾਹੀਦਾ ਇਹਨਾਂ ਦਾ ਵੀ ਹਾਂ ਸਾਡੀ ਜਿਹੜੀ ਸਟੇਟ ਗਵਰਨਮੈਂਟ ਬਹੁਤ ਚੰਗੀ ਅਸੀਂ ਕਹੀ ਜਾਂਦੇ ਹਾਂ, ਪਰ ਸਾਡੇ ਬੰਦੇ ਨਹੀਂ ਲਿਆ ਸਕੀ ਤਾਂ ਪੈਸੇ ਬਣ ਕੇ ਚੰਗੀ ਹੋ ਜਾਂਦੀ। ਸਾਡੇ ਟੈਕਸ ਪੇਅਰ ਦੇ ਪੈਸੇ ਖਾ ਕੇ ਨਾ ਉਹੀ ਪੈਸੇ ਸਾਡੇ ਕੋਲ ਲੈ ਕੇ ਇੱਧਰ ਦੇ ਬਹੁਤ ਬਜ਼ੁਰਗ ਬੈਠੇ ਆ। ਹਾਂਜੀ ਸਾਰੇ ਹਾਂਜੀ ਇਹ ਚੀਜ਼ਾਂ ਕਿ ਸਿਰਫ ਜਿੱਦਾਂ ਕਹਿੰਦੇ ਨਾ ਜੇ ਸਾਡੇ ਸਾਹਿਬ ਦੇ ਪਾਰਲੀਮੈਂਟ ਹੋਣ ਨਾ ਇੱਕ ਦਿਨ ਵੀ ਨਹੀਂ ਲੱਗ ਸਕਦਾ ਇਹ ਕੰਮ ਹੋਣ ਨੂੰ ਨਾ। ਉਹ ਇੱਕ ਸਿਰਫ ਪੈਸੇ ਦੀ ਲਾਲਸਾ ਦੇ ਵਿੱਚ ਸਾਰੇ ਫਸੇ ਬੈਠੇ ਆ ਵੀ ਪੈਸਾ ਕਿੱਦਾਂ ਬਣਨਾ। ਹੁਣ ਲੁੱਟ ਹੀ ਆ 3000 ਜਾਂ $3500 ਲੈਣਾ ਕਿਸੇ ਕੋਲੋਂ, ਕਿਸੇ ਬੰਦੇ ਕੋਲੋਂ ਵੀ ਜਿਹੜੇ 6-7 ਜੀ ਆਏ ਆ ਜਾਂ ਆਉਣੇ ਆ, ਉਹ ਕਿੱਦਾਂ ਔਖਾ ਹੋਇਆ ਹੋਊਗਾ ਨਾ ਬੰਦਾ। ਇਹ ਦੇਖਦੇ ਨਹੀਂ। ਉੱਦਾਂ ਅਸੀਂ ਕਹਿੰਦੇ ਜੀ ਅਸੀਂ COVID-19 ਦੇ ਵਿੱਚ ਤੁਹਾਡੀ ਹੈਲਪ ਕਰਤੀ ਆ, ਤੁਹਾਨੂੰ ਆਹ ਦੇ ਤਾ ਜੇ ਤਾਂ ਇੱਕ ਪਾਸੇ ਛਿੱਲੀ ਚੱਲੋ, ਉਧਰ ਟੈਕਸ ਵਾਲਿਆਂ ਟੈਕਸ ਪਾ ਕੇ ਚੱਲੋ, ਉਧਰੋਂ ਉਧਰ ਚੱਲੋ ਤੇ ਮੁੜ ਕੇ ਪੈਸਾ ਸਾਨੂੰ ਵੰਡੀ ਜਾਓ ਸਾਡਾ ਨਾ ਸਾਡੇ ਕੋਲ ਚੱਲ ਕੇ ਨਾ। ਇਹ ਸਿਰਫ ਦੋ ਮੂੰਹਾਂ ਕੰਮ ਆ, ਇੱਕ ਮੂੰਹ ਵਾਲਾ ਨਹੀਂ। ਜੇ ਅਸੀਂ ਕਿਸੇ ਮੈਂਬਰ ਪਾਰਲੀਮੈਂਟ ਜਾਂ ਕਿਸੇ ਵੀ ਚੀਜ਼ ਦੇ ਜਿਹੜੇ ਸਪਾਂਸਰ ਬਣਦੇ ਆ ਨਾ ਤਾਂ ਸਾਨੂੰ ਇੱਕ ਤਰਫਾ ਹੋ ਕੇ ਉਹ ਕੰਮ ਕਰਨਾ ਚਾਹੀਦਾ, ਨਾ ਕਿ ਅਸੀਂ ਵੱਡੇ ਫਾਰਮਾਂ ਦੇ ਨਾਲ ਰਲ ਕੇ ਉਹਨਾਂ ਦੇ ਨਾਲ ਲਾ ਕੇ ਗਰੀਬ ਬੰਦੇ ਦੀ ਲੁੱਟ ਕਰੀਏ ਨਾ। ਇਹ ਲੁੱਟ ਹੋ ਰਹੀ ਆ ਸਿਰਫ ਟਿਕਟਾਂ ਦੇ ਨਾਂ ਤੇ। ਥੈਂਕ ਯੂ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਸਾਹਿਬ ਮਨਪ੍ਰੀਤ ਸਿੰਘ ਲਾਈਨ ਨੰਬਰ 2। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਜਾਣ ਪਛਾਣ ਦਾ ਬੰਦਾ ਸੀ ਬਾਈ, ਹਾਰਟ ਬਾਈਪਾਸ ਸਰਜਰੀ ਹੋਈ ਸੀ ਬਾਈ ਜੀ। ਉਸ ਬੰਦੇ ਨੇ ਬੜੇ ਫੋਨ ਕੀਤੇ, ਬਾਅਦ ਚ ਮੈਨੂੰ ਕਹਿੰਦਾ ਵੀ ਤੂੰ ਗੱਲ ਕਰ। ਮੈਂ ਕਿਹਾ ਵੀ ਉਦੋਂ ਕਹਿੰਦੇ ਤਾਂ ਬਹੁਤ ਨੇ ਏਅਰ ਤੇ ਆ ਕੇ ਕਿ ਤੁਸੀਂ ਆਹ ਲਓ ਚੱਕੋ ਨੰਬਰ ਗੱਲ ਕਰੋ। ਕਹਿੰਦੇ ਯਾਰ ਫੋਨ ਹੀ ਨਹੀਂ ਚੱਕਦੇ। ਮੈਂ ਕਿਹਾ ਯਾਰ ਉਹ ਤਾਂ ਬਹੁਤ ਆ ਕੇ ਏਅਰ ਤੇ ਕਹਿੰਦੇ ਨੇ। ਜਦੋਂ ਅਸੀਂ ਏਅਰ ਤੇ ਕਹਿੰਦੇ ਆ ਤਾਂ ਹੋਸਟ ਸਾਹਿਬ ਮੂਹਰੇ ਖੜ ਜਾਂਦੇ ਨੇ ਗੋਲਕੀਪਰ ਬਣ ਕੇ। ਉਹ ਕਹਿੰਦੇ ਮੈਂ ਤੁਹਾਡੀ ਗੱਲ ਨਹੀਂ ਕਰਾਉਣੀ ਕਿਸੇ ਨਾਲ। ਮੇਰੀ ਉਦੋਂ ਇਹਨਾਂ ਨਾਲ ਤਾਂ ਹੀ ਔਖੇ ਭਾਰੇ ਹੋਏ ਜਦੋਂ ਗੱਲ ਸੱਚੀ ਕਹਿਣੀ ਹੈ। ਗੱਲ ਸਾਹਿਬ ਤੁਸੀਂ ਕਹੋਗੇ ਮੈਂ ਸੱਚ ਬੋਲਦਾ, ਅਸੀਂ ਨਹੀਂ ਮੰਨਦੇ। ਆਹ ਸਾਨੂੰ ਦਿਖਦਾ ਹੀ ਆ ਜਦੋਂ ਲੋਕੀ ਤੁਹਾਨੂੰ ਕਾਲਾਂ ਕਰਦੇ ਨੇ, ਅੱਖਰ ਭੈਣ ਜੀ ਨੂੰ ਕਾਲਾਂ ਕਰਦੇ ਨੇ, ਇੱਥੋਂ ਪਤਾ ਲੱਗਦਾ ਸੱਚਾਈ ਕੀ ਆ। ਗੱਲ ਸਾਹਿਬ ਕਿਸੇ ਦੀ ਹੈਲਪ ਨਹੀਂ ਹੋਈ। ਜਿਹੜਾ ਬਰਾੜ ਸਾਹਿਬ ਦਾ ਨਾਂ ਲੈਂਦੇ ਸੀ, ਉਹ ਬਰਾੜ ਸਾਹਿਬ ਤਾਂ ਕਹਿੰਦੇ ਜੀ ਮੇਰਾ ਸਰਦਾ, ਮੈਨੂੰ ਆਉਣ ਦੀ ਲੋੜ ਨਹੀਂ। ਆ ਬਰਾੜ ਸਾਹਿਬ ਨੇ ਤੁਹਾਨੂੰ ਕਾਹਦੇ ਕਾਲ ਕੀਤੀ? ਉਹ ਕੀ ਤੰਗ ਤਾਂ ਹੈਗੀ ਨੇ। ਗੱਲ ਸਾਹਿਬ ਮੈਂ ਕਹੀ ਜਾਂਦਾ ਸਾਰੇ ਸੁਖੀ ਨੇ ਕਹਿਣ ਨਾ ਥੋੜੀ ਨਾ ਹੋ ਜੂ। ਕਿਸੇ ਦਾ ਭਲਾ ਨਹੀਂ ਕੀਤਾ, ਉਹਨੂੰ ਇੱਧਰ ਦੇ ਖੱਬੇ ਕਰ ਤੇ ਸੱਜੇ ਕਰਦੇ। ਫਿਰ MP ਸਾਹਿਬ ਆਪਣੇ ਮਾਤਾ ਜੀ ਤਾਂ ਨਹੀਂ ਮਾਤਾ ਜੀ ਨੇ ਕੀ ਕਰਨਾ ਆਉਣਾ, ਹਜੇ ਦੁਨੀਆ ਉੱਥੇ ਬੈਠੀ ਹੈ ਮੇਰੇ ਜਦੋਂ ਮੇਰੇ ਲੋਕ ਆ ਜਾਣਗੇ ਫਿਰ ਮੈਂ ਮਾਤਾ ਜੀ ਨੂੰ ਲੈ ਕੇ ਆਊਂ। ਬਾਈ ਜੀ ਇਹ ਕੋਈ ਗੱਲਾਂ ਕਰਨ ਵਾਲੀਆਂ ਨੇ? ਇਹ ਤਾਂ ਤੁਸੀਂ ਆਪਣੀ ਕਲੀਅਰੈਂਸ ਲੋਕਾਂ ਨੂੰ ਦੇਈ ਜਾਂਦੇ ਹੋ। ਲੋਕ ਬਹੁਤ ਤੰਗ ਨੇ ਗੱਲ ਸਾਹਿਬ, ਕਿੰਨੇ ਬੰਦੇ ਚੜਾਈ ਕਰ ਗਏ ਬਜ਼ੁਰਗ, ਆਪਾਂ ਨੂੰ ਪਤਾ ਹੈ, ਸਾਰਾ ਕੁਝ ਪਤਾ ਹੈ ਗੱਲ ਸਾਹਿਬ, ਪਰ ਹੈਲਪ ਨਹੀਂ ਹੋਈ। ਇਹ ਦੁੱਖ ਹੈ ਸਾਨੂੰ ਇਸ ਗੱਲ ਦਾ ਕਿ ਉਹੀ ਪੋਲਿਟਿਕਸ ਇੱਥੇ ਆ ਗਈ। ਫਿਰ ਜਦੋਂ ਕੋਈ ਕਾਲਰ ਨਵਾਂ ਆਉਂਦਾ ਅਸੀਂ ਡਰ ਜਾਂਦੇ ਹਾਂ ਕਿ ਇਹ ਕੌਣ ਆ ਗਿਆ। ਉਹ ਭਾਈ ਸਾਹਿਬ ਇਹ ਜਦੋਂ ਇਹ ਲੋਕਾਂ ਦਾ ਰੇਡੀਓ ਹੈ, ਤੁਸੀਂ ਲਾਈਨਾਂ ਖੁੱਲੀਆਂ ਨੇ, ਕੋਈ ਵੀ ਕਾਲਰ ਆ ਜਾਊਗਾ, ਨਵਾਂ ਕਾਲਰ ਆ ਗਿਆ ਤਾਂ ਉਹਨੇ ਆਉਣਾ ਹੀ ਆਪਣਾ ਦੁੱਖ ਲੈ ਕੇ। ਅਸੀਂ ਡਰ ਜਾਂਦੇ ਹਾਂ ਕਿਉਂਕਿ ਸਾਡੇ ਪਿਛੋਕੜ ਸਾਡਾ ਮਾੜਾ ਹੈ, ਅਸੀਂ ਚੋਰ ਹੈ, ਅਸੀਂ ਤਾਂ ਡਰਦੇ ਹਾਂ। ਆਪਾਂ ਕਹਿਣ ਤੋਂ ਜਗਦੇ ਨਹੀਂ। ਜਦ ਮਰਜੀ ਜਿੱਥੇ ਮਰਜੀ ਦੇਖ ਲੈਣ ਲੋਕ ਸੱਚ ਬੋਲਣਗੇ। ਓਕੇ ਬਾਈ ਜੀ, ਸਤਿ ਸ੍ਰੀ ਅਕਾਲ। ਆਉਣਗੇ ਲੋਕ, ਦਿਖਦੇ ਜਾਓ, ਦੁਖੀ ਹੋਏ ਲੋਕ ਆਉਣਗੇ। ਥੈਂਕ ਯੂ। ਇਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਹੋਰ ਕਰਨੀਆਂ ਚਾਹੁੰਦਾ ਕਿਉਂਕਿ ਇਹ ਦੁੱਖ ਹੈ। ਇਹਨੂੰ ਛੱਡਤਾ ਜਿਹਦੇ ਆ ਗਏ ਉਹ ਕਹਿੰਦਾ ਵੀ ਅਸੀਂ ਸਾਡਾ ਕੰਮ ਹੋ ਗਿਆ। ਬਾਕੀ ਹਰ ਰੋਜ਼ 5 ਤੋਂ 7 ਕਾਲਸ ਇਸ ਵਿਸ਼ੇ ਤੇ ਆਉਂਦੀਆਂ ਨੇ, ਪਰ ਮੈਂ ਇਸ ਤੇ ਚੁੱਪ ਰਹਿਣਾ। ਅੱਜ ਮੈਂ ਫੇਰ ਇਸ ਤੇ ਗੱਲ ਕਰਨੀ ਚਾਹੁੰਦਾ ਕਿ ਚਲੋ ਆਉਣ ਫਲਾਈਟਾਂ, ਘੱਟੋ ਘੱਟ ਲੋਕਾਂ ਨੂੰ ਟਿਕਟਾਂ ਤਾਂ ਮਿਲ ਜਾਣ। ਉੱਥੇ ਏਜੰਟ ਖਾਈ ਜਾਂਦੇ ਆ, $1,00,000 ਦੀ 에ਅਰ ਇੰਡੀਆ ਵੇਚਦੀ ਆ, 40-50 ਉੱਪਰੋਂ ਬੰਦੇ ਲਈ ਜਾਂਦੇ ਆ, 150 ਉਹਦੇ ਬਾਅਦ 500 ਦੀ ਇੱਥੋਂ ਟਿਕਟ, 25 $1,75,000 ਚ 5 ਬੰਦਿਆਂ ਨੇ ਆਉਣਾ। ਕਿਹਦੇ ਕੋਲ $10 ਲੱਖ ਰੁਪਈਆ? ਤੇ ਕੋਈ ਉਹਨਾਂ ਨੂੰ ਪੁੱਛ ਨਹੀਂ ਰਿਹਾ। ਇੱਥੇ ਫਲਾਈਟਸ, ਘਰੇ ਜਹਾਜ਼ ਖੜੇ ਨੇ, 75% ਉਹਨਾਂ ਨੂੰ ਤੁਸੀਂ ਦੇ ਰਹੇ ਹੋ ਤਨਖਾਹਾਂ। ਕੱਲ ਨੂੰ ਬਿਲੀਅਨਸ ਆਫ ਡਾਲਰ ਬੇਲ ਆਫ ਕਰ ਦਿਓ। ਏਅਰ ਕੈਨੇਡਾ ਜਿਹੜੀ ਘਾਟੇ ਚਲੇ ਗਈ ਤੇ ਜਿਹੜੇ ਟੈਕਸ ਪੇਅਰਸ ਨੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ। ਮਨਦੀਪ ਕੌਰ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਮਨਦੀਪ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਤੁਹਾਡੇ ਟਾਕ ਸ਼ੋ ਬਹੁਤ ਵਧੀਆ ਹੁੰਦੇ ਆ, ਅਸੀਂ ਹਮੇਸ਼ਾ ਸੁਣਦੇ ਆ। ਥੈਂਕ ਯੂ। ਤੁਸੀਂ ਜਾਨੀ ਕਮਿਊਨਿਟੀ ਦੀ ਇੰਨੀ ਹੈਲਪ ਕਰਦੇ ਆ ਤੇ ਤੁਹਾਡਾ ਜਾਨੀ ਅਸੀਂ ਦੇ ਨਹੀਂ ਦੇ ਸਕਦੇ।
ਨੰਬਰ 2, ਜਿਹੜਾ ਜਾਨੀ ਹੁਣ ਇਹ ਟਿਕਟਾਂ ਵਾਲਾ ਹੋਇਆ ਆ ਵੀ ਮੇਰੇ ਮੰਮੀ ਡੈਡੀ ਖੁਦ ਇੰਡੀਆ ਨੇ, ਉਹਨਾਂ ਦੀ 70 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਸਿਟੀਜ਼ਨ ਕੈਨੇਡੀਅਨ ਸਿਟੀਜ਼ਨ ਨੇ। ਪਹਿਲਾਂ ਅਸੀਂ ਰਜਿਸਟਰਡ ਹੋਏ ਰੋਕਾ ਥਰੂ ਜਿਹੜਾ ਤੇ ਸਾਤੋਂ ਸਰਵੇ ਨਹੀਂ ਕਰ ਹੋਇਆ, ਉਹਦੇ ਮੈਂ ਤੁਹਾਨੂੰ ਇਨਫੋਰਮੇਸ਼ਨ ਵੀ ਭੇਜੀ ਸੀ ਮੇਰੇ ਮੰਮੀ ਡੈਡ ਦੀ, ਤੇ ਉਹਦੇ ਕਰਕੇ ਉਹ ਆ ਨਹੀਂ ਸਕੇ। ਹੁਣ ਜਿਹੜੀਆਂ ਟਿਕਟਾਂ ਓਪਨ ਕੀਤੀਆਂ, ਅਸੀਂ ਸਵੇਰ ਦੇ ਜਿਹੜੀ 3:30 ਵਜੇ ਬੈਠ ਕੇ ਕੰਪਿਊਟਰ ਤੇ ਵੀ ਸ਼ਾਇਦ ਸਾਨੂੰ ਕੁਛ ਲੱਭੂਗਾ, ਖਣੀ 25-20 ਕਹਿ ਰਹੇ ਆ ਰਹੀਆਂ ਵਾ, ਪਰ ਉਹਦੇ ਵਿੱਚੋਂ ਕੁਛ ਵੀ ਸਾਰਾ ਕੁਛ ਅਨਅਵੇਲੇਬਲ ਸ਼ੋ ਹੋ ਰਿਹਾ। ਜਦੋਂ ਅੱਜ ਅਸੀਂ ਏਜੰਟਾਂ ਥਰੂ ਜਾ ਕੇ ਪੁੱਛ ਰਹੇ ਹਾਂ, ਉਹ ਟਿਕਟਾਂ ਉਹ ਵੇਚ ਰਹੇ ਆ। ਉਹ ਕਹਿੰਦੇ ਦੱਸੋ ਕਿੰਨੇ ਦੀ ਲੈਣੀ ਆ, ਅਸੀਂ ਤੁਹਾਨੂੰ 3200 ਦੀ ਤਾਂ ਤੁਹਾਨੂੰ ਟੋਰਾਂਟੋ ਪਹੁੰਚਦੇ ਕਰ ਦਿੰਦੇ ਆ। ਉਸ ਤੋਂ ਬਾਅਦ ਤੁਸੀਂ ਜੇ ਵੈਨਕੂਵਰ ਦੀ ਲੈਣੀ ਆ ਟੋਰਾਂਟੋ ਤੋਂ, ਉਹ ਤੁਹਾਨੂੰ $600-700 ਦੀ ਪਊਗੀ। ਫਿਰ ਇਹ ਸਾਡੇ ਹੁਣ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਕੀ ਕਰ ਰਹੇ ਆ? ਬਹੁਤ ਵੀਰ ਜੀ ਦੁਖੀ ਹੋ ਕੇ ਉਹ ਜਿਹੜੀ ਟਿਕਟ ਵੈਬਸਾਈਟ ਤੇ ਨਹੀਂ, ਜਦ ਵੈਬਸਾਈਟ ਤੇ ਟਿਕਟ ਹੈ ਨਹੀਂ ਤੇ ਏਜੰਟ ਉਹ ਟਿਕਟ ਉਹੀ ਦੇ ਰਹੇ ਨੇ, ਦੇਖ ਲਓ। ਹਾਂਜੀ ਦੇ ਰਹੇ ਆ। ਉਹ ਮੈਨੂੰ ਕੱਲ ਫੋਨ ਆਏ ਤੇ ਕਹਿੰਦੇ ਦੱਸੋ ਤੁਸੀਂ ਲੈਣੀ ਕਿਹੜੀ ਆ। ਮੈਂ ਕਿਹਾ ਵੈਨਕੂਵਰ ਦੇ ਦਿਓ। ਕਹਿੰਦੇ ਵੈਨਕੂਵਰ ਦੀਆਂ ਤਾਂ ਹਜੇ, ਕਿਉਂਕਿ ਵੈਨਕੂਵਰ ਦੀਆਂ 18 ਤੇ 22 ਤਰੀਕ ਨੂੰ ਪਲੇਨ ਆ ਰਹੇ ਆ, ਉਹ ਨੇੜੇ ਜਾ ਕੇ ਉਹ ਵੀ 3500 ਦੀ ਵੇਚਣੀ ਆ। ਕਿਉਂਕਿ ਹਜੇ ਏਦਾਂ ਵਾ ਵੀ ਜਿਹੜੇ ਟੋਰਾਂਟੋ ਥਰੂ ਆ ਜਾਣ ਉਹਨਾਂ ਨੂੰ ਲੈ ਆਓ, ਜਿਹੜੇ ਵੈਨਕੂਵਰ ਵਾਲੇ ਆ ਉਹਨਾਂ ਨੂੰ ਅਟਕ ਕੇ ਥੋੜੀ ਹੋਰ ਕੁੰਡੀ ਲਾ ਲਾਂਗੇ। ਇਹ ਸਾਰੀਆਂ ਚਾਲਾਂ ਨੇ ਇਹਨਾਂ ਦੀਆਂ। ਇਹਨਾਂ ਨੂੰ ਵੋਟ ਮੈਂ ਵੀ ਸਿਟੀਜ਼ਨ ਆ, ਮੈਨੂੰ ਨਹੀਂ ਲੱਗਦਾ ਵੀ ਕੋਈ ਫੈਡਰਲ ਹੋਵੇ ਜਾਂ ਜਿਹੜੇ ਵੀ ਆ ਕਿਸੇ ਨੂੰ ਵੋਟ ਪਾਓ ਹੀ ਨਾ, ਆਦੀ ਵੋਟ ਹੀ ਸੰਭਾਲ ਕੇ ਰੱਖ ਲਓ ਜੇ ਇਹਨਾਂ ਨੇ ਕੁਛ ਕਰਨਾ ਹੀ ਨਹੀਂ ਸਾਡੇ ਲਈ। ਥੈਂਕ ਯੂ ਭੈਣ ਜੀ, ਥੈਂਕ ਯੂ। ਥੈਂਕ ਯੂ। ਸ਼ਾਹ ਹਰਜੀਤ ਸਿੰਘ ਜੀ 3। ਹਾਂਜੀ ਭਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੋਟ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਨੂੰ ਪਾਣੀ ਪੈਣੀ, ਜੇ ਵੋਟ ਨਹੀਂ ਪਾਵਾਂਗੇ ਫਿਰ ਵੀ ਮੁਸ਼ਕਿਲ ਹੈ। ਪਰ ਬਾਈ ਜੀ ਗੱਲ ਏਦਾਂ, ਇਹ ਬੜਾ ਤਕੜਾ ਸਕੈਮ ਹੈ। ਤੁਸੀਂ ਤੁਹਾਨੂੰ ਮੈਂ ਦੱਸਦਾ, ਟਵਿੱਟਰ ਦੇ ਉੱਤੇ ਮੈਸੇਜ ਪਾਉਂਦਾ, ਨਾਦਰ ਪਟੇਲ ਆਈ ਥਿੰਕ ਹਾਈ ਕਮਿਸ਼ਨ ਆਫ ਕੈਨੇਡਾ ਹੈ, ਉਹਦੀ ਸਿਟੀ ਪੂਰੀ ਰਲਦੀ ਹੈ ਇੰਡੀਅਨ ਗਵਰਨਮੈਂਟ ਨਾਲ ਤੇ 에ਅਰ ਕੈਨੇਡਾ ਦੇ ਜਹਾਜ਼ਾਂ 'ਚ ਤੁਸੀਂ PR ਜਾਂ ਤੁਸੀਂ ਵਰਕ ਪਰਮਿਟ ਤੇ ਉਹਦੇ 'ਚ ਬਹਿ ਕੇ ਆ ਸਕਦੇ, ਹੋਰ ਕਿਸੇ 'ਚ ਨਹੀਂ ਆ ਸਕਦੇ। ਬਾਕੀਆਂ ਨੂੰ ਖੱਜਲ ਖਵਾਰੀ ਹੈ। ਹੋਰ ਬਾਕੀ ਫਲਾਈਟਾਂ ਸਾਰੀਆਂ ਮਿਲਦੀਆਂ ਹੈ, ਪਰ ਉਹ 1 ਜੁਲਾਈ ਤੋਂ ਬਾਅਦ ਕਰਦੇ ਪਏ। ਪਰ ਇਹਨਾਂ ਦਾ ਕੋਈ ਪਤਾ ਨਹੀਂ, ਇਹਨਾਂ ਨੇ ਫਿਰ ਐਕਸਟੈਂਡ ਕਰ ਦੇਣਾ। ਉਹ $600 ਨੂੰ ਮਿਲਦੀਆਂ। ਮੈਂ ਜਾਪਾਨ 에ਅਰਲਾਈਨ ਨੂੰ ਪੁੱਛਿਆ ਸੀ, ਹੋਰਾਂ ਨੂੰ ਵੀ ਪੁੱਛਿਆ, ਸਾਰਿਆਂ ਨੂੰ ਪੁੱਛਿਆ, ਪਰ ਇਹ ਐਵਰੇਜ ਟਿਕਟ 600 ਤੋਂ 800 ਦੇ ਵਿੱਚ ਹੀ ਹੈ ਵਨ ਵੇ ਦੀ। ਪਰ ਇਹ ਖੁੱਲਣ ਨਹੀਂ ਦਿੰਦੇ ਪਏ। ਆਪ ਦਾ ਪੂਰਾ ਸਕੈਮ ਚੱਲਦਾ ਪਿਆ ਵੀ ਹਾਂ PR ਜੇ ਆਉਣਾ ਚਾਹੁੰਦੇ ਆ ਤਾਂ 2000 ਦੇਣ। 2000 ਦਾ ਚਲੋ ਟਿਕਟ ਹੈ ਇਕੱਲੀ, ਤੇ ਘਰ ਤੱਕ ਪਾਉਂਦੇ ਬੰਦੇ ਦਾ ਨਾ ਇਹ ਆਲਮੋਸਟ $3500 ਖੁੱਲ ਜਾਂਦਾ ਸਾਰਾ ਕੁਝ ਕਰਦੇ ਆਪਣੇ ਘਰ ਤੇ, ਜੇ ਵੈਨਕੂਵਰ ਤੱਕ ਆਉਣਾ। ਸੋ ਬਹੁਤ ਹੀ ਮਾੜਾ ਹਾਲ ਹੈ ਜੀ। ਇਸ ਸਕੈਮ ਨੂੰ ਰੋਕਣ ਲਈ ਆਪਾਂ ਨੂੰ ਸਾਰਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ, ਇਹ ਬੰਦ ਹੋਣਾ ਚਾਹੀਦਾ। ਬਾਕੀ ਅੱਛਾ ਦੋਸਤ ਆਇਆ ਆਪਣਾ, ਉਹ ਕਹਿੰਦਾ ਵੀ ਇੰਨੀ ਖੱਜਲ ਖੁਆਰੀ ਕੀਤੀ ਏਅਰਪੋਰਟ ਤੇ ਸੋਸ਼ਲ ਡਿਸਟੈਂਸ ਦੀ। ਕਹਿੰਦਾ ਜਦੋਂ ਜਹਾਜ਼ 'ਚ ਬਿਠਾਇਆ ਨਾ ਏਦਾਂ ਤੁੰਨ ਤੇ ਜਿਵੇਂ ਮੁਰਗੀ ਖਾਨੇ 'ਚ ਕੁੱਕੜ ਜਵਾ, ਇੱਕ ਵੀ ਸੀਟ ਖਾਲੀ ਨਹੀਂ ਸੀ ਜਹਾਜ਼ ਦੇ ਵਿੱਚ। ਵੀ ਧੱਕਾ ਖੜਕਦਾ ਪੂਰਾ ਹੈ ਨਾ, ਸਾਹ ਵੀ ਲੈਣਾ ਔਖਾ ਹੋ ਜਾਂਦਾ ਜਹਾਜ਼ ਦੇ ਵਿੱਚ। ਬਾਅਦ ਜਦੋਂ ਉਤਰੋ ਜਹਾਜ਼ ਤੋਂ ਫਿਰ ਸੋਸ਼ਲ ਡਿਸਟੈਂਸ ਕਰੋ। ਉੱਥੇ 10 ਘੰਟੇ ਜਹਾਜ਼ ਦੇ ਵਿੱਚ ਬੈਠੇ, ਉਦੋਂ ਸੋਸ਼ਲ ਡਿਸਟੈਂਸ ਦੀ ਪਰਵਾਹ ਨਹੀਂ ਸੀ। ਫਿਰ ਜਾਂ ਤਾਂ ਹੁਣ ਨਾ ਵੀ 2000 ਲੈਤਾ ਵੀ ਹਾਂ ਬਈ ਭਾਈ ਮੈਨੂੰ ਹੀ ਬੈਠਣ ਦਿਓ ਹੁਣ 3 ਸੀਟਾਂ ਦੇ, ਕਿਉਂਕਿ $600 ਦੀ ਐਵਰੇਜ ਟਿਕਟ ਹੈ, 1800 ਦੀਆਂ 3 ਬਣੀਆਂ ਸੀਟਾਂ, ਰਾਈਟ। ਐਵਰੇਜ ਟਿਕਟ ਦੀ ਪ੍ਰਾਈਸ ਤਾਂ $600-700 ਹੀ ਹੈ ਜੀ, ਪਤਾ ਹੀ ਹੈ ਸਾਰਿਆਂ ਨੂੰ। ਅਸੀਂ ਕਿਹੜੇ ਨਿਆਣੇ ਹੈ। ਸਰਕਾਰਾਂ ਨੂੰ ਸੋਚਣਾ ਚਾਹੀਦਾ ਮਾੜਾ ਮੋਟਾ, ਬਹੁਤ ਜ਼ਿਆਦਾ ਧੱਕਾ ਕਰ ਰਹੀਆਂ ਜੀ। ਧੰਨਵਾਦ ਜੀ। ਜਸਕਰਨਜੀਤ ਕੌਰ ਜੀ ਲਾਈਨ ਆਏ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹੈਲੋ। ਹਾਂਜੀ ਵੀਰ ਜੀ, ਅਸੀਂ ਵੀ ਅੱਜ ਮੈਂ ਪਹਿਲੀ ਵਾਰ ਆਈ ਹਾਂ ਤੁਹਾਡੇ ਸ਼ੋਅ ਤੇ ਸੌਂਦੀ ਤਾਂ ਨਿੱਤ ਹੁੰਦੀ ਸੀ, ਪਰ ਅਸੀਂ ਵੀ ਬਹੁਤ ਦੁਖੀ ਹੋਏ ਪਏ ਹਾਂ ਜੀ। ਇਹਨਾਂ ਨੇ ਸਾਡੇ ਨਾਲ, ਅਸੀਂ 25 ਘੰਟੇ ਬੈਠੇ ਰਹੇ ਹਾਂ ਉਦੋਂ ਆਨਲਾਈਨ, ਪਰ ਸਾਡੀ ਟਿਕਟ ਨਹੀਂ ਬੁੱਕ ਹੋਈ। ਰਾਤ ਨੂੰ 1:30 ਵਜੇ ਸਾਨੂੰ ਸ਼ੋਅ ਹੋ ਰਿਹਾ ਸੀ ਕਿ ਤੁਹਾਨੂੰ ਟਿਕਟ ਮਿਲ ਰਹੀ ਹੈ $1995 ਦੀ। ਜਦੋਂ ਉਹ ਸਾਰਾ ਕੁਝ ਹੋ ਜਾਂਦਾ ਸੀ ਤੇ ਪੇਮੈਂਟ ਨਹੀਂ ਚੱਕਦੇ ਸੀ, ਫਿਰ ਅਸੀਂ ਉਹਨਾਂ ਨੂੰ ਦਿੱਲੀ ਕਾਲ ਕੀਤੀ ਤੇ ਉਹ ਕਹਿੰਦੇ ਜੀ ਇਹ ਤਾਂ ਟਿਕਟ ਹੀ ਹੈ ਨੀ ਗੀ, ਤੁਸੀਂ ਬਿਜ਼ਨਸ ਕਲਾਸ ਦੀ ਲੈ ਲਓ 2 ਲੱਖ ਵਾਲੀ। ਅਸੀਂ ਕਿਹਾ ਚਲੋ ਜੀ ਠੀਕ ਆ, ਉਹ ਲੈ ਲੈਂਦੇ ਹਾਂ। ਮੁੜ ਕੇ ਉਹ ਵੀ ਨਹੀਂ ਉਹਨਾਂ ਨੇ ਕੀਤਾ। ਤੇ ਹੁਣ ਮੁੜ ਕੇ ਸਾਨੂੰ ਦੂਜੇ ਦਿਨ ਅਸੀਂ ਕਾਲ ਕੀਤੀ ਤੇ ਸਾਡੇ ਨਾਲ ਦੇ ਫਰੈਂਡ ਨੇ ਲੈ ਲਈ ਏਜੰਟਾਂ ਤੋਂ। ਉਹ ਕਹਿੰਦੇ ਅਸੀਂ ਤਾਂ ਏਜੰਟਾਂ ਦੇ ਥਰੂ ਲਈ ਆ। ਹੁਣ ਅਸੀਂ 2 ਮਹੀਨੇ ਹੋ ਗਏ ਵੀਰ ਜੀ ਟੱਕਰਾਂ ਮਾਰਦੇ ਨੂੰ। ਨਹੀਂ, ਜਦ ਤੁਸੀਂ ਬਹਿਨੇ ਹੋ ਕੰਪਿਊਟਰ ਤੇ, ਕਿਹੜੀ 에ਅਰਲਾਈਨ ਦੀ ਬੁੱਕ ਕਰਨ ਲੱਗੇ ਸੀ? 에ਅਰ ਇੰਡੀਆ ਦੀ। ਅੱਛਾ, ਤੇ ਉਹ ਬੁੱਕ ਨਹੀਂ ਹੋਈ? ਸਵੇਰੇ 4 ਵਜੇ ਬਹਿ ਗਏ, ਕਿਉਂਕਿ ਕਹਿੰਦੇ ਸੀ ਨਾ ਵੀ 4:30 ਵਜੇ ਓਪਨ ਹੋਣੇ ਆਪਣੇ ਇੱਧਰ। ਅਸੀਂ ਬੈਠੇ ਰਹੇ ਵਾਰੀ ਟਰਨ ਬਾਈ ਟਰਨ, ਕਿਤੇ ਮੇਰੇ ਹਸਬੈਂਡ, ਕਿਤੇ ਮੈਂ। ਇੰਡੀਆ ਵੀ ਬੈਠੇ ਰਹੇ ਵੀ
ਕਿਤੇ ਨਾ ਕਿਤੇ ਹੋਊਗੀ। ਤੇ ਰਾਤ ਨੂੰ ਸਾਨੂੰ 1:30 ਵਜੇ ਸ਼ੋਅ ਹੋਈ ਦੂਸਰੇ ਦਿਨ। ਤੇ ਫਿਰ ਅਸੀਂ ਕਿਹਾ ਵੀ ਚਲੋ ਇੱਕ ਹੈਗੀ ਆ, ਆਪਾਂ ਵੀ ਕਰ ਲੈਂਦੇ ਆ। ਜਦੋਂ ਅਸੀਂ ਉਹਨੂੰ ਰਿਪਲਾਈ ਕਰਿਆ ਕਰੀਏ ਤੇ ਮੁੜ ਕੇ ਉਹ ਪੇਮੈਂਟ ਚੱਕਣ ਨਾ 1900 ਕੁਛ ਡਾਲਰ ਬਣਦੇ ਸੀ। 1,05,000 ਦੀ ਸ਼ੋਅ ਹੁੰਦੀ ਸੀ। 1,08,000 ਦੀ। ਮਿਲੀ ਨਹੀਂ ਜੀ, ਫਿਰ ਮਿਲੀ ਨਹੀਂ। ਤੇ ਹੁਣ ਬਾਅਦ ਚ ਦੂਸਰੇ ਦਿਨ ਸਾਡੇ ਇੱਕ ਹੋਰ ਫਰੈਂਡ ਸੀ, ਉਹਨਾਂ ਨੂੰ ਕਾਲ ਕੀਤੀ। ਉਹ ਕਹਿੰਦੇ ਅਸੀਂ ਤਾਂ ਲੈ ਲਈ, ਸਾਡਾ ਤਾਂ ਕੋਈ ਜਲੰਧਰ ਚ ਏਜੰਟ ਸੀ, ਅਸੀਂ ਤਾਂ ਉਹਨਾਂ ਦੇ ਥਰੂ ਲੈ ਲਈਆਂ। ਹਾਂਜੀ, ਹੁਣ ਤੁਸੀਂ ਦੇਖੋ, ਮੈਂ ਸਾਰੇ ਕਿਤੇ ਈਮੇਲ ਕਰਤੀ, ਜਿੰਨੇ ਇਮੀਗ੍ਰੇਸ਼ਨ ਮੰਤਰੀ ਸੀ ਉਹਨਾਂ ਨੂੰ ਕਰਤੀ। ਅਸੀਂ ਤਾਂ ਪਰਸੋਂ ਟੂਡੋ ਨੂੰ ਵੀ ਕਰਤੀ ਵੀ ਸਾਡਾ ਕੁਛ ਕਰੋ। ਮੇਰੇ ਫਾਦਰ ਇਕੱਲੇ ਉੱਥੇ ਰਹਿ ਗਏ, ਅਸੀਂ ਸਾਰੀ ਫੈਮਿਲੀ ਇੱਥੇ ਆ। ਤੇ ਉਹਨਾਂ ਨੂੰ ਹੁਣ ਦੇਖੋ ਵੀ ਸਾਨੂੰ 2 ਮਹੀਨੇ ਹੋ ਗਏ ਖੱਜਲ ਹੁੰਦਿਆਂ ਨੂੰ। ਸਾਤੋਂ ਇੱਕ ਗਲਤੀ ਹੋਈ ਵੀ ਸਾਤੋਂ ਸਰਵੇ ਨਹੀਂ ਹੋਏ। ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ? ਮੈਂ ਤਾਂ ਅੱਗੇ ਅਸੀਂ ਤਾਂ ਬਹੁਤ ਦੁਖੀ ਹੋਏ ਪਏ। ਇਹੀ ਵਿਸ਼ੇ ਤੇ ਕਰ ਰਹੇ ਹਾਂ ਜੀ। ਕੋਈ ਨਾ, ਆਪਾਂ ਇਸ ਤੇ ਕੋਈ ਕੰਮ ਕਰਦੇ ਹਾਂ ਜੀ ਸ਼ੁਰੂ। ਇਸ ਤਰ੍ਹਾਂ ਗੱਲ ਨਹੀਂ ਬਣਨੀ। ਧੰਨਵਾਦ, ਥੈਂਕ ਯੂ ਵੀਰ ਜੀ, ਸ਼ੇਅਰ ਕਰ ਦਿਓ ਤੁਸੀਂ। ਥੈਂਕ ਯੂ। ਸੈਮ ਜੀ, ਲਾਈਨ ਨੰਬਰ 4, ਤੁਸੀਂ ਏਅਰ ਤੇ ਹੋ। ਸਾਹਿਬ, ਜਿਹੜੀਆਂ ਕਾਲਾਂ ਆ ਰਹੀਆਂ ਇਹ ਤਾਂ ਆਮ ਬੰਦਾ ਇਹ ਸੁਣ ਕੇ ਹੋਰ ਤਰ੍ਹਾਂ ਹੋ ਜਾਂਦਾ। ਤੇ ਇਹ ਪੋਲੀਟੀਸ਼ੀਅਨ ਜਿਨ੍ਹਾਂ ਦੀ ਜ਼ਿੰਮੇਵਾਰੀ 'ਚ ਆ ਕਿ ਉਹਨਾਂ ਨੂੰ ਨਹੀਂ ਇਹ ਝੰਜੋੜਦੀਆਂ। ਆ ਲੋਕਾਂ ਨਾਲ ਹੋ ਕੀ ਰਿਹਾ? ਟੋਟਲ ਫੇਲੀਅਰ ਆਫ ਦ ਗਵਰਨਮੈਂਟ। ਇੰਡੀਆ ਵਰਗੇ ਕੰਟਰੀ, ਥਰਡ ਵਰਲਡ, ਜਿਹਨਾਂ ਨੂੰ ਅਸੀਂ ਮਾੜਾ ਕਹਿੰਦੇ, ਉਹ ਬਾਹਰੋਂ ਲੋਕਾਂ ਨੂੰ ਕੱਢ ਕੇ ਲੈ ਗਏ, ਆਪਣੇ ਸਟੂਡੈਂਟਾਂ ਨੂੰ ਵੀ ਲੈ ਗਏ ਜਿਹੜੇ ਜਾਣਾ ਚਾਹੁੰਦੇ। ਔਰ ਅਸੀਂ ਯਾਰ ਇੱਡਾ ਗਵਰਨਮੈਂਟ ਹੁਣ ਬੇਲ ਆਊਟ ਕਰਨ ਤੁਰ ਪਊਗੀ ਥੋੜੇ ਟਾਈਮ ਤੇ। ਦੇਖਿਓ ਇਹ ਕਰਦੇ ਕੀ ਆ। ਇੰਨੀ ਫਲੀਟ ਹੈ ਸਾਡੇ ਕੋਲ, ਕੁਛ ਜਹਾਜ਼ ਨਹੀਂ ਲਾ ਸਕਦੇ, ਬੰਦਿਆਂ ਨੂੰ ਕੱਢਣ ਨੂੰ ਤਾਂ ਲਾ ਸਕਦੇ। ਜੇ ਨਹੀਂ ਤੇ ਇਹਨਾਂ ਦੇ ਕੁਛ ਅਜਿਹੇ ਹੋਣੇ ਜਹਾਜ਼ ਜਿਹੜੇ ਕਿ ਇਹਨਾਂ ਨਾਲ ਚਾਰਟਰ ਚੱਲਦੇ ਹੋਣੇ ਆ, ਜਿਹੜੇ ਗਵਰਨਮੈਂਟ ਦੇ ਥਰੂ ਜਾਂਦੇ ਹੋਣੇ ਆ, ਜਿੰਨੇ ਲੋਕਾਂ ਨੂੰ ਕੱਢ ਕੇ ਲਿਆਓ ਜਿਹੜੇ ਆਉਣਾ ਚਾਹੁੰਦੇ। ਜਿਹੜੇ ਨਹੀਂ ਆਉਣਾ ਚਾਹੁੰਦੇ ਠੀਕ ਆ। ਆਹ ਤਾਂ ਬਹੁਤ ਵੱਡਾ ਮਾੜਾ ਕੰਮ ਹੈ ਜਿਹੜਾ ਲੋਕਾਂ ਨਾਲ ਸਕੈਮ ਹੋ ਰਿਹਾ। ਦੇਖੋ ਇਹ ਰੌ ਸ਼ੋ ਚੱਲਦਾ, ਇਹ 'ਚ ਅਨਐਡੀਟਿੰਗ ਆ, ਕੋਈ ਐਡੀਟਿੰਗ ਨਹੀਂ ਹੈਗੀ। ਇਹ ਸੁਣਦੇ ਆ ਤੇ ਇਹਨਾਂ ਨੂੰ ਕੰਨ ਖੜੇ ਕਰਨੇ ਚਾਹੀਦੇ, ਕਿਉਂਕਿ ਐਸੇ ਕੁਐਸਚਨ ਹੁਣ ਗਾਂ ਆਪਾਂ ਕਰਾਂਗੇ ਜ਼ਰੂਰ ਇਹਨਾਂ ਨੂੰ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੀਰ ਜੀ। ਜਿਨ੍ਹਾਂ ਤੱਕ ਭੈਣ ਜੀ, ਲਾਈਨ ਨੰਬਰ 5, ਲੋਕ ਬਹੁਤ ਦੁਖੀ ਨੇ। ਤੁਸੀਂ ਕੰਟੀਨਿਊ ਕੰਮ ਕਰ ਰਹੇ ਹੋ, ਇਨਫੋਰਮੇਸ਼ਨ ਪਾਉਂਦੇ ਰਹਿੰਦੇ ਹੋ ਵੀ KLM ਦੀ ਆ ਰਹੀ ਹੈ, ਫਰਾਂਸ ਦੀ, 에ਅਰ ਇੰਡੀਆ ਦੀ ਆ ਰਹੀ ਹੈ। ਤੁਹਾਡੇ ਕੋਲ ਮੇਥੋਂ ਵੱਧ ਲੋਕ ਫੋਨ ਕਰਦੇ ਆ। ਤੁਸੀਂ ਦੱਸੋ ਜੀ ਲੋਕਾਂ ਨੂੰ ਹੁਣ ਸਿਚੁਏਸ਼ਨ ਕੀ ਹੈ? ਵੀਰ ਜੀ, ਸਿਚੁਏਸ਼ਨ ਤਾਂ ਇਹ ਆ ਕਿ ਥੱਕ ਗਏ ਆ। 3.5 ਮਹੀਨੇ ਹੋ ਗਏ ਇਹੀ ਕੁਝ ਕਰਦਿਆਂ ਨੂੰ, ਦਿਨ ਰਾਤ ਆਪਣਾ ਕੰਮ, ਘਰ ਬਾਰ ਸਭ ਕੁਝ ਛੱਡ ਕੇ ਤੇ ਲੱਗੇ ਹੋਇਆ। ਪਰ ਸਾਡੀ ਗਵਰਨਮੈਂਟ ਨੂੰ ਜਾਂ ਤਾਂ ਸਮਝ ਨਹੀਂ ਆ ਰਹੀ ਜਾਂ ਇਹ ਨਿਕੰਮੇ ਹੀ ਇੰਨੇ ਕਿ ਨੇ ਕਿ ਇਹ ਕੁਝ ਕਰਨਾ ਹੀ ਨਹੀਂ ਚਾਹੁੰਦੇ ਹੈਗੇ। ਮੈਂ ਇਹਨਾਂ ਨੂੰ ਮਿੰਨਤਾਂ ਕਰ ਹਟੀਆਂ ਕਿ ਤੁਸੀਂ ਜੀ KLM ਤੇ 에ਅਰ ਫਰਾਂਸ ਨੂੰ ਕੈਨੇਡੀਅਨ ਹਾਈ ਕਮਿਸ਼ਨ ਤੋਂ ਇੱਕ ਰਿਕੁਐਸਟ ਲੈਟਰ ਭੇਜੋ ਕਿ ਉਹ PR, ਸਾਰੇ ਸਾਡੇ PRs ਨੂੰ ਅਲਾਉ ਕਰ ਦੇਣ ਆਉਣ ਲਈ। ਮੈਨੂੰ ਉਹਦਾ ਜਵਾਬ ਕੀ ਮਿਲਿਆ ਕਿ ਤੁਸੀਂ ਸਾਨੂੰ KLM ਤੋਂ ਲੈਟਰ ਲੈ ਕੇ ਦਿਓ ਕਿ ਉਹਨਾਂ ਨੂੰ ਇੱਕ ਰਿਕੁਐਸਟ ਲੈਟਰ ਚਾਹੀਦੀ ਆ। ਇਹਨਾਂ ਨੂੰ ਕੋਈ ਪੁੱਛੇ ਕਿ ਉਹ ਜਿਹੜੇ ਫਸੇ ਹੋਏ ਨੇ ਉਹ ਨੈਦਰਲੈਂਡ ਜਾਂ ਫਰਾਂਸ ਦੇ ਸਿਟੀਜ਼ਨ ਨੇ ਵੀ KLM ਤੁਹਾਤੋਂ ਰਿਕੁਐਸਟ ਮੰਗੇ, ਕੀ ਤੁਸੀਂ ਉਹਨਾਂ ਨੂੰ ਆਪਣੇ 에ਅਰ ਕੈਨੇਡਾ ਤੇ ਲੈ ਕੇ ਆ ਰਹੇ ਹੋ ਬੰਦਿਆਂ ਨੂੰ ਵੀ ਉਹ ਰਿਕੁਐਸਟ ਕਰਨ? ਰਿਕੁਐਸਟ ਸਾਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਉਹ ਸਿਟੀਜ਼ਨਸ ਨੇ। ਉਹਦੇ ਵਿੱਚ ਜੀ ਮੈਨੂੰ ਮਹੀਨਾ ਹੋ ਗਿਆ, ਉਹਦਾ ਕੋਈ ਰਿਸਪੌਂਸ ਨਹੀਂ ਔਰ ਕਿਸੇ ਨੇ ਉਹਦੇ ਵਿੱਚ ਕੁਛ ਨਹੀਂ ਕੀਤਾ। ਜਿਹੜੀ ਜੀ 에ਅਰ ਇੰਡੀਆ ਦੀ ਟਿਕਟ ਆ, ਉਹ ਜੋ ਸਾਨੂੰ ਪਤਾ ਲੱਗਿਆ ਉਹ 1,07,000 ਦੀ ਸੀਗੀ ਆਨਲਾਈਨ, ਔਰ ਉਹ ਟਿਕਟ ਇੰਡੀਅਨ ਏਜੰਟਸ ਨੇ ਚੱਕੀਆਂ। ਔਰ ਉਹ ਟਿਕਟ ਇੱਕ ਮੈਨੂੰ ਕਿਸੇ ਨੇ ਭੇਜਿਆ, ਉਹਨਾਂ ਨੇ 1,80,000 ਉਹਦਾ ਪੇ ਕੀਤਾ ਟਿਕਟ ਦਾ। ਵੀ ਇਹ ਵੀ ਸਾਨੂੰ ਪੰਜਾਬੀਆਂ ਨੂੰ, ਕਿਉਂਕਿ ਜ਼ਿਆਦਾ ਪੰਜਾਬੀ ਫਸੇ ਹੋਇਆ, ਪੰਜਾਬੀਆਂ ਨੂੰ ਫਸਿਆ ਹੋਇਆ ਨੂੰ ਨਾ ਇੱਥੇ ਨੇ ਤਾਂ ਪੁੱਛਣਾ ਹੀ ਨਹੀਂਗਾ, ਤੇ ਹੁਣ ਇੰਡੀਆ ਵਾਲੇ ਵੀ ਸਾਨੂੰ ਖਾਣ ਲੱਗ ਗਏ ਨੇ। ਉਹੀ ਗੱਲ ਜੀ, ਆ ਕਤਰ ਵਾਲੀਆਂ 2 ਫਲਾਈਟਾਂ ਦੇਖੋ ਜੀ, ਸ਼ਰੇਆਮ ਅਸੀਂ ਵੋਲੰਟੀਅਰ ਗਰੁੱਪ ਕਹਿੰਦੇ ਆ ਕਿ 2 ਮਰਡਰ ਹੋਏ ਤੇ ਇੱਕ ਉਸ ਸ਼ਹੀਦੀ, ਮੈਂ ਤਾਂ ਉਹਨਾਂ ਨੂੰ ਸ਼ਹੀਦ ਹੀ ਕਹੂੰਗੀ ਕਿ ਇੱਕ ਉਸ ਸ਼ਹੀਦੀ ਦੀ ਸਾਨੂੰ ਇੱਕ ਫਲਾਈਟ ਮਿਲੀ ਸੀ, ਜਿਹਦੇ ਵਿੱਚ ਅਸੀਂ ਇਹਨਾਂ ਨੂੰ ਫੇਰ ਕਿਹਾ ਸੀ ਕਿ ਤੁਸੀਂ ਪ੍ਰਾਇਓਰਟਾਈਜ਼ ਕਰੋ ਜਿਹੜੇ ਸਾਡੇ ਬਜ਼ੁਰਗ ਫਸੇ ਹੋਏ ਨੇ ਜਾਂ ਬੱਚਿਆਂ ਵਾਲੇ ਫਸੇ ਹੋਏ ਨੇ, ਉਹਨਾਂ ਲਈ ਸਪੈਸ਼ਲ ਬੁਕਿੰਗ ਖੋਲ ਦਿਓ ਥੋੜੇ ਘੰਟੇ ਪਹਿਲਾਂ ਜਾਂ ਇੱਕ ਦਿਨ ਪਹਿਲਾਂ, ਤੇ ਬਾਕੀ ਜਿਹੜੀਆਂ ਸੀਟਾਂ ਬਚਣਗੀਆਂ ਉਹ ਚਾਹੇ ਤੁਸੀਂ ਆਨਲਾਈਨ ਕਰ ਦਿਓ। ਉਹਦੇ 'ਚ ਵੀ ਜੀ ਇਹਨਾਂ ਨੇ ਕੁਛ ਨਹੀਂ ਕੀਤਾ। ਇਹ ਕਿਸੇ ਦੀ ਤਾਂ ਸਲਾਹ ਮੰਨਦੇ ਹੀ ਨਹੀਂ। ਔਰ ਉਸ ਸਵੇਰ ਦੀ ਜੀ ਤੁਸੀਂ ਯਕੀਨ ਨਹੀਂ ਕਰਨਾ, 10 ਮਿੰਟ ਦੇ ਵਿੱਚ 2 ਫਲਾਈਟਾਂ ਬੁੱਕ ਹੋ ਗਈਆਂ ਜੀ ਕਤਰ ਵਾਲੀਆਂ,
ਕਿਉਂਕਿ ਉਹ ਜਿਹੜਾ ਕੋਡ ਸੀਗਾ ਉਹ ਕਿਸੇ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਤਾ, ਔਰ ਜਿਹੜੇ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਟੈਕ ਸੈਵੀ ਲਾ ਲਓ ਤੁਸੀਂ, COPR ਜਾਂ ਵਰਕ ਪਰਮਿਟ ਜਾਂ ਜੋ ਵੀ ਸੀਗੇ, ਉਹਨਾਂ ਨੇ ਚੱਕ ਕੇ ਜੀ ਉਹ ਬੁੱਕ ਕਰਵਾ ਲੀਆਂ। ਸਾਡੇ ਬਜ਼ੁਰਗ ਫੇਰ ਉੱਥੇ ਦੀ ਉੱਥੇ ਫਸੇ ਹੋਏ ਨੇ। ਸਮਝ ਨਹੀਂ ਲੱਗ ਰਹੀ ਜੀ ਕਿਹਨੂੰ ਕਹੀਏ ਤੇ ਕਿਹਨੂੰ ਫੜੀਏ। ਵੀ ਆਰ ਬਿਯੋਂਡ ਵਰਡਸ, ਸਾਨੂੰ ਕੁਝ ਨਹੀਂ ਸਮਝ ਆ ਰਹੀ। ਜਦ ਇਹ ਹੋਇਆ ਜੀ ਮੇਰਾ ਫੋਨ ਨਾਨ ਸਟਾਪ ਵੱਜ ਰਿਹਾ, ਮੈਂ ਸਵੇਰ ਦਾ ਚਾਹ ਕੱਪ ਨਹੀਂ ਪੀਤਾ, ਲੋਕਾਂ ਨੂੰ ਇਹੀ ਹੌਸਲਾ ਦੇ ਰਹੇ ਕਿ ਘਬਰਾਓ ਨਾ, ਘਬਰਾਓ ਨਾ, ਪਰ ਉਹਨਾਂ ਨੂੰ ਹੌਸਲਾ ਵੀ ਕੀ ਦਈਏ ਕਿਉਂਕਿ ਉਹਨਾਂ ਲਈ ਰਸਤੇ ਹੀ ਬੰਦ ਹੋਣੇ ਸ਼ੁਰੂ ਹੋ ਗਏ ਆ ਜੀ। ਇੰਡੀਆ ਨੰਬਰ 6 ਪਿਛਲੇ ਹਫ਼ਤੇ। ਮੈਨੂੰ ਇਹ ਦੱਸੋ, ਜਿਹੜੀ 에ਅਰ ਇੰਡੀਆ ਦੀ ਫਲਾਈਟਸ ਨੇ, 에ਅਰ ਇੰਡੀਆ ਦੀਆਂ ਫਲਾਈਟਸ ਜਦ ਉੱਥੋਂ 70-80 ਫਲਾਈਟਸ ਉਹ ਸ਼ਰੇਆਮ ਲੈ ਕੇ ਆ ਰਹੇ ਨੇ, ਇੱਥੋਂ ਦਾ ਕੋਈ ਉਹ 'ਚ ਵਾਪਸ ਨਹੀਂ ਜਾਂਦਾ, ਝੂਠ ਬੋਲ ਰਹੇ ਨੇ, ਕੋਈ ਲੋਕ ਨਹੀਂ ਵਾਪਸ ਜਾ ਰਹੇ। ਇਹ ਜਦ 70-80 ਫਲਾਈਟਸ ਨੇ ਉਹ ਲਾ ਕੇ ਉਹਨੂੰ ਟੋਰਾਂਟੋ ਲਾ ਦਿੰਦੇ ਨੇ, 1.5 ਲੱਖ ਦੀ ਫਲਾਈਟ ਅੱਗੇ, 500 ਦੀਆਂ ਹੋਰ ਅੱਗੇ। ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਜਿਹੜੇ 에ਅਰਪੋਰਟ ਤੋਂ 에ਅਰ ਇੰਡੀਆ ਦੇ ਜਹਾਜ਼ ਉੱਡ ਸਕਦੇ ਨੇ, ਤਾਂ ਇਹਨਾਂ ਦੇ ਉੱਥੋਂ ਕਿਉਂ ਨਹੀਂ ਜਹਾਜ਼ ਉੱਡ ਸਕਦੇ 에ਅਰ ਕੈਨੇਡਾ? ਦੇਖੋ ਜੀ, ਇਹਨਾਂ ਨੇ ਉਡਾਉਣੇ ਹੀ ਨਹੀਂ ਗਏ ਕਿਉਂਕਿ 80% ਜਿਹੜੇ 70 ਤੋਂ 80% ਲੋਕ ਜਿਹੜੇ ਪੰਜਾਬ 'ਚ ਬੈਠੇ ਆ, ਖਾਸ ਕਰਕੇ ਸਾਡੇ ਬਜ਼ੁਰਗ, ਉਹ 에ਅਰ ਕੈਨੇਡਾ ਦੀਆਂ ਟਿਕਟਾਂ ਲੈ ਕੇ ਗਏ ਹੋਇਆ ਕਿਉਂਕਿ ਉਹ ਸਿੱਧੀਆਂ ਫਲਾਈਟਾਂ ਸੀ। ਜੇ ਇਹ ਉਹਨਾਂ ਨੂੰ ਲੈ ਕੇ ਆਉਂਦਾ ਫਿਰ ਸਾਡੇ ਵਰਗੇ ਬੋਲਣ ਵਾਲਿਆਂ ਨੇ ਕਹਿਣਾ ਜੀ ਇਹਨਾਂ ਨੂੰ ਉਸੇ ਟਿਕਟ ਦੇ ਵਿੱਚ ਲੈ ਕੇ ਆਓ, ਐਡਜਸਟ ਕਰੋ ਇਹਨਾਂ ਦੀ ਟਿਕਟ, ਇਹਨਾਂ ਨੂੰ ਫਿਰ ਉਹਦੇ 'ਚ ਘੱਟ ਆ। ਇਹ ਤਾਂ ਮੈਂ ਤੁਹਾਨੂੰ 1.5 ਮਹੀਨਾ ਪਹਿਲਾਂ ਦੱਸਦਾ ਸੀਗਾ ਕਿ 에ਅਰ ਕੈਨੇਡਾ ਨੇ ਅਗਸਤ ਤੱਕ ਨਹੀਂ ਫਲਾਈਟਾਂ ਚਲਾਉਣੀਆਂ ਕਿਉਂਕਿ ਉਹਨਾਂ ਨੇ ਚਾਰਟਰ ਕੰਪਨੀਆਂ ਨੂੰ ਲੈਟਰਸ ਪਾ ਚੁੱਕੇ ਸੀ 에ਅਰ ਕੈਨੇਡਾ ਵਾਲੇ। ਉਹਨਾਂ ਨੇ ਪਬਲਿਕਲੀ ਇਹ ਗੱਲ ਬਾਅਦ ਵਿੱਚ ਕਹੀ ਆ। ਜਿਹੜੀ ਜੀ ਇਹ ਸਾਨੂੰ ਬੇਵਕੂਫ ਬਣਾ ਰਹੇ ਆ ਕਹਿ ਕੇ ਜੀ ਕਿ ਲੌਜਿਸਟਿਕ ਰੀਜ਼ਨ ਕਰਕੇ ਜੀ ਵੈਨਕੂਵਰ ਫਲਾਈਟ ਨਹੀਂ ਆ ਸਕਦੀ। ਕਿਉਂ ਨਹੀਂ ਆ ਸਕਦੀ ਵੈਨਕੂਵਰ ਫਲਾਈਟ? ਜੇ ਸਾਡੀਆਂ ਵੋਲੰਟੀਅਰ ਫਲਾਈਟਾਂ 8 ਫਲਾਈਟਾਂ ਦੇ ਵਿੱਚੋਂ 4 ਦੀ ਟੋਰਾਂਟੋ ਦੀ ਸਾਨੂੰ 에ਅਰਪੋਰਟ ਅਥਾਰਟੀ ਪਰਮਿਸ਼ਨ ਦੇ ਸਕਦੀ ਆ ਤੇ 4 ਦੀ ਵੈਨਕੂਵਰ ਦੀ ਦੇ ਸਕਦੀ ਸੀ 에ਅਰ ਸਪੇਸ ਬੰਦ ਹੋਣ ਜੀ। ਇਹ ਗਵਰਨਮੈਂਟ ਨੂੰ ਕਿਉਂ ਨਹੀਂ ਪਰਮਿਸ਼ਨ ਮਿਲਦੀ? ਜਾਂ ਇਹ ਪਰਮਿਸ਼ਨ ਤਾਂ ਕੈਨੇਡੀਅਨ ਗਵਰਨਮੈਂਟ ਨੇ ਦੇਣੀ ਹੈ। ਇਹਦੇ 'ਚ ਇੰਡੀਆ ਦਾ ਕੋਈ ਇਲਾਕਾ ਦੇਖਾ ਨਹੀਂ ਕਿ 에ਅਰ ਕੈਨੇਡਾ ਦੀ ਫਲਾਈਟ ਕਿੱਥੇ ਆ ਕੇ ਉਤਰਦੀ ਆ। ਇਹ ਸਿਰਫ ਜੀ 에ਅਰ ਕੈਨੇਡਾ ਨੂੰ ਪ੍ਰਮੋਟ ਕਰਨ ਲਈ, 에ਅਰ ਕੈਨੇਡਾ ਨੂੰ ਪੈਸੇ ਬਣਵਾਉਣ ਲਈ ਇਹ ਸਟੰਟ ਖੇਡਿਆ ਗਿਆ ਸਾਰਿਆਂ ਦੇ ਨਾਲ ਕਿ ਸਾਰੀਆਂ ਫਲਾਈਟਾਂ ਟੋਰਾਂਟੋ ਆਉਣਗੀਆਂ ਔਰ ਸਿਰਫ 에ਅਰ ਕੈਨੇਡਾ ਹੀ ਆ ਜਿਹੜੀ ਟੋਰਾਂਟੋ ਤੋਂ ਕਨੈਕਟਿੰਗ ਫਲਾਈਟ ਕਰ ਰਹੀ ਆ। ਮੈਂ ਜੀ ਕੁਲਦੀਪ ਸਿੰਘ ਦੀ ਫਲਾਈਟ ਕਰਵਾਈ ਸੀ, ਮੈਨੂੰ ਕਿਉਂਕਿ KLM ਦਾ ਪਤਾ ਸੀ ਵੀ ਉਹਨਾਂ ਦਾ ਹੁਣ ਸ਼ਡਿਊਲ ਕੀ ਚੱਲ ਰਿਹਾ। ਮੈਂ ਉਹਨਾਂ ਦੀ 2 ਹਫ਼ਤੇ ਪਹਿਲਾਂ 에ਅਰ ਕੈਨੇਡਾ ਦੀ ਫਲਾਈਟ ਕਰਵਾਈ ਸੀਗੀ ਤੇ $632 ਸੀ ਉਸ ਟਾਈਮ। ਉਹੀ ਫਲਾਈਟ ਹੁਣ ਕਿਸੇ ਨੇ ਬੁੱਕ ਕਰਵਾਈ ਆ ਕੱਲ ਵਾਸਤੇ, 1150 ਦੀ ਉਹਨਾਂ ਨੂੰ ਫਲਾਈਟ ਮਿਲੀ ਆ। ਸੇਮ ਫਲਾਈਟ ਜੀ, ਟੋਰਾਂਟੋ ਤੋਂ ਵੈਨਕੂਵਰ। ਹਾਂਜੀ, $1132 ਦੀ ਟੋਰਾਂਟੋ ਤੋਂ ਵੈਨਕੂਵਰ। ਅੱਜ ਫੇਰ ਪਬਲਿਕ ਨੂੰ ਸ਼ਰੇਆਮ ਕਹਿ ਰਹੇ ਆ ਕਿ ਭਾਈ ਜੇ ਤੁਸੀਂ ਹੁਣ ਵੀ ਨਾ ਬੋਲੇ ਨਾ ਤੇ ਇਹ ਪੰਜਾਬ 'ਚ ਤਾਂ ਜੋ ਤੁਹਾਡਾ ਹਾਲ ਹੈਗਾ ਹੀ ਆ, ਪਰ ਤੁਹਾਡਾ ਇੱਥੇ ਕੈਨੇਡਾ 'ਚ ਵੀ ਉਹੀ ਹਾਲ ਹੋ ਜਾਣਾ ਕਿਉਂਕਿ ਤੁਸੀਂ ਆਪਣੇ ਹੱਕਾਂ ਲਈ ਨਹੀਂ ਖੜਦੇ। ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਕਿ ਜੇ ਤੁਸੀਂ ਨਹੀਂ ਪਬਲਿਕਲੀ ਬੋਲਣਾ, ਸਾਨੂੰ ਆਪਣੀ ਇੱਕ ਵੀਡੀਓ 3-4 ਮਿੰਟ ਦੀ ਬਣਾ ਕੇ ਭੇਜੋ, ਅਸੀਂ ਤੁਹਾਡੀ ਵੀਡੀਓ ਸ਼ੇਅਰ ਕਰਦੇ ਹਾਂ, ਅਸੀਂ ਤੁਹਾਡੀ ਆਵਾਜ਼ ਅੱਗੇ ਲੈ ਕੇ ਜਾਂਦੇ ਹਾਂ। ਪਰ ਕੋਈ ਬੋਲੇ ਤਾਂ ਸਹੀ। ਔਰ ਡਰ ਕੀ ਆ ਲੋਕਾਂ ਨੂੰ? ਅਸੀਂ ਜੇ ਇੰਡੀਆ ਬੈਠੇ ਤੁਹਾਨੂੰ ਕੁਝ ਭੇਜਾਂਗੇ, ਇਹਨਾਂ ਨੇ ਸਾਡਾ ਕੈਨੇਡਾ ਆਉਣਾ ਬੰਦ ਕਰ ਦੇਣਾ। ਇੰਨਾ ਗੁੰਡਾਗਰਦੀ ਤੋਂ ਡਰ ਰਿਹਾ ਜੀ ਇਹ ਤਾਂ ਜੀ ਬਹੁਤ ਫਿਰ ਧੱਕਾ। $1100 ਦੀ ਤੁਹਾਡੀ, ਔਰ ਕੋਈ ਰਸ਼ ਆਵਰ ਨਹੀਂ, ਕੋਈ ਲੋਕ ਫਲਾਈ ਨਹੀਂ ਕਰ ਰਹੇ, ਕੋਈ ਸਮਰ ਸੀਜ਼ਨ ਨਹੀਂ, ਪੀਕ ਦਾ ਕੋਈ ਸੀਜ਼ਨ ਨਹੀਂ ਚੱਲ ਰਿਹਾ। ਇਹ ਤੋਂ ਵੱਧ ਧੱਕਾ ਕੀ ਹੋ ਸਕਦਾ? ਜ਼ੁਲਮ ਨਹੀਂ? $1100 ਦੀ ਟੋਰਾਂਟੋ ਤੋਂ ਵੈਨਕੂਵਰ ਦੀ ਟਿਕਟ। ਉਹੀ ਹੈ ਜੀ ਇਹਨਾਂ ਨੂੰ। ਔਰ ਫਿਰ ਵੀਰ ਜੀ ਅਸੀਂ ਇਹਨਾਂ ਨੂੰ ਪੰਜਾਬ TV ਤੇ ਬੜੀ ਓਪਨਲੀ ਇਨਵਾਈਟ ਕੀਤਾ ਆਪਣੇ MPs ਨੂੰ, ਜਿਹਦੇ ਵਿੱਚ ਅਸੀਂ ਸਾਰੇ MPs ਨੂੰ ਕੀਤਾ ਸੀ, ਕੋਈ ਵੀ ਨੈਸ਼ਨੈਲਿਟੀ ਦਾ ਹੋਵੇ, ਕਿ ਸਾਡੇ ਨਾਲ ਆ ਕੇ ਇੱਕ ਲਾਈਵ ਕੁਐਸਚਨ ਐਂਡ ਆਨਸਰ ਪੀਰੀਅਡ ਰੱਖੋ ਸਾਡੇ ਵੋਲੰਟੀਅਰ ਗਰੁੱਪ ਦੇ ਨਾਲ। ਸਾਡੇ ਕੁਐਸਚਨਸ ਦਾ ਤੁਸੀਂ ਸਾਨੂੰ ਜਵਾਬ ਦਿਓ, ਪਬਲਿਕ ਨੂੰ ਜਵਾਬ ਦਿਓ। ਇਹਨਾਂ ਤੋਂ ਜੀ ਇਹਨਾਂ ਨੇ ਕਿਸੇ ਨੇ ਕੁਲਵਿੰਦਰ ਸ਼ੀਨਾ ਨੂੰ ਰਿਸਪੌਂਸ ਨਹੀਂ ਕੀਤਾ, ਕੋਈ ਨਹੀਂ ਆਇਆ ਮੁਰੇ ਜੀ। ਸੋ ਇਹ ਗੱਲ ਇਹਦਾ ਹੁਣ ਹੱਲ ਕੀ ਹੈ? ਅੱਛਾ ਭੈਣ ਜੀ, ਅਪਰੋਕਸੀਮੇਟ ਹੁਣ ਕਿੰਨੇ ਕੁ PR ਬਜ਼ੁਰਗ ਨੇ ਜਿਹੜੇ ਤੁਸੀਂ ਸੋਚ ਰਹੇ ਪੰਜਾਬ 'ਚ ਬੈਠੇ ਹੋਣਗੇ? ਵੀਰ ਜੀ ਦੇਖੋ, ਜੇ ਤਾਂ ਇਹਨਾਂ ਦੇ ਨੰਬਰਾਂ ਦੇ ਹਿਸਾਬ ਨਾਲ ਹੀ ਚੱਲੀਏ ਵੀ 4000 ਕੈਨੇਡੀਅਨ ਇੰਡੀਆ ਫਸਿਆ ਹੋਇਆ ਸੀ, ਆਪਾਂ ਤਾਂ ਸਾਰਾ ਇੰਡੀਆ ਲੈ ਕੇ ਚੱਲੋ, ਠੀਕ ਹੈ ਨਾ। ਤੇ ਫਿਰ 27000 ਇਹਨਾਂ ਦੇ ਰੋਕਾ ਤੇ ਰਜਿਸਟਰ ਹੋਇਆ ਸੀ ਪਹਿਲੀ ਵਾਰੀ।
ਤੇ ਤੁਸੀਂ ਮੇਰੇ ਹਿਸਾਬ ਦੇ ਨਾਲ ਤੁਸੀਂ ਲਾ ਲਓ ਵੀ ਜੇ ਅੱਧੇ ਵੀ 20,000 ਵੀ ਸਾਰੀਆਂ ਫਲਾਈਟਾਂ 'ਚ ਆ ਗਏ ਹੋਣੇ ਆ ਤੇ ਫੇਰ ਵੀ ਹਜੇ ਸਾਡੇ 20,000 ਉੱਥੇ ਫਸੇ ਹੋਏ ਨੇ। ਜਿਹੜੀ ਆਪਣੇ ਕੋਲ ਹੁਣ ਆਪਾਂ ਦੁਬਾਰਾ ਰਜਿਸਟ੍ਰੇਸ਼ਨ ਲੋਕਾਂ ਦੀ ਸ਼ੁਰੂ ਕਰਵਾਇਆ ਉਹਦੇ ਵਿੱਚ ਆਪਣੇ ਕੋਲ PR ਤੇ ਹਾਲਾਂਕਿ ਕੈਨੇਡੀਅਨ ਸਿਟੀਜ਼ਨ ਵੀ ਫਸੇ ਹੋਏ ਨੇ। ਮੇਰੇ ਕੋਲ ਬਕਾਇਦਾ ਲਿਸਟ ਹੈ ਜਿਹਦੇ ਵਿੱਚ ਬੱਚੇ ਵੀ ਨੇ ਕੈਨੇਡੀਅਨ ਸਿਟੀਜ਼ਨ ਜੋ ਫਸੇ ਹੋਏ ਨੇ ਹਜੇ ਤੱਕ। ਤੇ ਉਹ ਆਪਣੇ ਕੋਲ ਮੈਨੂੰ ਲੱਗਦਾ ਜੀ 2000 ਤੋਂ ਉੱਪਰ ਦੀ ਲਿਸਟ ਹੈ ਜਿਹੜੀ ਸਿਰਫ ਇੱਕ ਫੇਸਬੁੱਕ ਪੇਜ ਤੇ ਮੈਂ ਪਾਇਆ ਸੀ ਕਿ ਇੱਥੇ ਜਾ ਕੇ ਜੀ ਆਪਣੀ ਰਜਿਸਟਰੀ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਤੁਸੀਂ ਕਿੰਨੇ ਫਸੇ ਹੋਏ ਆ। ਪਰ ਗੱਲ ਤਾਂ ਵੀਰ ਜੀ ਇਹ ਆ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਫੋਨ ਤੇ WhatsApp ਕਾਲ ਨਹੀਂ ਕਰਨੀ ਆਉਂਦੀ, ਵੀਡੀਓ ਕਾਲ ਨਹੀਂ ਕਰਨੀ ਆਉਂਦੀ। ਉਹ ਜਾ ਕੇ ਕਿੱਥੇ ਇਹ ਕੋਡ ਭਰ ਲੈਣਗੇ ਤੇ ਕਿੱਥੇ ਆਨਲਾਈਨ ਉਹ ਬੁਕਿੰਗ ਕਰ ਲੈਣਗੇ। ਮੇਰੇ ਕੋਲ ਜੀ ਵੀਡੀਓ ਆ, ਮੈਂ ਅੱਜ ਸੋਸ਼ਲ ਮੀਡੀਆ ਤੇ ਪਾਉਂਗੀ ਜੀ। ਇਹ 82 ਸਾਲ ਦੀ ਗੋਰੀ ਆ ਟੋਰਾਂਟੋ ਤੋਂ ਜਿਹਨੇ ਐਕਸਪਲੇਨ ਕੀਤਾ ਕਿ ਉਹ ਇਹ ਆਨਲਾਈਨ ਪ੍ਰੋਸੈਸ ਨਹੀਂ ਸੀ ਫੋਲੋ ਕਰ ਸਕੀ ਜਿਹੜਾ ਇਹ ਸੋਚਦੇ ਆ ਕਿ ਸਾਡੇ ਪੰਜਾਬੀ ਬਜ਼ੁਰਗ ਕਰਨਗੇ। ਹਾਲਾਂਕਿ ਉਹਦੀ ਭਾਸ਼ਾ ਇੰਗਲਿਸ਼ ਆ, ਇੰਗਲਿਸ਼ ਬੋਲਦੀ ਆ, ਲਿਖਦੀ ਆ, ਪੜ੍ਹਦੀ ਆ। ਟੋਟਲੀ ਜੀ ਸਾਨੂੰ ਕਰਨਾ ਪਵੇਗਾ, ਹੋਰ ਕੁਝ ਨਹੀਂ ਗਾ ਹੈਗਾ। ਹੋਰ ਸਾਡੇ 11 ਮੌਤਾਂ ਹੋ ਚੁੱਕੀਆਂ ਨੇ ਪੰਜਾਬ 'ਚ। ਕਿੰਨੀਆਂ ਜੀ? 11 ਮੌਤਾਂ ਹੋ ਚੁੱਕੀਆਂ ਨੇ ਔਰ 3 ICU ਦੇ ਵਿੱਚ ਨੇ ਹਜੇ। ਜਿਹੜੇ 2 ਕਤਲ ਤੋਂ ਬਿਨਾਂ? 2 ਕਤਲ ਤੋਂ ਬਿਨਾਂ, ਹਾਂਜੀ। ਇਹ ਕਿਹਨਾਂ ਦੀਆਂ ਮੌਤਾਂ ਹੋਈਆਂ ਜੀ? ਬਿਮਾਰੀ ਨਾਲ? ਬਜ਼ੁਰਗਾਂ ਦੀਆਂ? ਤਿੰਨ ਤਾਂ ਉਹਨਾਂ ਦੇ ਵਿੱਚੋਂ ਜੀ ਹੀਟ ਸਟ੍ਰੋਕ ਦੇ ਨਾਲ ਹੋਈਆਂ ਨੇ, ਗਰਮੀ ਦੀ ਵਜ੍ਹਾ ਨਾਲ। 2 ਮਰਡਰ ਹੋ ਗਏ। ਤੇ ਜਿਹੜੇ ICU 'ਚ ਕਿਉਂਕਿ ਲੋਕਾਂ ਨੂੰ ਦੇਖੋ, ਇੱਕ ਬਜ਼ੁਰਗ ਹੋਰ ਨੇ ਕਤਰ 에ਅਰਵੇ ਫਲਾਈਟ ਤੇ 13 ਦੀ ਫਲਾਈਟ ਤੇ ਉਹਨਾਂ ਨੇ ਆਉਣਾ ਸੀ। ਉਹਨਾਂ ਦੇ ਕਿਡਨੀ ਸਟੋਨ ਸੀਗੇ, ਉਹਨਾਂ ਦੀ ਸਰਜਰੀ ਹੋਈ ਤੇ ਉਹਨਾਂ ਨੇ ਰੋਕਾ 'ਚ ਜਦੋਂ ਭਰਿਆ ਉਹਨਾਂ ਨੇ ਲਿਖਤਾ ਵੀ ਸਾਡੀ ਸਰਜਰੀ ਹੋਈ ਆ। ਉਹਨਾਂ ਨੂੰ ਕਹਿੰਦੇ ਤੁਹਾਨੂੰ ਮੈਡੀਕਲ ਨੋਟ ਚਾਹੀਦਾ। ਉਹਨਾਂ ਨੇ ਮੈਡੀਕਲ ਨੋਟ ਲਿਆ ਤੇ ਉਹ ਮੈਡੀਕਲ ਨੋਟ ਦੇ ਵਿੱਚ ਡਾਕਟਰ ਨੇ ਲਿਖਤਾ ਕਿ ਸ਼ੀ ਇਜ਼ ਗੁੱਡ ਟੂ ਗੋ। ਉਹਨੂੰ ਜੀ ਅੰਮ੍ਰਿਤਸਰ 에ਅਰਪੋਰਟ ਤੋਂ ਵਾਪਸ ਕੀਤਾ ਗਿਆ ਕੌਂਸੂਲੇਟ ਦੇ ਸਟਾਫ ਨੇ ਕਿ ਤੇਰੇ ਇਸ ਡਾਕੂਮੈਂਟ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਗੁੱਡ ਟੂ ਟਰੈਵਲ। ਇੱਕ ਟਰੈਵਲ ਵਰਡ ਕਰਕੇ ਜੀ ਉਹਨੂੰ 에ਅਰਪੋਰਟ ਤੋਂ ਮੋੜਿਆ ਗਿਆ। ਉਹ ਬਜ਼ੁਰਗ ਹੁਣ ਗਿਰ ਗਏ ਨੇ ਤੇ ਹੁਣ ਉਹਨਾਂ ਦੀ ਹਿਪ ਰਿਪਲੇਸਮੈਂਟ ਹੋਣੀ ਆ ਜੀ, ਸਰਜਰੀ। ਸੋ ਪੇਨਫੁਲ, ਬਹੁਤ ਜ਼ਿਆਦਾ ਪੇਨਫੁਲ ਆ। ਇਹ ਤਾਂ ਫਿਰ ਇਹਦੇ ਤਾਂ ਲੋਕ ਚੁੱਪ ਬੈਠੇ ਆ ਜੀ। ਇਹ ਤਾਂ ਬੜੀ ਮਾੜੀ ਗੱਲ ਆ। ਫਿਰ ਇਹਦੇ ਤੇ ਲੋਕਾਂ ਨੂੰ ਚਾਹੀਦਾ ਕਿ ਕੋਈ ਐਕਸ਼ਨ ਕਰਨਾ ਚਾਹੀਦਾ। ਅਸੀਂ 5-4 ਬੰਦੇ ਕੁਝ ਨਹੀਂ ਕਰ ਸਕਦੇ। ਅਸੀਂ ਤਾਂ ਵਿਸ਼ਾ ਤੁਹਾਡੇ ਨਾਲ ਕਰ ਸਕਦੇ ਹਾਂ। 3 ਮਹੀਨੇ ਹੋ ਗਏ ਭੈਣ ਜੀ ਨੂੰ ਤੱਕਰ ਨੂੰ ਕੰਮ ਕਰਦੇ ਆ ਰੈਗੂਲਰ। ਹਰ ਰੋਜ਼ ਉਹ ਫੇਸਬੁੱਕ ਤੇ ਪਾਉਂਦੇ ਨੇ, ਅਪਡੇਟ ਕਰਦੇ ਨੇ। ਕੀ ਕਰ ਸਕਦੇ ਆ? ਇਹਨਾਂ ਨੂੰ ਇਹ ਅਪੀਲ ਆ ਜੀ ਸਾਰਿਆਂ ਨੂੰ ਵੀ ਜਾਗ ਜਾਓ। ਜੇ ਹੁਣ ਵੀ ਤੁਸੀਂ ਸੁੱਤੇ ਰਹੇ ਤਾਂ ਬੁਰਾ ਹਾਲ ਹੋ ਜਾਣਾ ਤੁਹਾਡਾ। ਪੰਜਾਬ ਤਾਂ ਤੁਸੀਂ ਬੁਰਾ ਹਾਲ ਦੇਖ ਹੀ ਲਿਆ, ਪਰ ਤੁਹਾਡਾ ਕੈਨੇਡਾ 'ਚ ਵੀ ਬੁਰਾ ਹਾਲ ਹੋ ਜਾਣਾ ਪੰਜਾਬੀਆਂ ਦਾ ਅਗਰ ਤੁਸੀਂ ਹੁਣ ਵੀ ਨਾ ਬੋਲੇ। ਬਸ ਜੀ ਇੰਨਾ ਹੀ ਕਹਿਣਾ ਸੀ ਜੀ ਮੈਂ। ਹਰਜੀਤ ਸਿੰਘ ਜੀ, ਚਾਂਡੀ ਜੀ, ਲਾਈਨ ਨੰਬਰ 3। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਜੀ, ਅਸਲੀ ਕਹਾਣੀ ਇਹ ਆ ਵੀ ਜਦੋਂ ਤੁਸੀਂ ਇਹ ਮੁੱਦਾ ਚੱਕਿਆ ਸੀਗਾ ਨਾ, ਉਦੋਂ ਕੁਝ ਲੋਕਾਂ ਨੇ ਇਸ ਮੁੱਦੇ ਨੂੰ ਭਟਕਾਇਆ ਤੇ ਮੀਡੀਆ ਨੂੰ ਵੀ ਪੈਸੇ ਦਿੱਤੇ ਗਏ ਵੀ ਤੁਸੀਂ ਇਹ ਬੋਲੀ ਬੋਲੋ। ਤਾਂ ਪੋਲੀਟੀਸ਼ੀਅਨ ਜਿਹੜੇ ਆਪਣੀ ਗੇਮ ਖੇਡਦੇ ਸੀਗੇ ਬਈ ਆਹ ਜਿਹੜਾ ਨਾ ਇਹ ਆਉਣ ਨਾ, ਪ੍ਰਾਈਵੇਟ ਜਹਾਜ਼ ਨਾ ਆਉਣ, ਜੇ ਆ ਜਾਂਦੇ ਤਾਂ ਉਹਦੇ ਵਿੱਚ ਕੀ ਫਰਕ ਪੈਣਾ ਸੀ। ਤਾਂ ਮੈਂ ਤਾਂ ਇਹ ਕਹੂੰਗਾ ਵੀ ਇਹਦੇ ਵਿੱਚ ਰਾਜਨੀਤੀ ਖੇਡੀ ਗਈ ਆ। ਹੁਣ ਵੀ ਇੱਕ ਤਾਂ ਤੁਹਾਡਾ ਕਸੂਰ ਆ ਜਿਹੜਾ ਕੰਟੀਨਿਊਜ਼ ਤੁਸੀਂ ਪ੍ਰੋਗਰਾਮ ਨਹੀਂ ਕੀਤਾ ਇਹ, ਕਿਉਂਕਿ ਆਪੋਜੀਸ਼ਨ ਜਿਹੜੀ ਹੁੰਦੀ ਆ, ਹੁਣ ਦੇਖੋ ਤੁਸੀਂ ਅੱਜ ਪ੍ਰੋਗਰਾਮ ਕੀਤਾ ਨਾ, ਦੂਜੇ ਪਾਸੇ ਸੁਖ ਧਾਰੀਵਾਲ ਸਾਹਿਬ ਨੇ ਕੱਲ ਨੂੰ ਸਵੇਰੇ ਹੀ ਰੇਡੂਏ 3 ਤੇ ਆਉਣਾ ਤਾਂ ਫਿਰ ਉਹਨੇ TV ਤੇ ਆ ਜਾਣਾ। ਤਾਂ ਉਹ ਨਹੀਂ ਕਹਿਣਾ ਵੀ ਕੰਮ ਹੋ ਰਹੇ ਆ, ਬਹੁਤ ਵਧੀਆ ਹੋ ਰਹੇ ਆ, ਪ੍ਰੋਸੀਜਰ ਚੱਲ ਰਿਹਾ, ਪਲੇਨ ਤਿਆਰ ਆ। ਵੀ ਕੰਟੀਨਿਊਜ਼ ਜਿੱਦਾਂ ਵੀ ਜੇ ਤੁਸੀਂ ਪ੍ਰੋਗਰਾਮ ਕਰਦੇ ਤੇ ਮੈਂ ਵਧਾਈ ਦਾ ਤੁਹਾਨੂੰ ਹੀ ਪਾਤਰ ਕਹੂੰਗਾ, ਇਹ ਨਹੀਂ ਵੀ ਦੂਜੀ ਆਪੋਜੀਸ਼ਨ ਨੂੰ ਕਹੂੰਗਾ, ਕਿਉਂਕਿ ਮੁੱਦਾ ਤੁਸੀਂ ਚੱਕਿਆ ਸੀਗਾ। ਜੇ ਆਉਣਗੇ ਵੀ ਨਾ, ਵਧਾਈ ਦੇ ਪਾਤਰ ਤੁਸੀਂ ਆ ਜਿੱਦਾਂ ਕਹਿ ਲਓ। ਤੇ ਬਾਕੀ ਉਹ ਜਿਹੜੀ ਆਪੋਜੀਸ਼ਨ ਆ, ਜਾਂ ਤਾਂ ਸਪਸ਼ਟੀਕਰਨ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ, ਸੁਖ ਧਾਰੀਵਾਲ ਮੋਹਰੇ ਹੋ ਕੇ ਲੱਗੇ ਹੋ ਆ ਸਾਰੇ ਪਾਸੇ।
ਤੇ ਉਹ ਟਿਊਡੋ ਸਾਹਿਬ ਦੇ ਟਿੱਕਰ ਕਹਿੰਦੇ ਆਪਾਂ ਪ੍ਰੈਸ਼ਰ ਪਹੁੰਚਾਤਾ ਜੀ, ਉਹ ਆ ਜਾਣਗੇ ਲੋਕ ਛੇਤੀ ਜਲਦ ਆਉਂਦੇ। ਤੇ ਅੱਜ ਆਉਂਦੇ ਲੋਕੀ ਵੀ 11 ਲੋਕਾਂ ਦੀ ਜਿੱਦਾਂ ਮੌਤ ਹੋ ਚੁੱਕੀ ਆ, ਉਹ ਇਹਨਾਂ ਦੀ ਰਿਸਪੌਂਸਿਬਿਲਟੀ ਆ ਲੇਬਰ ਸਰਕਾਰ ਦੀ ਕਿ ਸਾਡੇ ਸਿਟੀਜ਼ਨ ਉੱਥੇ ਜਿਹੜੇ ਆ ਉਹ ਇਹਦਾ ਅਜੇ ਹੋਰ ਮਰ ਜਾਣੇ ਇੰਨੇ ਚਿਰ ਨੂੰ। ਜਿੱਦਾਂ ਕਹਿ ਲਓ ਗਰਮੀ ਦੇ ਨਾਲ ਨਹੀਂ ਚੱਲ ਸਕਦੇ ਕੈਨੇਡੀਅਨ, ਇੱਧਰਲੇ ਬੋਰਨ ਵੀ ਬੱਚੇ ਜਾਂ ਇੱਧਰਲੇ ਜਿਹੜੇ ਬਜ਼ੁਰਗ ਆ ਉਹ ਨਹੀਂ ਚੱਲ ਸਕਦੇ ਗਰਮੀ। ਤੇ ਰਿਸਪੌਂਸਿਬਲ ਇਹ ਆ ਜਿੱਦਾਂ ਕਹਿ ਲਓ ਤਾਂ ਇਹ ਕੰਟੀਨਿਊਜ਼ ਤੁਹਾਨੂੰ ਜੇ ਤੁਸੀਂ ਚਲਾਓਗੇ ਪ੍ਰੋਗਰਾਮ ਤਾਂ ਫਿਰ ਤੁਸੀਂ ਵਧਾਈ ਦੇ ਪਾਤਰ ਆ। ਦੂਜੀ ਓਪੋਜੀਸ਼ਨ ਨਹੀਂ ਮੈਂ ਕਹੂੰਗਾ ਵੀ ਨੰਬਰ ਬਣਾ ਲਿਆ ਜਿੱਦਾਂ ਕਹਿ ਲਓ, ਕਿਉਂਕਿ ਤੁਸੀਂ ਪ੍ਰੈਸ਼ਰ ਪਾਇਆ ਮੀਡੀਆ ਨੇ, ਜੋ ਮੀਡੀਆ ਦਾ ਫਰਜ਼ ਬਣਦਾ। ਇਹ ਨਹੀਂ ਵੀ ਦੂਜੇ ਪਾਸੇ ਮੀਡੀਆ ਆ ਜਾਵੇ ਕੱਲ ਪਰਸੋਂ ਨੂੰ ਨਹੀਂ ਜੀ ਐ ਨਹੀਂ ਆਉ ਜੀ, ਉਹ ਜਿੱਦਾਂ ਕਹਿ ਲਓ ਵੀ ਆ ਰਹੇ ਆ ਲੋਕ, ਕਿਹੜਾ ਕਹਿੰਦਾ ਨਹੀਂ ਆ ਰਹੇ, ਉਹ ਪੈਸੇ ਚੜਾਏ ਹੁੰਦੇ ਆ। ਇਸ ਕਰਕੇ ਲੋਕਾਂ ਨੂੰ ਸੋਚਣਾ ਚਾਹੀਦਾ। ਤਾਂ ਇੱਕ ਆਪਾਂ ਪਾਰਟੀ ਬਾਜੀ ਦੇ ਵਿੱਚ ਪਏ ਆ, ਆਪਾਂ ਵੰਡਿਓ ਬਹੁਤ ਆ। ਜਿੱਦਾਂ ਕਹਿ ਲਓ ਵੀ ਆਪਾਂ ਜਿੱਦਾਂ ਮਦਦ ਕਰਨੀ ਆ, ਜਿੱਥੇ ਕਹਿਣਾ ਸੱਚ ਉਹ ਕਹਿਣਾ ਨਹੀਂ ਸੁੱਖ ਧਾਰੀਵਾਲ ਸਹੀ ਆ, ਉਹ ਸਹੀ ਕੰਮ ਕਰ ਰਹੇ ਆ। ਉਹ ਨਹੀਂ ਕੱਲ ਨੂੰ ਵੀ ਇਹੀ ਕੱਲ ਕਾਲਦਰਾਂ ਨੇ ਕਹਿ ਦੇਣਾ ਹੋਰ ਕਿਸੇ ਪ੍ਰੋਗਰਾਮ ਤੇ ਦੇਖੋ ਜੀ ਉਹ ਤਾਂ ਬਹੁਤ ਵਧੀਆ ਪ੍ਰੋਗਰਾਮ ਹੋ ਰਹੇ ਆ, ਬਹੁਤ ਵਧੀਆ ਇਹ ਆ ਵੀ ਆ ਗਏ ਉਹ ਵੀ ਆ ਗਏ। ਪਰ ਇਹ ਮੌਜੂਦਾ ਸਰਕਾਰ ਜ਼ਿੰਮੇਵਾਰ ਆ। ਮੈਂ ਤਾਂ ਇਸ ਸਰਕਾਰ ਨੂੰ ਜ਼ਿੰਮੇਵਾਰ ਕਹੂੰਗਾ ਵੀ ਜਿਹੜੀਆਂ ਇਹ ਮੌਤਾਂ ਹੋਈਆਂ। ਮੇਰੇ ਤੇ ਇੰਨੇ ਵਿਚਾਰ ਸੀ ਜੀ, ਕੰਟੀਨਿਊ ਪ੍ਰੋਗਰਾਮ ਰੱਖੋਗੇ ਤੇ ਇਹ ਜਿੱਦਾਂ ਇਹ ਮੇਰਾ ਖਿਆਲ ਦੇ ਵਿੱਚ ਆ 10 ਦਿਨਾਂ 'ਚ ਕੰਮ ਹੋ ਜਾਊਗਾ। ਤੇ ਇਹ ਜੇ ਤੁਸੀਂ ਪ੍ਰੈਸ਼ਰ ਪਾਓਗੇ ਤਾਂ 10 ਦਿਨਾਂ 'ਚ ਕੰਮ ਹੋ ਜਾਊਗਾ। ਨਹੀਂ ਤਾਂ ਜੇ ਭੁੱਲ ਜਾਓਗੇ ਵਿਸ਼ੇ ਹੋਰ ਲਿਆਉਂਗੇ, ਚੱਲ ਲਿਆਉਣੇ ਪੈਂਦੇ ਆ ਕਿਸੇ ਵੇਲੇ। ਤੇ ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਹੋਵੋਗੇ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਹੁਣ ਬੰਦੇ ਲਿਖ ਰਹੇ ਨੇ ਕਿ ਜਦ ਪ੍ਰਾਈਸ ਗੋਜ਼ਿੰਗ ਜਿਹੜੀ ਕੋਵਿਡ-19 ਕਰਕੇ ਕਿਸੇ ਸਟੋਰ ਦੇ ਕੋਈ ਚੀਜ਼ ਮਹਿੰਗੀ ਹੁੰਦੀ ਉਹਦੇ ਤੇ ਸਰਕਾਰ ਕ੍ਰੈਕਡਾਊਨ ਕਰਦੀ ਹੈ। ਇਹ 3 ਗੁਣਾ ਜਿਹੜੀਆਂ ਟਿਕਟਾਂ ਵਿਕ ਰਹੀਆਂ ਨੇ ਉਹਦੇ ਲਈ ਹੁਣ ਚਾਰਟਰ ਫਲਾਈਟਸ ਕਹਿੰਦੇ। ਮੈਂ ਤੁਹਾਨੂੰ ਇਨਫੋਰਮੇਸ਼ਨ ਕੋਈ ਬਾਅਦ 'ਚ ਦਊਂਗਾ, ਕਾਲਰਾਂ ਨਾਲ ਗੱਲ ਕਰ ਲਵਾਂ ਤੇ ਤੁਸੀਂ ਫਿਰ ਉਹਨੂੰ ਸੁਣਿਓ ਵੀ ਕਿਸ ਤਰ੍ਹਾਂ ਫਲਾਈਟਸ ਜਿਹੜੀਆਂ ਆ ਰਹੀਆਂ ਕਿੰਨੇ ਦੀ ਕੋਈ ਲੈ ਰਿਹਾ, ਲੋਕ ਕੀ ਕਹਿ ਰਹੇ। ਨੈਬ ਕੌਰ ਜੀ ਲਾਈਨ ਨੰਬਰ 4 ਤੇ ਹੋ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਓਕੇ ਭਾਜੀ, ਮੈਂ ਐਡ ਆਨ ਇਹ ਕਰਨਾ ਚਾਹੂੰਗੀ, ਮੈਂ ਵੀ ਬ੍ਰਿੰਗ ਬੈਕ ਕੈਨੇਡੀਅਨ ਹੋਮਸ ਦਾ ਹਿੱਸਾ ਆ। ਮੈਂ ਟੋਰਾਂਟੋ ਸਾਈਡ ਤੋਂ ਟੇਕ ਕੇਅਰ ਕਰ ਰਹੀ ਹਾਂ ਜਿਹੜੇ ਆਪਣੇ ਭੈਣ ਭਾਈ ਉੱਥੇ ਸਟਕ ਨੇ ਇੰਡੀਆ 'ਚ। ਸੋ ਅਸੀਂ ਗੱਲ ਕਰ ਰਹੇ ਹਾਂ 에ਅਰ ਇੰਡੀਆ ਦੀ ਫਲਾਈਟ ਦੀ ਜਾਂ ਕਤਰ 에ਅਰਵੇਜ਼ ਦੀ। ਸਭ ਤੋਂ ਪਹਿਲੀ ਗੱਲ ਤੇ ਇਹ ਆ ਜੋ ਮੈਂ ਦੇਖਿਆ ਕਿ ਐਮਪੀਜ਼ ਨੇ ਹੁਣ ਆ ਕੇ ਆਪਣੇ ਫੇਸਬੁੱਕ ਪੇਜਾਂ ਤੇ ਪਾਤਾ ਜੀ 에ਅਰ ਇੰਡੀਆ ਦੀਆਂ ਇੰਨੀਆਂ ਫਲਾਈਟਸ ਆ ਰਹੀਆਂ ਨੇ ਤੇ ਆਪਣੀ ਕੰਟੈਕਟ ਇਨਫੋਰਮੇਸ਼ਨ ਸਾਨੂੰ ਭੇਜੋ ਕਿ ਅਸੀਂ ਹੈਲਪ ਕਰਦੇ ਹਾਂ। ਕੋਈ ਇਹਨਾਂ ਨੂੰ ਕੁਐਸਚਨ ਕਰੇ ਕਿ 에ਅਰ ਇੰਡੀਆ ਦੀਆਂ ਫਲਾਈਟਸ ਤੁਸੀਂ ਚਲਾਈਆਂ, ਕੈਨੇਡੀਅਨ ਗਵਰਨਮੈਂਟ ਨੇ ਚਲਾਈਆਂ? ਨਹੀਂ, ਇਹ ਤਾਂ ਇੰਡੀਅਨ ਗਵਰਨਮੈਂਟ ਦੀਆਂ ਰੀਪੈਟਰੀਏਟ ਫਲਾਈਟਸ ਆ ਜਿਨ੍ਹਾਂ ਨੇ ਆਪਣੀਆਂ ਸਿਟੀਜ਼ਨਸ ਨੂੰ ਉਰੇ ਆ ਕੇ ਲੈ ਕੇ ਜਾਣਾ ਆ। ਇਹਦੇ 'ਚ ਕੈਨੇਡੀਅਨ ਗਵਰਨਮੈਂਟ ਦਾ ਤਾਂ ਕੋਈ ਰੋਲ ਹੀ ਨਹੀਂ ਆ। ਫਿਰ ਇਹ ਕ੍ਰੈਡਿਟ ਫੰਡ ਨੂੰ ਕੱਲ ਹੀ ਬੈਠੇ ਹੋਏ ਨੇ ਇੱਥੇ ਇਸ ਚੀਜ਼ ਪਿੱਛੇ। ਤੁਸੀਂ ਆਪ ਤਾਂ ਕੁਝ ਕਰ ਨਹੀਂ ਸਕੇ, ਤੁਸੀਂ ਤਾਂ 에ਅਰ ਕੈਨੇਡਾ ਚਲਾ ਨਹੀਂ ਸਕੇ ਲੈ ਕੇ ਆਉਣ ਲਈ ਆਪਣੇ ਨੂੰ ਸਿਟੀਜ਼ਨਸ ਨੂੰ ਜਾਂ PR ਹੋਲਡਰਸ ਨੂੰ। ਕਤਰ 에ਅਰਵੇਜ਼ ਦਾ ਇਹਨਾਂ ਨੇ ਅਨਾਉਂਸ ਕਰਤਾ ਰੋਕਾ ਤੇ ਕਤਰ 에ਅਰਵੇਜ਼ ਨੂੰ 10 ਮਿੰਟ ਨਹੀਂ ਲੱਗੇ ਜਿੱਦਾਂ ਬੁੱਕ ਹੋ ਗਈਆਂ। ਲੋਕੀ ਇਸ ਟਾਈਮ ਇੰਨੇ ਕੁ ਜ਼ਿਆਦਾ ਫਰਸਟ੍ਰੇਟ ਹੋਏ ਨੇ। ਹੁਣ ਜਿਹੜੀ ਵੀ ਸਾਨੂੰ ਕਾਲਸ ਆਉਂਦੀ ਆ ਲਿਟਰਲੀ ਬੱਚੇ ਰੋ ਰਹੇ ਨੇ ਜਿਨ੍ਹਾਂ ਦੇ ਕਹਿ ਲਓ ਕਿ ਗ੍ਰੈਂਡ ਪੇਰੈਂਟਸ ਉੱਥੇ ਸਟਕ ਨੇ ਜਾਂ ਜਿਨ੍ਹਾਂ ਦੀ ਵੀ 60+ ਸਟਕ ਨੇ। ਸਾਰੇ ਇਸ ਚੀਜ਼ ਤੋਂ ਡਰੇ ਹੋਏ ਨੇ ਕਿ ਜਿਹੜੀਆਂ ਆਲਰੇਡੀ 11 ਮੌਤਾਂ ਹੋ ਚੁੱਕੀਆਂ ਹੋਈਆਂ ਜਾਂ ਕਈ ਜਿਹੜੇ ਇਸ ਟਾਈਮ ICU ਦੇ ਵਿੱਚ ਐਡਮਿਟ ਨੇ ਉਹਨਾਂ ਨੂੰ ਹੁਣ ਇਹ ਡਰ ਪੈ ਗਿਆ ਕਿ ਸਾਡੇ ਮਾਪੇ ਉੱਥੇ ਠੀਕ ਰਹਿਣਗੇ ਕਿ ਨਹੀਂ ਰਹਿਣਗੇ। ਹੁਣ ਪੈਨਿਕ ਕਰਨ ਲੱਗ ਪਏ ਨੇ ਸਾਰੇ। ਇਹਦਾ ਕੋਈ ਜਵਾਬ ਦੇ ਸਕਦਾ ਗਵਰਨਮੈਂਟ ਵਿੱਚੋਂ ਸਾਨੂੰ ਕਿ ਕੌਣ ਜ਼ਿੰਮੇਵਾਰ ਹੈ? ਨਾਲੇ ਨੈਬ ਉਹ ਖੁੱਲਣਾ ਨਹੀਂ, ਉਹਨਾਂ ਨੇ ਫਲਾਈਟਸ ਨਹੀਂ, ਉਹ ਲਾਕਡਾਊਨ ਵੱਲ ਨੂੰ ਫੇਰ ਚੱਲ ਰਿਹਾ। ਜਿਸ ਤਰ੍ਹਾਂ ਕੇਸ ਵੱਧ ਰਹੇ ਨੇ ਬੰਬੇ ਤੇ ਆਪਣੇ ਦਿੱਲੀ ਦੇ ਵਿੱਚ, ਮੈਨੂੰ ਫੇਰ ਲੱਗਦਾ ਲਾਕਡਾਊਨ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਵੀ ਸ਼ਾਇਦ ਦੁਬਾਰਾ ਫੇਰ ਲਾਕਡਾਊਨ ਨਾ 15 ਜੂਨ ਤੋਂ ਹੋ ਜਾਏ। ਤੇ ਜੇ 15 ਜੂਨ ਤੋਂ ਭਾਜੀ ਲਾਕਡਾਊਨ ਹੋ ਜਾਂਦਾ ਤਾਂ ਹੁਣ ਆਪਾਂ ਆਪਣੀ ਸਰਕਾਰ ਨੂੰ ਪੁੱਛੀਏ ਕਿ ਜਿਹੜੇ ਉੱਥੇ ਸਿਟੀਜ਼ਨ ਸਟਕ ਨੇ ਉਹਨਾਂ ਦਾ ਕੌਣ ਵਾਲੀ ਵਾਰਿਸ ਆ? ਬਿਲਕੁਲ, ਤੁਹਾਡੀ ਬਹੁਤ ਵਧੀਆ ਗੱਲ ਆ ਵੀ 에ਅਰ ਕੈਨੇਡਾ ਦਾ ਇਹ ਕਾਹਦੇ ਲਈ ਉਸ ਦਾ ਕ੍ਰੈਡਿਟ ਲੈ ਰਹੇ ਨੇ? 에ਅਰ ਕੈਨੇਡਾ 에ਅਰ ਇੰਡੀਆ ਦਾ ਕਾਹਦਾ ਲੈ ਰਹੇ ਨੇ? 에ਅਰ ਇੰਡੀਆ ਆਪਣੇ ਬੰਦਿਆਂ ਨੂੰ ਲੈਣ ਲਈ ਉਧਰੋਂ ਫਲਾਈਟਸ ਲੈ ਕੇ ਆ ਰਹੀ ਆ, ਉਹਦੇ 'ਚ ਬੰਦੇ ਆ ਰਹੇ ਨੇ। ਹੁਣ ਮੈਨੂੰ ਮੈਸੇਜ ਆਇਆ 1,80,000 ਦੀ ਫਲਾਈਟ ਕਿਸੇ ਨੇ ਖਰੀਦੀ। ਹਾਂਜੀ, ਬਲਕਿ ਜਿਹੜੀ ਗਵਰਨਮੈਂਟ ਆ ਇਹਨਾਂ ਨੂੰ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ 에ਅਰ ਇੰਡੀਆ ਵਾਲੇ ਉਧਰੋਂ ਖਾਲੀ ਪਲੇਨ ਨਹੀਂ ਲਿਆ ਰਹੇ ਕਿ ਇੱਧਰੋਂ ਉਹਨਾਂ ਦੀ ਆਪਣੀ ਸਿਟੀਜ਼ਨਸ ਨੂੰ ਲੈ ਕੇ ਆ ਰਹੇ ਨੇ।
ਸਾਨੂੰ ਤਾਂ ਇਹਨਾਂ ਨੇ ਇਹੀ ਕਿਹਾ ਗਿਆ ਸੀਗਾ ਨਾ ਕਿ ਤੁਹਾਡੀਆਂ ਟਿਕਟਾਂ ਇਸ ਲਈ ਮਹਿੰਗੀਆਂ ਆ, ਜਿਹੜੀ ਕਤਰ ਅਸੀਂ ਅਰੇਂਜ ਕੀਤੀ ਆ, ਬਿਕੋਜ਼ ਪਲੇਨ ਖਾਲੀ ਜਾਣੇ ਨੇ ਜੀ, ਸੈਨੀਟਾਈਜ਼ ਹੋਏ ਹੋਣਗੇ। ਇਹ ਸਭ ਬਲਫ ਸੀਗਾ ਜੀ, ਕੋਈ ਸੈਨੀਟਾਈਜ਼ ਹੋਇਆ ਪਲੇਨ ਨਹੀਂ ਗਿਆ, ਕੁਛ ਨਹੀਂ ਇਦਾਂ ਦਾ ਸੀਗਾ, ਨਾ ਸੋਸ਼ਲ ਡਿਸਟੈਂਸਿੰਗ ਸੀਗੀ। ਧੰਨਵਾਦ ਜੀ। ਤੇ ਇਹ ਗੱਲ ਠੀਕ ਹੈ ਕਿ ਗ੍ਰੇਟਰ ਟੋਰਾਂਟੋ ਦੇ ਏਰੀਏ ਦੇ ਹਲੇ ਵੀ ਪੰਜਾਬੀ ਬਹੁਤ ਉੱਥੇ ਬੈਠੇ ਆ। ਤੁਹਾਨੂੰ ਕਿੰਨੀ ਕੁ ਇਨਫੋਰਮੇਸ਼ਨ ਆ ਤਾਂ ਉੱਥੇ ਬ੍ਰੈਂਪਟਨ ਮਿਸਿਸਾਗਾ ਦੇ ਏਰੀਏ ਦੇ ਲੋਕ ਹਲੇ ਬੈਠੇ ਆ ਉੱਥੇ ਜੀ? ਭਾਜੀ ਹਾਂਜੀ ਬਿਲਕੁਲ ਜੀ, ਕਾਫੀ ਜ਼ਿਆਦਾ ਬੈਠੇ ਨੇ। ਆਪਾਂ ਇਹ 100 ਚ ਨਹੀਂ, ਮੈਂ ਹਜ਼ਾਰਾਂ ਚ ਗਿਣਤੀ ਕਹੂੰਗੀ ਜਿਹੜੇ ਅਜੇ ਵੀ ਉੱਥੇ ਸਟਕ ਨੇ। ਕਿਉਂਕਿ ਭਾਜੀ ਰਾਤੀ ਵੀ ਆਲਮੋਸਟ ਸਾਨੂੰ ਕਹਿ ਲਓ ਕਿ ਰਾਤ ਕੀ ਸਵੇਰ ਦੇ 3-4 ਵੱਜ ਜਾਂਦੇ ਨੇ ਸਾਰਿਆਂ ਨੂੰ ਆਨਸਰ ਕਰਦੇ ਆ, ਕਿਉਂਕਿ ਜਿਹੜੇ ਇੰਡੀਆ ਸਟਕ ਉਹ ਸਾਨੂੰ ਰਾਤ ਨੂੰ ਕਾਲ ਕਰਦੇ ਆ। ਇੱਥੇ ਸਵੇਰ ਦੇ 7 ਨਹੀਂ ਵੱਜਦੇ ਤੇ ਇੱਥੋਂ ਵਾਲੇ ਸਾਨੂੰ ਕਾਲਸ ਕਰਨ ਲੱਗ ਪੈਂਦੇ ਨੇ। ਬਿਲਕੁਲ ਜੀ, ਮੈਂ ਦੇਖਿਆ 20 ਦਿਨ ਇਸੇ ਦੇ ਵਿੱਚ ਦੀ ਲੰਘਿਆ। ਮੈਂ ਜਦ ਦਿਨ ਚੜ੍ਹਦਾ ਹੈ ਤਾਂ ਇੱਥੇ ਵਾਲੇ ਰਾਤ ਹੁੰਦੀ ਹੈ ਤਾਂ ਉੱਥੇ ਵਾਲੇ ਰਾਤ ਨੂੰ ਮੈਂ 2 ਵਜੇ ਸੌਂਦਾ ਰਿਹਾ ਜੀ 20 ਦਿਨ। ਮੁੜ ਕੇ ਜਾਂ ਤੁਹਾਡੇ ਨਾਲ ਦੁਸ਼ਮਣੀ ਅੱਜ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਕਿ ਅਸੀਂ ਏਦਾਂ ਹੀ ਚੱਲ ਰਿਹਾ ਸਾਡਾ ਸ਼ੈਡਿਊਲ। ਥੈਂਕ ਯੂ। ਐਂਡ ਇੱਕ ਚੀਜ਼ ਮੈਂ ਹੋਰ ਭਾਜੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉੱਥੇ ਕੁਝ ਏਜੰਟ ਕੀ ਕਰ ਰਹੇ ਨੇ, ਉਹਦਾ ਸਾਡੇ ਕੋਲ ਪ੍ਰੂਫ ਵੀ ਹੈਗਾ ਆ। ਉਹ ਟਿਕਟਾਂ ਹੋਲਡ ਕਰਕੇ ਏਅਰ ਇੰਡੀਆ ਦੀਆਂ ਤੇ ਮਹਿੰਗੀਆਂ ਵੇਚ ਰਹੇ ਨੇ। ਜੇ ਨਾਰਮਲ ਟਿਕਟ ਉਧਰੋਂ ਆਉਣ ਲਈ 1,10,000 ਦੀ ਏਅਰ ਇੰਡੀਆ ਦੇ ਰਿਹਾ ਨਾ, ਤਾਂ 1,85,000 1,90,000 ਕੋਟ ਕਰ ਰਹੇ ਆ ਲੋਕਾਂ ਨੂੰ, ਬਿਕੋਜ਼ ਉਹਨਾਂ ਨੂੰ ਵੀ ਪਤਾ ਹੈ ਕਿ ਫਸੇ ਹੋਏ ਨੇ ਇਹਨਾਂ ਨੇ ਤਾਂ ਵਾਪਸ ਘਰੇ ਜਾਣਾ ਹੀ ਹੈ। ਆ ਦੇਖੋ ਜੀ, ਮੈਨੂੰ ਲਿਖ ਕੇ ਆਇਆ ਹੁਣੇ ਹੀ 1,82,000 ਦੀ ਟਿਕਟ 27 ਜੂਨ ਦੀ ਮਿਲੀ ਆ ਦਿੱਲੀ ਤੋਂ ਟੋਰਾਂਟੋ, ਟੋਰਾਂਟੋ ਤੋਂ ਵੈਨਕੂਵਰ $470 ਦੀ ਵਿਦਾਊਟ ਸੂਟਕੇਸਸ। ਸੋ $50 ਸੂਟਕੇਸਸ ਦੇ 500। ਹਾਂ ਦੇਖ ਲਓ, 5 ਮਤਲਬ 1,80,000 ਨੂੰ ਜੇ ਤੁਸੀਂ ਲਾਉਨੇ ਹੋ ਤਾਂ ਆਲਮੋਸਟ $3,500 ਹੋ ਗਏ ਤੁਹਾਡੇ। 500 ਹੋਰ ਤੇ $4,000 ਦੇ ਵਿੱਚ ਬੰਦਾ ਇੱਕ ਆ ਰਿਹਾ ਤੇ ਉਹਨੂੰ 30 ਘੰਟੇ ਘੱਟੋ ਘੱਟ ਲੱਗਣੇ ਨੇ ਉਹਨੇ ਪਹਿਲਾਂ ਵੈਨਕੂਵਰ ਆਉਣਾ। ਜੀ ਦੇਖ ਲਓ। ਸੋ ਜੇ ਸਾਡੀਆਂ ਸਰਕਾਰਾਂ ਕਹਿੰਦੀਆਂ ਅਸੀਂ ਹੈਲਪ ਕਰ ਰਹੇ, ਉਹਨਾਂ ਨੂੰ ਕੋਈ ਹੈਲਪ ਦੱਸ ਦਿਓ, ਤੁਸੀਂ ਕਿੱਥੇ ਕਰ ਰਹੇ ਹੋ, ਕੀ ਕਰ ਰਹੇ ਹੋ ਤੁਸੀਂ ਆਪਣੇ। ਤੁਸੀਂ PR ਨੂੰ ਵੀ ਛੱਡੋ, ਤੁਸੀਂ ਸਿਟੀਜ਼ਨਸ ਦਾ ਕੀ ਕਰ ਰਹੇ ਹੋ। ਜੇ ਕਹਿ ਦਿੰਦੇ ਨੇ PR ਤਾਂ ਸਾਡੇ ਨੈਸ਼ਨਲ ਨਹੀਂ ਹੈਗੇ, ਬਟ ਮੈਂ ਕਹੂੰਗੀ PR ਵੀ ਹੈਗੇ ਨੇ। ਜਿਹੜੇ ਹੁਣ ਇੰਨੇ ਜਾਣਿਆਂ ਨੇ ਸਾਨੂੰ ਕੰਟੈਕਟ ਕੀਤਾ, ਉਹਦੇ ਵਿੱਚੋਂ ਐਸੇ ਬਜ਼ੁਰਗ ਨੇ ਜਿਨ੍ਹਾਂ ਨੂੰ 20-25 ਸਾਲ ਹੋ ਗਏ ਇੱਥੇ ਰਹਿੰਦੇ ਆ ਕੈਨੇਡਾ ਦੀ ਧਰਤੀ ਤੇ, ਬਟ ਉਹਨਾਂ ਨੇ ਸਿਟੀਜ਼ਨਸ਼ਿਪ ਨਹੀਂ ਲਈਆਂ ਹੋਈਆਂ ਬਿਕੋਜ਼ ਉਹਨਾਂ ਨੂੰ ਵੀਜ਼ਿਆਂ ਦੇ ਵਿੱਚ ਨਹੀਂ ਕਰਨਾ ਚਾਹੁੰਦੇ ਕਿ ਵੀਜ਼ਾ ਲਓ ਜਾਓ। ਉਹਨਾਂ ਨੇ PR ਰੱਖੀਆਂ ਹੋਈਆਂ, ਉਹ ਵੀ ਤਾਂ 25 ਸਾਲਾਂ ਤੋਂ ਇੱਥੇ ਟੈਕਸ ਭਰਦੇ ਹੀ ਆਏ ਨੇ ਬਰਾਬਰ ਦਾ। ਜਿਹੜੇ ਸਿਟੀਜ਼ਨਸ ਆ ਉਹਨਾਂ ਦੇ ਬਰਾਬਰ ਦਾ। ਫਿਰ ਅਸੀਂ ਕਿੱਦਾਂ ਉਹਨਾਂ ਨੂੰ ਨਿਗਲੈਕਟ ਕਰ ਸਕਦੇ ਹਾਂ ਕਿ ਨਹੀਂ ਜੀ ਇਹਨਾਂ ਨੂੰ ਨਹੀਂ ਪ੍ਰਾਇਓਰਿਟੀ ਦੇਣੀ, ਆਪਾਂ ਸਿਰਫ ਸਿਟੀਜ਼ਨਸ ਨੂੰ ਪ੍ਰਾਇਓਰਿਟੀ ਦੇਣੀ ਹੈ। ਉਹ ਵੀ ਤਾਂ ਹਿੱਸਾ ਹੀ ਨੇ ਇਸ ਕੰਟਰੀ ਦੇ। ਥੈਂਕ ਯੂ ਨੈਟ। ਥੈਂਕ ਯੂ ਭਾਜੀ। ਥੈਂਕ ਯੂ ਜੀ। ਵੀਰ ਧਾਲੀਵਾਲ ਉਹਨਾਂ ਨੇ ਫੇਸਬੁੱਕ ਤੇ ਲਿਖਿਆ ਜੀ, ਉਹ ਕਹਿੰਦੇ ਵੀ ਅਸੀਂ ਟਿਕਟ ਕਰਾਈ ਹੈ ਏਅਰ ਇੰਡੀਆ ਦੀ 1,45,000 ਦੀ ਤੇ ਟੋਰਾਂਟੋ ਤੋਂ ਵੈਨਕੂਵਰ ਹਾਲੇ ਕਰਾਉਣੀ ਹੈ। ਇੱਕ ਹੋਰ ਇਨਫੋਰਮੇਸ਼ਨ ਉਹ ਇਹ ਹੈ ਕਿ ਕੁਝ ਫਲਾਈਟਸ ਜਿਹੜੀਆਂ ਲਫਤਾਂਜ਼ਾ ਦੀਆਂ ਬੰਬੇ ਟੂ ਫਰੈਂਕਫਰਟ ਟੂ ਮੌਂਟਰੀਅਲ ਟੂ ਜਿਹੜੀ ਵੈਨਕੂਵਰ, ਪਰ ਉਹ ਸਸਤੀਆਂ ਮਿਲ ਰਹੀਆਂ ਨੇ। ਕਿਸੇ ਨੇ ਚੰਡੀਗੜ੍ਹ ਤੋਂ ਕਰਾਈ ਹੈ 63,000 ਰੁਪਈਏ ਦੀ, 63,000 ਰੁਪੀਜ਼। ਆਲਮੋਸਟ ਇਹ ਵੀ 1200-1300। ਬੰਬੇ ਫਰੈਂਕਫਰਟ ਮੌਂਟਰੀਅਲ ਵੈਨਕੂਵਰ ਤੇ 7,000 ਦੀ ਉਹਨੂੰ ਚੰਡੀਗੜ੍ਹ ਤੋਂ ਬੰਬੇ ਦੀ ਮਿਲੀ। ਉਹ ਵੀ ਰੂਟ ਟਰਾਈ ਕਰ ਲਓ, 30 ਘੰਟੇ 'ਚੋਂ ਜਹਾਜ਼ ਆਉਣਾ। ਲਫਤਾਂਜ਼ਾ ਦੀ ਚੈੱਕ ਕਰੋ ਵੀ ਬੰਬੇ ਟੂ ਫਰੈਂਕਫਰਟ ਤੇ ਫਰੈਂਕਫਰਟ ਤੋਂ ਅੱਗੇ ਕਨੈਕਸ਼ਨ ਮਿਲਦਾ। ਜਿੰਨੇ ਸੁਣਦੇ ਹੋ ਪਲੀਜ਼ ਇਹ ਚੈੱਕ ਕਰੋ ਕਿ ਇੰਡੀਆ ਤੋਂ ਪਹਿਲਾਂ ਤੁਹਾਨੂੰ ਟ੍ਰਾਂਜ਼ਿਟ ਕਿਤੇ ਯੂਰਪ 'ਚ ਮਿਲ ਜਾਵੇ। ਚਾਹੇ ਉਹਨਾਂ ਨੂੰ ਲੰਡਨ ਲੈ ਆਓ, ਚਾਹੇ ਉਹਨਾਂ ਨੂੰ ਫਰੈਂਕਫਰਟ ਲੈ ਆਓ, ਚਾਹੇ ਜਾਪਾਨ 'ਚ ਲੈ ਆਓ। ਫਸਟ ਫਲਾਈਟ ਲੈ ਲਓ, ਚਾਹੇ ਬੰਬੇ ਤੋਂ ਲੈ ਲਓ, ਚਾਹੇ ਅੰਮ੍ਰਿਤਸਰ ਤੋਂ ਲੈ ਲਓ, ਕਿਤੋਂ ਲੈ ਲਓ। ਲੈਟ ਦੈਮ ਫਲਾਈ ਆਊਟ ਆਫ ਇੰਡੀਆ। ਉੱਥੋਂ ਬਾਹਰ ਕੱਢ ਲਓ, ਉਦੋਂ ਅੱਗੇ ਕਨੈਕਸ਼ਨ ਮਿਲੂਗਾ। ਪਰ ਹਰ ਇੱਕ ਉਹ 'ਚ ਫਿੱਟ ਨਹੀਂ ਹੋ ਸਕਦਾ, ਬਜ਼ੁਰਗ ਨਹੀਂ ਫਿੱਟ ਹੋ ਸਕਦੇ ਉਹਦੇ 'ਚ, ਮੈਂ ਪਲੀਜ਼ ਦੱਸਾਂ, ਕਿਉਂਕਿ ਰੁੜ ਜਾਣਾ ਉਹਨਾਂ। ਤੇ ਬੰਬੇ 'ਚ ਹੁਣ ਕੋਵਿਡ ਬਹੁਤ ਹੋ ਸਕਦਾ, ਬੰਬੇ ਦਾ ਏਅਰਪੋਰਟ ਵੀ ਕਿਸੇ ਸਮੇਂ ਮੈਨੂੰ ਲੱਗਦਾ ਉਹਨਾਂ ਨੇ ਬੰਦ ਕਰ ਦੇਣਾ। ਜਿਹੜਾ ਮੈਨੂੰ ਅੱਜ ਸਵੇਰ ਦਾ ਪਤਾ ਲੱਗਿਆ ਵੀ ਦੁਬਾਰਾ ਲਾਕਡਾਊਨ ਜੂਨ 15 ਦੇ ਨੇੜੇ ਤੇੜੇ ਹੋਰ ਫੇਰ ਹੋਣ ਜਾ ਰਿਹਾ। ਕੀ ਬਣੂਗਾ ਇਹ ਮਾਪਿਆਂ ਦਾ। ਕਿਰਨ ਕੌਰ ਜੀ, ਲਾਈਨ ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ ਵੀਰ ਜੀ, ਮੇਰੇ ਵੀ ਮੰਮੀ ਡੈਡੀ ਫਸੇ ਹੋਏ ਨੇ। ਉਹਨਾਂ ਨੇ ਮਈ 'ਚ ਆਉਣਾ ਸੀਗਾ ਤੇ ਉਹਨਾਂ ਦੀ ਉਮਰ 70 ਹੈਗੇ, ਮੇਰੇ 77 ਤੇ ਮੰਮੀ ਵੀ 70 ਸਾਲ ਤੋਂ ਉੱਪਰ ਆ। ਦੋਨੋਂ ਸਿਟੀਜ਼ਨ ਨੇ ਤੇ ਮੇਰੀ ਭੈਣ ਤੇ ਮੇਰਾ ਉਹਦੇ ਹਸਬੈਂਡ, ਬੱਚੇ ਉਹ ਵੀ ਫਸੇ ਸੀ। ਪਰ ਉਹ ਅਸੀਂ ਮਈ ਦੇ ਵਿੱਚ ਉਹਨਾਂ ਦੀ ਟਿਕਟ ਕਰਾਤੀ ਸੀਗੀ ਤੇ ਉਹਨਾਂ ਦੀ ਟਿਕਟ 3925 ਦੀ ਸੀ, 에ਅਰ ਕੈਨੇਡਾ ਦੀ, 에ਅਰ ਇੰਡੀਆ ਸੌਰੀ। ਤੇ ਜਿਸ ਦਿਨ ਹੁਣ $3925 ਦੀ, ਹਾਂਜੀ, ਬਿਜ਼ਨਸ ਕਲਾਸ ਦੀ ਸਾਨੂੰ ਮਿਲੀ ਹੈ। ਦੂਜੀ ਤਾਂ ਕਹਿੰਦੇ ਹੈ ਨਹੀਂ, ਕਿਉਂਕਿ ਉਹਦੇ ਬੱਚੇ ਛੋਟੇ ਸੀ, ਬੱਚੇ ਨੂੰ ਬਹੁਤ ਜ਼ਿਆਦਾ ਬੈਡ ਐਲਰਜੀ ਹੋ ਗਈ ਸੀ ਉੱਥੇ ਤੇ ਅਸੀਂ ਡਰ ਗਏ ਸੀ। ਫਿਰ ਫਟਾਫਟ ਉਹਨਾਂ ਦੀਆਂ ਉਹ ਟਿਕਟਾਂ ਲੈ ਲਈਆਂ ਸੀ। ਤੇ ਹੁਣ ਜਿੱਦਣ ਓਪਨ ਹੋਈਆਂ ਨੇ, ਅਸੀਂ ਸਵੇਰੇ ਮੈਂ 4 ਵਜੇ ਦੀ ਬੈਠੀ ਸੀ ਕੰਪਿਊਟਰ ਤੇ, 1 ਸੈਕਿੰਡ ਲਈ ਵੀ ਉਹਦੇ ਤੇ ਆਈਆਂ ਨਹੀਂ ਹੈਗੀਆਂ। ਸਾਨੂੰ ਨਹੀਂ ਪਤਾ ਕਿਹਨੇ ਲਈਆਂ। ਨਹੀਂ ਜੀ, ਝੂਠ ਬੋਲਦੇ ਆ ਉਹ ਸਭ। ਜਿਹੜਾ ਕੋਈ ਨਹੀਂ ਉੱਥੇ ਹੈਗਾ। ਨਹੀਂ, ਉਹਦਾ ਤਾਂ ਮੈਂ ਲੱਭ ਲਿਆ ਜੀ। ਉਹ ਉੱਥੇ ਸਾਰੇ ਉਹ ਏਜੰਟਾਂ ਨੂੰ ਦੇ ਦਿੰਦੇ ਨੇ। ਏਜੰਟ 40-40 ਹਜ਼ਾਰ, 50-50 ਹਜ਼ਾਰ ਮਹਿੰਗੀ। 1,83,000 ਦੀ 21 ਜੂਨ ਦੀ ਕਿਸੇ ਨੇ ਫਲਾਈਟ ਲਈ ਆ। ਮੇਰੇ ਕੋਲ ਰਾਈਟਿੰਗ 'ਚ ਇੱਕ ਹੋਰ ਕਿਸੇ ਨੇ ਲਿਖਿਆ ਸਾਰੇ ਕਿ ਰਾਤ ਮੇਰੀ 4 ਵਜੇ ਤੋਂ ਬੈਠੇ ਹੋਏ ਸੀ। ਬਿਲਕੁਲ। ਹਾਂਜੀ, ਤੇ ਹੁਣ ਜਦੋਂ ਉਹਨਾਂ ਨੂੰ ਫੋਨ ਕਰੀਦਾ, ਉਹਨਾਂ ਦਾ ਇੱਕੋ ਹੀ ਕੁਐਸਚਨ ਹੁੰਦਾ, ਹਾਂ ਪੁੱਤ ਕੁਛ ਬਣਿਆ? ਮਤਲਬ ਡਰ ਲੱਗਦਾ ਉਹਨਾਂ ਨੂੰ ਹੁਣ ਫੋਨ ਕਰਨ ਨੂੰ ਵੀ ਕੀ ਕਵਾਂਗੇ ਉਹਨਾਂ ਨੂੰ। ਬਹੁਤ ਔਖਾ, ਬਹੁਤ ਔਖਾ, ਥੋੜਾ ਔਖਾ। ਉਹਨਾਂ ਦੀ ਬਲੱਡ ਪ੍ਰੈਸ਼ਰ ਆ, ਦੋਨਾਂ ਜਾਣਿਆਂ ਨੂੰ ਦਵਾਈਆਂ ਲੈਂਦੇ ਆ। ਜਿਹੜੀ ਦਵਾਈ ਇੱਥੋਂ ਲੈਂਦੇ ਸੀ ਉਹ ਹੁਣ ਸੇਮ ਤਾਂ ਮਿਲਦੀ ਨਹੀਂ, ਜਿਹੜੀ ਉੱਥੋਂ ਮਿਲਦੀ ਆ ਉਹ ਕਹਿੰਦੇ ਉਹ ਵਰਕ ਨਹੀਂ ਕਰਦੀਆਂ। ਹੁਣ ਅਸੀਂ ਦੁਬਾਰੀ ਬਦਲ ਕੇ ਆ ਲਈ ਆ, ਹੁਣ ਆ ਲਈ ਆ। ਤੇ ਸਾਨੂੰ ਬਹੁਤ ਡਰ ਆ ਹੁਣ ਉੱਥੇ, ਰੱਬ ਨਾ ਕਰੇ ਉਹਨਾਂ ਨੂੰ ਕੋਈ ਮੈਡੀਕਲ ਦੀ ਹੋਗੀ ਲੋੜ ਪੈ ਗਈ ਤੇ ਅਸੀਂ ਤਾਂ ਇੱਧਰ ਆ ਸਾਰੇ। ਬਹੁਤ ਔਖਾ ਜੀ, ਥੋੜਾ ਔਖਾ ਨਹੀਂ। ਤੁਹਾਡੇ ਵਾਲੀ ਸਿਚੁਏਸ਼ਨ 'ਚ ਬਹੁਤ ਨੇ ਭੈਣ ਜੀ। ਨਾਲੇ ਉਹ ਕੈਨੇਡੀਅਨ ਸਿਟੀਜ਼ਨ ਨੇ। ਆਪਾਂ ਕਰਦੇ ਇਹਦੇ ਤੇ ਦੁਬਾਰਾ ਫੇਰ ਸ਼ੁਰੂ ਕਰਦੇ ਆ ਜੀ ਕੰਮ। ਮੈਨੂੰ ਲੱਗਦਾ ਹੁਣ 5-7 ਦਿਨ ਲਾਉਣੇ ਪੈਣੇ ਨੇ। ਦੁਬਾਰਾ ਫੇਰ ਇਸ ਤੇ ਰੌਲਾ ਪਾਉਣੇ ਆ ਤੇ ਲੋਕ ਸੁਣਨ ਤੇ ਕੋਈ ਨਾ ਕੋਈ ਇਹਦੇ ਤੇ ਕੁਛ ਸ਼ੁਰੂ ਕਰਦੇ, ਜਿੱਥੇ ਆਪਾਂ ਇਨਫੋਰਮੇਸ਼ਨ ਜਿਹੜੀ ਗਵਰਨਮੈਂਟ ਨੂੰ ਭੇਜੀ। ਮੈਂ ਭੈਣ ਜੀ ਨੂੰ ਪੁੱਛਦਾ ਕਰੋਨਾ ਨੂੰ ਸ਼ੋਅ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਆ ਇਹਦੇ ਤੇ ਜੀ ਕੰਮ ਫੇਰ ਕਰਨਾ ਪੈਣਾ। ਕਿਉਂਕਿ ਉਹ ਹੁਣ ਵੈਨਕੂਵਰ ਇੱਧਰ ਹੀ ਸਰੀ ਰਹਿੰਦੇ ਆ ਤੇ ਉਹਨਾਂ ਨੂੰ ਇਹਦਾ ਅਸੀਂ ਸਿੱਧੀ ਫਲਾਈਟ ਲਈਏ ਤੇ ਟੋਰਾਂਟੋ ਦਾ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ। ਅੱਡ-ਅੱਡ ਏਅਰਪੋਰਟਾਂ ਤੇ ਕਿੱਥੇ ਲੈ ਕੇ ਜਾਈਏ, ਉਹਨਾਂ ਨੂੰ ਪਤਾ ਵੀ ਨਹੀਂ, ਉਮਰ ਇੰਨੀ ਆ। ਜੇ ਕੋਈ ਫਲਾਈਟ ਮਿਸ ਹੋ ਗਈ ਤੇ ਕਿਵੇਂ ਉਹ ਲੈਣਗੇ ਨਵੀਂ ਨੈਕਸਟ ਫਲਾਈਟ? ਨਹੀਂ ਜੀ, ਨਹੀਂ, ਉਹ ਬਹੁਤ ਔਖਾ, ਬੜਾ ਔਖਾ, ਬਹੁਤ ਔਖਾ। ਹਾਂਜੀ, ਤੇ ਵੈਨਕੂਵਰ ਦੀਆਂ ਤਾਂ ਫਲਾਈਟਾਂ ਆਉਂਦੀਆਂ ਹੀ ਨਹੀਂ, ਕਿਸੇ ਪਾਸਿਓਂ ਨਹੀਂ ਆਉਂਦੀਆਂ। 에ਅਰ ਇੰਡੀਆ ਦੀਆਂ 2 ਹੀ ਆਈਆਂ ਸੀ, ਉਹ ਵੀ ਉਹ ਮਿਲੀ ਨਹੀਂ। ਚਲੋ ਤੁਸੀਂ 1,40,40 50,000 ਲੈਂਦੇ ਹੋ। ਤੁਸੀਂ ਉਹ ਫਲਾਈਟ ਨੂੰ ਟੋਰਾਂਟੋ ਦੀ ਜਗ੍ਹਾ ਵੈਨਕੂਵਰ ਲਹਾ ਦਿਓ। ਜਿਹੜਾ ਨਾਦਰ ਪਟੇਲ ਉੱਥੇ ਲਿਖ ਰਿਹਾ ਵੀ 에ਅਰ ਇੰਡੀਆ 'ਚ ਮੈਂ ਬੰਦੇ ਭੇਜ ਰਿਹਾ, ਜੇ ਤੇਰੀ 에ਅਰ ਇੰਡੀਆ ਵਾਲੇ ਸੁਣਦੇ ਨੇ, ਵੈਨਕੂਵਰ ਕਿਉਂ ਨਹੀਂ ਲਾਉਂਦਾ? ਟੋਰਾਂਟੋ ਕਾਹਦੇ ਲਈ ਲੈ ਕੇ ਜਾਂਦੇ ਨੇ? ਹਾਂਜੀ, ਅਸੀਂ ਉਹਨਾਂ ਨੂੰ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ। 2.5 ਘੰਟੇ 3 ਘੰਟੇ 에ਅਰ ਇੰਡੀਆ ਦੇ ਮੈਂ ਫੋਨ ਤੇ ਵੀ, ਇੱਕ ਪਾਸੇ ਮੇਰੇ ਹਸਬੈਂਡ ਲੱਗੇ ਹੋਏ ਆ, ਮੈਂ ਕੰਪਿਊਟਰ ਤੇ ਲੱਗੀ ਹੋਈ ਆ। ਉਹ ਕਹਿੰਦੇ ਤੁਸੀਂ ਕੰਪਿਊਟਰ ਤੇ ਹੀ ਕਰ ਸਕਦੇ ਹੋ, ਫੋਨ ਤੇ ਤਾਂ ਕਰ ਨਹੀਂ ਸਕਦੇ ਹੈਗੇ। ਅਸੀਂ ਉਹਨਾਂ ਹੈ ਨਹੀਂ ਗੀਆਂ, ਅਵੇਲੇਬਲ ਹੈ ਨਹੀਂ ਗੀਆਂ। 1 ਸੈਕਿੰਡ ਲਈ ਤਾਂ ਮਿਲਣ ਤਾਂ ਸਹੀ, ਬੰਦੇ ਪੇ ਵੀ ਕਰ ਦੇਣਗੇ, ਮਿਲਣ ਤਾਂ ਸਹੀ ਜਿਹਨੇ ਲੈਣੀ ਆ। ਥੈਂਕ ਯੂ। ਹਾਂਜੀ, ਥੈਂਕ ਯੂ। ਹੁਣ ਕਿਸੇ ਨੇ ਲਿਖਿਆ ਕਿ ਸਾਡਾ ਰਿਸ਼ਤੇਦਾਰ ਇੱਕ ਸਾਧੂ ਮੇਰਾ 41 ਵਰਿਆਂ ਦਾ, ਉਹਦੀ ਇੰਡੀਆ 'ਚ ਡੈਥ ਹੋ ਗਈ। ਉਹਦੀ ਬੋਡੀ ਲੈਣ ਜਾਣਾ, ਸਿਟੀਜ਼ਨ ਕੈਨੇਡੀਅਨ ਆ, ਤੇ ਸਾਨੂੰ ਇੱਥੋਂ ਜਾਣ ਦਾ ਕੋਈ ਹੀਲਾ ਨਹੀਂ ਬਣ ਰਿਹਾ। ਹੀ ਹੈਜ਼ ਸ਼ੂਗਰ ਐਂਡ ਕਿਡਨੀ ਪ੍ਰੋਬਲਮ, ਮੈਡੀਸਨ ਮੁੱਕ ਗਈ ਸੀ। 41 ਸਾਲ ਦਾ ਬੰਦਾ, ਉੱਥੇ ਉਹਦੀ ਡੈਥ ਹੋਈ। ਪਤਾ ਨਹੀਂ ਕਿੰਨੇ ਹੋਰ ਹੋਣਗੇ। ਵਪਾਰਕ ਸੰਦੇਸ਼ 2 ਕਾਲਰਾਂ ਨਾਲ ਗੱਲ ਕਰਕੇ ਫਿਰ ਅਗਲੇ ਵਿਸ਼ੇ ਤੇ ਜਾਣਾ ਜੀ। ਮੈਂ ਇਸ ਨੂੰ ਮੈਂ ਸ਼ੁਰੂ ਨਹੀਂ ਕਰਨਾ ਚਾਹੁੰਦਾ, ਪਰ ਲੋਕਾਂ ਦਾ ਦੁੱਖ ਜਿਹੜਾ ਸੁਣ ਨਹੀਂ ਹੁੰਦਾ, ਕਿਉਂਕਿ ਇਸ ਨੂੰ ਫਿਰ ਇਹਨੂੰ ਹੋਰ ਪਾਸੇ ਨੂੰ ਲੋਕ ਰਹਿੰਦੇ। ਪਰ ਜੇ ਤੁਸੀਂ ਲੋਕੋ ਸਟੈਂਡ ਕਰੋ ਨਾ ਆਪਣੀ ਜਗ੍ਹਾ ਤੇ, ਆ ਜਿਹੜੇ ਤੁਰਦੇ ਫਿਰਦੇ ਤੁਹਾਨੂੰ ਗੱਲਾਂ ਕਰਦੇ ਫਿਰਦੇ ਆ ਨਾ, ਉਹਦੇ ਚੇਲੇ ਬਾਲ ਕੇ ਤੇ ਆ ਮੰਤਰੀ ਸੰਤਰੀ, ਇਹ ਤਾਂ ਲੱਭਣੇ ਨਹੀਂ ਇੱਥੇ, ਲੱਭਣੇ। ਲੋਕਾਂ ਦੀ ਸ਼ਕਤੀ ਮੂਹਰੇ ਕੱਖ ਨਹੀਂ ਹੈ। ਪਰ ਸਾਡੀ ਬਿਮਾਰੀ ਇਹ ਹੈ, ਅਸੀਂ ਕਹਿੰਦੇ ਆਪ ਮਰੇ ਜਗ ਪਰ ਲੋ, ਸਾਡਾ ਆ ਗਿਆ ਹੁਣ ਬਸ ਖਤਮ ਕਹਾਣੀ, ਸਾਡਾ ਬਣਾ ਦੇ ਤੇ ਕਿਸੇ ਦਾ ਰਹਿਣਾ ਰਹਿ ਜਾਵੇ। ਇਸ ਤਰ੍ਹਾਂ ਜੇ ਕਮਿਊਨਿਟੀ ਤੌਰ ਤੇ ਇਸ ਤਰ੍ਹਾਂ ਰਹੇਗੀ, ਕਮਿਊਨਿਟੀ ਅਸੀਂ ਨਿਮਾਣ ਵੱਲ ਨੂੰ ਜਾ ਰਹੇ। ਜਿਵੇਂ ਭੈਣ ਜੀ ਤੱਕਰ ਕਹਿ ਗਏ ਨੇ, ਸਾਡੇ ਹਾਲ ਪੰਜਾਬ ਤੋਂ ਵੀ ਮਾੜੇ ਇਸ ਦੇਸ਼ 'ਚ ਹੋਣੇ, ਤੁਸੀਂ ਯਾਦ ਰੱਖਦੇ। ਇਹ ਸੱਚ ਆ ਗੱਲ। ਤੁਸੀਂ ਕਿਹੜੀ ਤੁਹਾਡੀ ਜਗ੍ਹਾ ਇੱਥੇ ਰਹਿ ਗਈ ਜੇ ਤੁਹਾਡੇ ਮਾਪੇ ਰੁੜ ਰਹੇ ਨੇ? ਤੁਸੀਂ ਇੱਥੇ ਟੈਕਸ ਸਾਲ ਦਾ 50-50 ਹਜ਼ਾਰ ਦੇ ਰਹੇ ਹੋ, ਤੁਹਾਡੇ ਮਾਪਿਆਂ ਦਾ ਕੋਈ ਹੀਲਾ ਨਹੀਂ ਹੋ ਰਿਹਾ। ਉਹ ਦੇਸ਼ ਦੀਆਂ ਫਲਾਈਟਾਂ ਆ ਰਹੀਆਂ ਨੇ, ਉਸ ਦੇਸ਼ ਦੀਆਂ ਫਲਾਈਟਾਂ ਦਾ ਵੀ ਇਹ ਕ੍ਰੈਡਿਟ ਲੈ ਰਹੇ ਨੇ। 1,70,000 ਦੀ ਫਲਾਈਟ, ਜਿਹੜੀ $1 ਲੱਖ ਦੀ, $1 ਲੱਖ ਦੀ ਫਲਾਈਟ ਹੈ,
ਉਹ 70 ਹਜ਼ਾਰ ਏਜੰਟ ਵੱਧ ਲੈ ਰਹੇ। ਜਿਹਨੇ 50 ਸੀਟਾਂ ਵੇਚਤੀਆਂ ਉਹਦਾ ਤਾਂ 35 ਲੱਖ ਰੁਪਈਆ ਬਣ ਗਿਆ। ਉਹਨੂੰ ਤਾਂ ਕੋਈ ਤੰਗੀ ਉਹ ਨਹੀਂ ਹੈ, ਉਹ ਤਾਂ ਕਮਾਈ ਕਰ ਲਈ ਉਹਨੇ ਤਾਂ। ਹੁਣ ਤਾਂ ਕੋਵਿਡ ਫਿੱਟ ਬੈਠ ਗਿਆ। ਸਾਹਿਬ ਬਲਜਿੰਦਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਮੈਂ ਕਈ ਵਾਰੀ ਆਪਦਾ ਟੈਕਸਟ ਮੈਸੇਜ ਵੀ ਤੁਹਾਨੂੰ ਕਰ ਹਟਿਆ। ਸਾਡੇ ਫੈਮਿਲੀ ਦੇ 9 ਮੈਂਬਰ ਆ ਉੱਥੇ। ਉਹਨਾਂ ਵਿੱਚ 2 ਬੱਚੇ ਆ ਜਿਹੜੇ ਅਬਾਊਟ 6 months ਅੰਡਰ ਆ ਹਨਾ। ਤੇ ਅਸੀਂ ਜਿੱਦਾਂ ਪਹਿਲਾਂ ਮੈਂ ਸੋਚਿਆ ਉਦੋਂ ਕਾਫੀ ਖੱਜਲ ਖੁਆਰੀ ਜੀ ਸੀਗੀ, ਤੇ ਮੈਂ ਸੋਚਿਆ ਮੈਂ ਕਿਹਾ ਪੈਨਿਕ ਨਹੀਂ ਹੁੰਦਾ, ਕੋਈ ਕਰ ਲੈਂਦੇ ਹਾਂ ਵੀ ਹੌਲੀ ਹੌਲੀ ਸ਼ੁਰੂ ਕਰਨਗੇ। ਇਹਨਾਂ ਨੇ ਤਾਂ ਕੰਮ ਹੀ ਨਿਬੇੜ ਦਿੱਤਾ ਸੀ ਥੋੜ੍ਹੀ ਜਿਹੀਆਂ ਫਲਾਈਟਾਂ ਲਿਆ ਕੇ ਹਨਾ। ਤੇ ਹੁਣ ਅਸੀਂ ਪ੍ਰਾਏ 3-4 ਰਾਤਾਂ ਹੋ ਗਈਆਂ। ਜਿਸ ਦਿਨ ਏਅਰ ਇੰਡੀਆ ਦੀ ਰਾਤ ਨੂੰ ਖੁੱਲੀ ਹੈ 1-1:30 ਵਜੇ, ਉਦਣ ਸਾਰੀਆਂ ਮੈਂ ਜਿੱਦਾਂ ਵੀ ਰਿਜ਼ਰਵ ਵੀ ਕਰ ਲਈਆਂ। ਮੁੜ ਕੇ ਜਦੋਂ ਐਂਡ ਤੇ ਪੇਮੈਂਟ ਹੁੰਦੀ ਆ ਉੱਥੇ ਜਾ ਕੇ ਜੀ ਤੁਹਾਡਾ ਉਹ ਪੇਜ ਹੀ ਲੋਸ ਹੋ ਜਾਂਦਾ। ਮੁੜ ਕੇ ਤੁਸੀਂ ਰੀਸਟਾਰਟ ਕਰ ਲਓ, ਉੱਥੇ ਕੁਛ ਵੀ ਨਹੀਂ ਮਿਲਦਾ। ਆਹ ਹਾਲ ਹੋਇਆ ਹੋਇਆ। ਤੇ ਸਵੇਰੇ ਉਹ ਕਤਰ ਏਅਰਲਾਈਨ ਦੀਆਂ ਅੱਜ ਸਵੇਰੇ ਨਿਕਲੀਆਂ, ਉਹ ਵੀ ਨਹੀਂ ਹੋਈਆਂ। ਹੁਣ 2-3 ਰਾਤਾਂ ਹੋ ਗਈਆਂ। ਦੁਬਾਰਾ ਉੱਥੇ ਏਜੰਟਾਂ ਨੂੰ ਪੁੱਛਿਆ, ਉਹ ਕੋਈ ਕਹਿੰਦਾ 1.5 ਲੱਖ ਲਵਾਂਗੇ। ਉਹ 1.5 ਲੱਖ 'ਚ ਵੀ ਉਹ ਪਤਾ ਖੁੱਲਣ ਦੀ ਵੇਟ ਕਰਦੇ ਆ ਜਾਂ ਕੀ ਕਰਦੇ, ਉੱਦਾਂ ਹੀ ਤੁਹਾਨੂੰ ਟਰਕਾਈ ਜਾਂਦੇ ਆ। ਤੇ ਹੁਣ ਉਹਨਾਂ ਵਿੱਚੋਂ ਸਾਡੇ 4-5 ਮੈਂਬਰ ਤਾਂ ਜਿਹਨਾਂ ਦਾ ਸਰਦਾ ਨਹੀਂ। ਇੱਕ ਬੱਚਾ ਹੁਣ ਉਹਨਾਂ ਨੇ ਉੱਥੋਂ ਬੰਬੇ ਤੋਂ ਲੈਣੀਆਂ। ਦੇਖੋ ਇਹ ਪਤਾ ਨਹੀਂ ਚਾਹੁੰਦੇ ਵੀ ਰਾਜੀ ਖੁਸ਼ੀ ਬੰਦੇ ਇੱਥੇ ਆ ਜਾਣ, ਵੀ ਬਿਮਾਰੀ ਲੈ ਕੇ ਹੀ ਆਉਣ ਰਹੇ। ਹੁਣ ਉਹਨਾਂ ਨੇ ਪਹਿਲਾਂ ਦਿੱਲੀ ਤੋਂ ਬੰਬੇ, ਉੱਥੇ 5-6 ਘੰਟੇ ਸਟੇ ਬੰਬੇ, ਨਿੱਕਾ ਜਿਹਾ ਬੱਚਾ ਹੈ ਨਾਲ। ਤੇ ਬੰਬੇ ਤੋਂ ਫਰੈਂਕਫੋਰਟ ਤੋਂ ਟੋਰਾਂਟੋ ਤੋਂ ਫਿਰ ਵੈਨਕੂਵਰ। ਦੱਸੋ ਇਹ ਕੋਈ ਹਾਲ ਹੈ ਆਉਣ ਵਾਸਤੇ? ਇੰਨਾ ਚਿਰ ਹੋ ਗਿਆ ਜੀ, ਇੰਨੇ ਚਿਰ 'ਚ ਵੀ ਨਹੀਂ ਬੰਦੇ। ਹੁਣ ਮੈਂ ਅੱਜ ਸਵੇਰੇ ਕੀਤਾ ਸੀਗਾ ਐਮਰਜੈਂਸੀ ਰੋਕੋ ਤੇ ਜਿਹੜਾ ਫੋਨ ਨੰਬਰ ਸੀ, ਮੈਂ ਕਿਹਾ ਜਦੋਂ ਦੇ ਅਸੀਂ ਇੱਥੇ ਆਏ ਕਦੇ ਹੋਰ ਪਾਰਟੀ ਬਾਰੇ ਸੋਚਿਆ ਨਹੀਂ ਸੀ। ਆਲਵੇਜ਼ ਅੱਖਾਂ ਮੀਟ ਕੇ ਲਿਬਰਲ ਨੂੰ ਵੋਟ ਪਾਈ ਸੀ ਹਨਾ। ਪਰ ਮੈਂ ਤੁਸੀਂ ਜਿੱਦਾਂ ਟੋਟਲੀ ਫੇਲ ਹੈ। ਹੁਣ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਵੀ ਤੁਸੀਂ ਸਾਡੇ ਸਹੀ ਨਹੀਂ ਹੈਗੇ। ਇੱਦਾਂ ਦਾ ਹਾਲ ਹੋਇਆ। ਕੋਈ ਹੁਣ ਚਲੋ ਔਖਾ ਟਾਈਮ ਸੀਗਾ, ਥੋੜਾ ਚਿਰ ਤਾਂ ਔਖਾ ਸੀ, ਪਰ ਹੁਣ ਇੰਨੇ 3-4 ਮਹੀਨੇ ਹੋ ਗਿਆ ਗਿੱਲ ਸਾਹਿਬ। ਹੁਣ ਇੰਨੇ ਚਿਰ ਵੀ ਨਹੀਂ ਕੁਛ ਕਰ ਸਕਦੇ ਤਾਂ ਫਿਰ ਕਦੋਂ? ਬਹੁਤ ਲੰਬਾ ਜੀ। ਥੈਂਕ ਯੂ ਜੀ, ਥੈਂਕ ਯੂ। ਮੈਂ ਜਸਪ੍ਰੀਤ ਸਿੰਘ, ਜੇ ਤੁਸੀਂ ਕਰੋ ਤਾਂ ਆਪਾਂ ਉਹਨਾਂ ਤੇ ਸਾਈਨ ਕਰਾਈਏ ਸਾਰਿਆਂ ਤੋਂ। ਬਿਲਕੁਲ ਠੀਕ ਹੈ ਵੀਰ ਜੀ, ਬਿਲਕੁਲ ਆਪਾਂ ਕਰਦੇ ਹਾਂ ਕੁਛ। ਪਲੀਜ਼ ਕਰੋ ਥੋੜੀ ਜਿਹੀ। ਜਸਪ੍ਰੀਤ ਸਿੰਘ ਜੀ ਲਿਖਦੇ ਨੇ, ਥੈਂਕ ਯੂ ਵੀਰ ਜੀ। ਜਸਪ੍ਰੀਤ ਸਿੰਘ ਹੋਣੀ ਲਿਖਦੇ ਆ, ਆਈ ਹੈਵ ਮਾਈ 2 kids, my wife and parents stuck there and my kids passport going expire in August। ਬੱਚਿਆਂ ਦੇ ਪਾਸਪੋਰਟ ਖਤਮ ਹੋ ਰਹੇ ਨੇ ਅਗਸਤ ਦੇ ਵਿੱਚ। 2 ਬੱਚੇ ਨੇ ਤੇ ਵਾਈਫ ਤੇ ਪੇਰੈਂਟਸ, ਮਤਲਬ ਪਰਿਵਾਰ ਹੀ ਹੈ ਸਾਰਾ। ਉਹ ਕਹਿੰਦੇ ਮੈਂ ਕੈਨ ਹਾਰਡੀ ਦੇ ਗੇੜੇ ਕੱਢਦਾ ਫਿਰਦਾ, ਕੋਈ ਨਹੀਂ ਮੈਨੂੰ ਪੁੱਛਦਾ। ਹੁਣ ਤਾਂ ਲੋਕਾਂ ਨੇ ਏਅਰ ਇੰਡੀਆ ਦਾ ਟਵਿੱਟਰ ਦਾ ਕਿਸੇ ਨੇ ਭੇਜਿਆ ਮੈਨੂੰ ਵੀ, ਅਸੀਂ ਵੈਬਸਾਈਟ ਓਪਨ ਕੀਤੀ 5 ਵਜੇ 6 ਜੂਨ ਨੂੰ, 4:30 ਸਵੇਰ ਦੇ ਵੱਜੇ ਸੀ ਤੇ ਹਾਈ ਟ੍ਰੈਫਿਕ ਹੋ ਗਈ। 6 ਕਰੋੜ ਲੋਕਾਂ ਨੇ ਹਿੱਟ ਕਰ ਦਿੱਤਾ ਵੈਬਸਾਈਟ ਨੂੰ ਤੇ 22,000 ਸਿਰਫ ਸੀਟਾਂ ਸੀ। 6 ਕਰੋੜ ਤੇ 22,000 ਸੀਟਾਂ ਟੋਟਲ। ਉਧਰ ਤਾਂ ਚਾਂਦੀ ਹੈ, ਉਹ ਚਲਾਉਣਗੇ, ਹੋਰ ਚਲਾਉਣਗੇ, ਤੁਸੀਂ ਦੇਖਿਓ ਸਹੀ। ਹਰਜੀਤ ਸਿੰਘ ਜੀ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਰਜੀਤ ਸਿੰਘ ਦੇਖੋ, ਇਹ ਤੇ ਨਾ ਮੀਡੀਆ ਤੇ ਆ ਕੇ ਢੋਲ ਤਾਂ ਬਥੇਰਾ ਪਿੱਟਿਆ ਗਿਆ, ਪਰ ਜਿਹੜਾ ਕੰਮ ਜਿੰਨਾ ਹੋਣਾ ਚਾਹੀਦਾ ਸੀ ਉਹ ਹੋਇਆ ਨਹੀਂ। ਗਾਹਾਂ ਹੋਣਾ ਤਾਂ ਕੀ ਸੀ, ਜਿਹੜਾ ਉਹ ਬਸ ਥੋੜੇ ਦਿਨ ਕਰਕੇ ਥੋੜੀਆਂ ਫਲਾਈਟਾਂ ਲਿਆ ਕੇ 9 ਜਿਹਾ ਕਰਤਾ। ਤੇ ਮੈਨੂੰ ਇਹ ਗੱਲ ਦੀ ਹੈਰਾਨੀ ਹੋ ਰਹੀ ਹੈ ਵੀ ਉਹ ਜਦੋਂ ਨਾ ਇਹ ਕੰਮ ਫਲਾਈਟਾਂ ਦਾ ਚੱਲਿਆ ਸੀ, ਉਹਦੇ ਵਿੱਚ ਰੋਜ਼ ਆ ਕੇ ਰੇਡੀਓ ਸਟੇਸ਼ਨ ਤੇ ਦੱਸਦੇ ਸੀ ਅਸੀਂ ਇਹ ਕੈਟਾਗਰਾਈਜ਼ ਕੀਤਾ ਹੋਇਆ ਵੀ ਪਹਿਲਾਂ ਸੀਨੀਅਰ ਆਉਣਗੇ ਤੇ ਜਿਹੜੇ ਸਿਟੀਜ਼ਨ ਆਉਣਗੇ ਉਹ ਆਉਣਗੇ। ਤੇ ਮੈਂ ਹੈਰਾਨੀ ਦੀ ਹੱਦ ਰਹਿ ਗਈ। ਮੈਂ ਮਤਲਬ ਅਪ੍ਰੈਲ ਦੇ ਐਂਡ ਦੇ ਵਿੱਚ ਸ਼ਾਇਦ ਫੋਨ ਕੀਤਾ ਸੀ ਪਿੰਡ ਕਿਸੇ ਨੂੰ, ਤੇ ਉਹਨਾਂ ਨੂੰ ਦੱਸਿਆ ਇਹਦੇ ਬਾਰੇ, ਉਹਨਾਂ ਦਾ ਕੋਈ ਸਟੱਕ ਸੀ ਉੱਥੇ। ਮੇਰੀ ਤਾਂ ਹੈਰਾਨੀ ਦੀ ਹੱਦ ਰਹਿ ਗਈ। ਉਹ ਕਹਿੰਦੇ ਵੀ ਅਸੀਂ ਤਾਂ ਸਟੂਡੈਂਟ ਤੇ ਮਤਲਬ ਜਿਹੜੇ ਵੇਟਰ ਉਹ ਜਾ ਰਹੇ ਆ ਉਹ ਫਲਾਈਟਾਂ ਦੇ ਵਿੱਚ,
ਮੈਂ ਕਿਹਾ ਵੀ ਇੱਥੇ ਤਾਂ ਰੋਜ਼ ਰੌਲਾ ਪੈਂਦਾ ਵੀ ਉਹ ਵੀ ਤਾਂ ਵੇਟਰ ਜਾਂ ਜਿਹੜੇ PR ਉਹ ਤਾਂ ਆ ਹੀ ਨਹੀਂ ਸਕਦੇ, ਵੀ ਸਿਟੀਜ਼ਨ ਆ ਸਕਦੇ, ਵੀ ਇਹਦਾ ਮਤਲਬ ਇਹਦੇ ਵਿੱਚ ਤਾਂ ਬਹੁਤ ਵੱਡਾ ਫਰਾਡ ਚੱਲ ਰਿਹਾ ਵੀ ਟਿਕਟਾਂ ਹੋਲਡ ਕਰਕੇ ਮਹਿੰਗੀਆਂ ਉਹ ਗਾਂ ਇਹੋ ਜਿਹੇ ਲੋਕਾਂ ਨੂੰ ਵੇਚੀਆਂ ਜਾ ਰਹੇ ਨੇ ਜਿਹੜੇ ਮਤਲਬ ਕਿਸੇ ਵੀ ਕੀਮਤ ਲੈਣ ਨੂੰ ਤਿਆਰ ਨੇ। ਤੇ ਦੂਜੀ ਗੱਲ ਇਹ ਵੀ ਆ ਵੀ ਤੁਸੀਂ ਆ ਦੱਸ ਰਹੇ ਹੋ ਵੀ ਨਾ ਉੱਥੇ ਲੋਕਡਾਊਨ ਹੋ ਰਿਹਾ, ਲੋਕਡਾਊਨ ਦੀ ਗੱਲ ਤਾਂ ਛੱਡੋ, ਉੱਥੇ ਹੁਣ ਮੈਨੂੰ ਲੱਗਦਾ ਵੀ ਅਗਲੇ 2 ਦਿਨਾਂ ਦੇ ਵਿੱਚ ਉਹਨੇ 3 ਨੰਬਰ ਤੇ ਆ ਜਾਣਾ ਕੇਸਾਂ ਦੇ ਵਿੱਚ, ਤੇ ਬਾਕੀ ਮੁਲਕਾਂ ਦੀ ਮਜਬੂਰੀ ਬਣ ਜਾਣੀ ਹੈ ਕਿ ਉੱਥੋਂ ਫਲਾਈਟਾਂ ਉਹਨਾਂ ਨੂੰ ਬੰਦ ਕਰਨੀਆਂ ਪੈਣੀਆਂ ਸਾਰੀਆਂ। ਤੇ ਕੇਸ ਜਿਸ ਤਰ੍ਹਾਂ ਆ ਰਹੇ ਆ ਮੈਨੂੰ ਲੱਗਦਾ ਵੀ ਜੂਨ ਦੇ ਵਿੱਚ ਹੀ ਮੈਨੂੰ ਲੱਗਦਾ ਕੇਸ 4 ਲੱਖ ਤੇ 5 ਲੱਖ ਦੇ ਨੇੜੇ ਪਹੁੰਚ ਜਾਣੇ ਆ। ਤੇ ਹੁਣ ਬਾਕੀ ਮੁਲਕਾਂ ਨੂੰ ਮੈਨੂੰ ਲੱਗਦਾ ਜਾਪਾਨ, ਕੈਨੇਡਾ, ਜਿੰਨੇ ਵੀ ਮੁਲਕ ਨੇ ਇਹਨਾਂ ਦੀ ਮਜਬੂਰੀ ਬਣ ਜਾਣੀ ਹੈ ਕਿ ਉਹ ਫਲਾਈਟਾਂ ਉੱਥੇ ਉਹਨੇ ਟੋਟਲੀ ਬੰਦ ਕਰਨੀਆਂ ਪੈਣੀਆਂ ਨੇ। ਤੇ ਲੋਕਾਂ ਦੀ ਮਤਲਬ ਮੁਸ਼ਕਲ ਬਹੁਤ ਜ਼ਿਆਦਾ ਵਧਣ ਵਾਲੀ ਆਉਣ ਵਾਲੇ ਟਾਈਮ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜੀ, 6 ਤੋਂ 5 ਤੇ ਉਹ ਆ ਗਿਆ ਇਟਲੀ ਤੇ ਸਪੇਨ, ਉਹਨਾਂ ਨੇ ਪਿੱਛੇ ਛੱਡਤਾ। ਕੱਲ ਉਹ 5 ਨੰਬਰ ਤੇ ਸੀ। ਤੇ ਬੰਬੇ ਦੇ ਵਿੱਚ ਸਿਸੋਦੀਆ ਨੇ ਕਿਹਾ ਸਾਨੂੰ 80,000 ਬੈੱਡ ਚਾਹੀਦਾ। ਏਅਰ ਇੰਡੀਆ ਦੀ ਫਲਾਈਟ ਬਾਰੇ ਕਿਸੇ ਨੇ ਦੱਸਿਆ ਕਿ ਉਹ ਸਿਰਫ ਇੰਡੀਆ ਤੋਂ ਹੀ ਬੁੱਕ ਹੋ ਸਕਦੀ ਹੈ, ਆਨਲਾਈਨ ਬੈਂਕਿੰਗ ਤੇ ਕ੍ਰੈਡਿਟ ਕਾਰਡ, ਇੰਡੀਅਨ ਅਕਾਊਂਟ। ਹੁਣ ਸਾਰੇ ਇਨਫੋਰਮੇਸ਼ਨ ਦੇ ਰਹੇ ਨੇ। ਜੇ ਇੱਕ ਹੋਰ ਭਾਈ ਸਾਹਿਬ ਨੇ ਆਹੀ ਗੱਲ ਲਿਖੀ ਆ, ਰਕੇਸ਼ ਜੀ ਨੇ, ਕਿ ਜੋ ਲੋਕ ਏਅਰ ਇੰਡੀਆ ਦੀ ਫਲਾਈਟ ਟਰਾਈ ਕਰ ਰਹੇ ਨੇ ਉਹ ਪਹਿਲਾਂ ਆਪਣੀ ਪੇਮੈਂਟ ਮੈਥਡ ਸ਼ੋਰ ਕਰ ਲੈਣ। ਕੈਨੇਡੀਅਨ ਕ੍ਰੈਡਿਟ ਕਾਰਡ ਉਧਰ ਚੱਲਦੇ ਨਹੀਂ, ਉਧਰਲਾ ਪੇਮੈਂਟ ਮੈਥਡ ਵੀ ਜੇ 5 ਲੱਖ ਤੱਕ ਹੈ ਉਹ ਵੀ ਦਿਨ ਵਿੱਚ ਜ਼ਰੂਰ ਹੋਵੇ, ਨਹੀਂ ਤਾਂ ਸਾਰਾ ਪੇਜ ਲੋਸਟ ਹੋ ਜਾਂਦਾ। ਮੈਂ ਆਪਣੇ ਸਾਰੇ ਕ੍ਰੈਡਿਟ ਕਾਰਡ ਟਰਾਈ ਕੀਤੇ ਨੇ, ਨਹੀਂ ਚੱਲੇ। ਫਿਰ ਮੇਰੇ ਫਰੈਂਡ ਦੇ ਕ੍ਰੈਡਿਟ ਕਾਰਡ ਤੋਂ ਕੈਨੇਡਾ ਦੀ ਮਨੀ ਉਹਨੂੰ ਚੇਂਜ ਕੀਤੀ ਤੇ ਉਹਦੀ ਮੈਨੂੰ ਫਿਰ ਇਹ ਟਿਕਟ ਮਿਲੀ ਹੈ। ਬਹੁਤ ਵੱਡੀ ਪ੍ਰੋਬਲਮ ਆ ਵੀ ਉੱਥੇ ਅਕਾਊਂਟ ਇਹਦਾ ਚਾਹੀਦਾ, ਰਕੇਸ਼ ਜੀ ਨੇ ਦੱਸਿਆ। ਵਪਾਰਕ ਸੰਦੇਸ਼ ਇਹ ਹੁਣ ਸੁਣ ਲਿਆ ਜੀ ਤੁਸੀਂ 1 ਘੰਟੇ ਤੋਂ। ਹੁਣ ਇਹਨੂੰ ਸਿੱਧਾ ਕਰਨ ਲਈ, ਪੁੱਠਾ ਕਰਨ ਲਈ ਜਿੰਨੀਆਂ ਮਰਜ਼ੀ ਟਾਕ ਸ਼ੋ ਹੋ ਜਾਣ, ਗੱਲਾਂ ਹੋ ਜਾਣ, ਪਰ ਲੋਕਾਂ ਦਾ ਦੁੱਖ ਲੋਕਾਂ ਦਾ। ਪਰ ਲੋਕੋ ਤੁਸੀਂ ਵੀ ਇਕੱਠੇ ਨਹੀਂ ਹੁੰਦੇ। ਅਸੀਂ ਹਲੇ ਪਾਰਟੀਆਂ ਤੇ ਅਸੀਂ ਸਾਰੀ ਜਗ੍ਹਾ ਲਿਬਰਲ ਨੂੰ ਪਾਈ, ਅਸੀਂ ਕੰਸਰਵੇਟਿਵ ਨੂੰ ਪਾਈ, ਅਸੀਂ NDP ਨੂੰ ਪਾਈ। ਉਹ ਤੁਸੀਂ ਕਾਮਨ ਗਰਾਊਂਡ ਤੇ ਤਾਂ ਇਕੱਠੇ ਹੋ ਜਾਓ। ਪਾਰਟੀਆਂ ਜਿਹਨੂੰ ਮਰਜ਼ੀ ਪਾ ਲਿਓ। ਮੈਂ ਕਿਸੇ ਵੀ ਲਿਬਰਲ ਪਾਰਟੀ ਦੇ ਅਗੇਂਸਟ ਨਹੀਂ ਗੱਲ ਕਰ ਰਿਹਾ, ਮੈਂ ਲੋਕਾਂ ਦੀ ਗੱਲ ਕਰ ਰਿਹਾ। ਤੁਸੀਂ ਬੰਦੇ ਤਾਂ ਮੰਗਾ ਲਓ, ਤੁਸੀਂ ਲਿਬਰਲ ਨੂੰ ਜਿਤਾ ਦਿਓ, ਫਿਰ ਮੇਰਾ ਕੁਝ ਨਹੀਂ ਹੈ ਇਹਦੇ 'ਚ ਮਤਲਬ। ਜਿਹਨੂੰ ਮਰਜ਼ੀ ਵੋਟਾਂ ਪਾ ਦਿਓ, ਪਰ ਬੰਦੇ ਆਪਣੇ ਸੱਦ ਲਓ। ਇਹ ਬਹੁਤ ਜ਼ਰੂਰੀ ਹੈ। ਦੂਸਰੀ ਜਿਹੜੀ ਗੱਲ ਕਰਨੀ ਹੈ ਮੈਂ, ਉਹ ਇਹ ਹੈ ਕਿ ਕੈਨੇਡੀਅਨਜ਼ 1,90,000 ਦੇ ਕਰੀਬ ਰੀਪੇਮੈਂਟਸ ਕਰ ਚੁੱਕੇ ਨੇ, ਜਿਹੜਾ COVID-19 ਦੇ ਕਰਕੇ ਫੰਡ 2-2 ਹਜ਼ਾਰ ਦੀਆਂ ਪੀਲੀਆਂ ਚੈੱਕਾਂ ਜਿਹੜੀਆਂ ਲੋਕਾਂ ਨੂੰ ਮਿਲੀਆਂ ਸੀ, ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ। ਇਹਦੇ ਤੇ ਹੁਣ ਰਾਜਨੀਤੀ ਵੀ ਹੋ ਰਹੀ ਹੈ ਤੇ ਕੁਝ ਇਸ ਨੂੰ ਜਸਟੀਫਾਈ ਵੀ ਕਰ ਰਹੇ ਨੇ ਵੀ ਕੀ ਆ 2-2 ਹਜ਼ਾਰ ਜੇ ਲੈ ਵੀ ਲਿਆ। ਜਗਮੀਤ ਸਿੰਘ ਹੋਣੀ ਇਸ ਗੱਲ ਤੇ ਕਹਿੰਦੇ ਕਹਿ ਕੇ ਗਏ ਨੇ, ਕਿਸੇ ਨੇ ਦੱਸਿਆ ਮੈਨੂੰ ਲੋਕਲ ਕਿਸੇ ਰੇਡੀਓ ਤੇ, ਕੋਈ ਗੱਲ ਨਹੀਂ $2,000 ਜੇ ਲੈ ਲਿਆ, ਬਿਲੀਅਨਸ ਲੋਕ ਲੈ ਰਹੇ ਨੇ, ਵੱਡੀਆਂ ਕੰਪਨੀਆਂ, ਉਹਨਾਂ ਨੂੰ ਫੜੋ, 2,000 ਵਾਲਿਆਂ ਨੂੰ ਫੜੋ। ਹੁਣ ਇਹ ਤਾਂ ਪਤਾ ਨਹੀਂ 1,90,000 ਕਿਹਨੇ ਮੋੜਿਆ। ਇਹ ਤਾਂ ਸਾਰੀ ਕਮਿਊਨਿਟੀ, ਆਪਾਂ ਇਹ ਨਹੀਂ ਵੀ ਪੰਜਾਬੀਆਂ ਨੇ ਮੋੜਿਆ, ਸਾਰੇ ਕੈਨੇਡਾ 'ਚ ਮੋੜਿਆ। 600 ਦੀ ਹੋਰ ਇਨਵੈਸਟੀਗੇਸ਼ਨ ਹੋ ਰਹੀ ਹੈ। ਜਦ ਦੀ ਸਨਿਚ ਲਾਈਨ ਉਹਨਾਂ ਨੇ ਲਾਈ, ਲੋਕ ਦੱਸਣ ਲੱਗ ਗਏ, ਇੱਕ ਦੂਜੇ ਤੋਂ ਡਰ ਗਏ ਲੋਕ ਵੀ 5 ਮਹੀਨੇ ਦੀ ਸਜ਼ਾ ਹੋ ਸਕਦੀ ਹੈ, 5,000 ਫਾਈਨ ਹੋ ਸਕਦਾ ਹੈ। ਇਹਦੇ 'ਚ ਹੁਣ ਉਹ ਬਹੁਤ ਮੁਸ਼ਕਲ ਦੇ ਵਿੱਚ ਨੇ, ਜਿਸ ਤਰ੍ਹਾਂ ਟੈਕਸੀ ਇੰਡਸਟਰੀ 'ਚ ਕੰਮ ਉਹ ਕਰਦੇ ਨੇ, ਕਿਉਂਕਿ ਇਹਦੇ 'ਚ ਇਹ ਹੈ ਵੀ ਕੰਮ ਤੁਸੀਂ ਜੇ ਕੀਤਾ ਨਹੀਂ ਇਹਦੇ ਕਰਕੇ। ਹੁਣ ਉਹ ਕੰਮ ਕਰ ਰਹੇ ਨੇ ਪਰ ਪੈਸੇ ਉਹਨਾਂ ਨੂੰ ਬਣ ਨਹੀਂ ਰਹੇ। ਐਸੈਂਸ਼ੀਅਲ ਸਰਵਿਸ ਇਸ ਤਰ੍ਹਾਂ ਟਰੱਕਰ ਨੇ ਤੁਰੇ ਤਾਂ ਫਿਰਦੇ ਆ, ਉਹ ਲਿਆਓ ਬ੍ਰੈਡ ਲਿਆ ਦਿਓ, ਆਹ ਲਿਆ ਦਿਓ ਸਾਡੇ ਲਈ, ਤੁਸੀਂ ਸ਼ੇਅਰ ਹੈ ਤੁਹਾਡੇ ਕਰਕੇ ਅਸੀਂ ਬਚੇ ਹੋਏ ਆ। ਪਰ ਠੀਕ ਆ, ਸ਼ੇਅਰ ਤਾਂ ਹੈਗੇ ਆ, ਉਹਨਾਂ ਨੂੰ ਕਮਾਈ ਨਹੀਂ ਹੋ ਰਹੀ, ਇਹ ਬੈਨੀਫਿਟ ਲਈ ਐਲੀਜੀਬਲ ਨਹੀਂ ਹੋ ਰਿਹਾ। ਹੁਣ ਟੈਕਸੀ ਇੰਡਸਟਰੀ ਇਸ ਤੇ ਬਹੁਤ ਫਿਕਰ ਕਰ ਰਹੇ ਨੇ ਮੁੰਡੇ ਕਿ ਹੁਣ ਅਸੀਂ ਕੀ ਕਰੀਏ, ਜੇ ਅਸੀਂ $2,000 ਲਿਆ, ਸਾਡੇ ਕੋਲ ਤਾਂ ਕੱਖ ਵੀ ਨਹੀਂ ਬਣਿਆ, ਅਸੀਂ ਤਾਂ ਹਰ ਰੋਜ਼ ਸਵੇਰੇ ਗੱਡੀਆਂ ਧੋ ਕੇ ਸੜਕਾਂ ਤੇ ਆ ਜਾਂਦੇ, ਕੋਈ ਬਹਿੰਦਾ ਨਹੀਂ ਵਿੱਚ। ਤੇ ਇਹ ਗੱਲ ਕਹਿਣੀ ਵੀ ਇੱਕ ਚੋਰੀ ਨੂੰ ਜਸਟੀਫਾਈ ਕਰਨਾ ਵੀ ਜੇ ਅਰਬਾਂ ਕਮਾਉਣ ਵਾਲੇ, ਕਰੋੜਾਂ ਕਮਾਉਣ ਵਾਲੇ ਫਿਰਦੇ ਨੇ, ਉਹਨਾਂ ਨੂੰ ਫੜੋ, ਇਹ 2,000 ਵਾਲਿਆਂ ਨੂੰ ਫੜੋ ਨਾ ਫੜੋ। ਇਹ ਤਾਂ ਕੈਨੇਡੀਅਨ ਵੈਲਿਊਜ਼ ਦੇ ਅਨੁਕੂਲ ਹੈ ਨਹੀਂ। ਇਹ ਤੁਸੀਂ ਕੀ ਇਨਫੋਰਮੇਸ਼ਨ ਦੇਣੀ ਚਾਹੁੰਦੇ ਹਾਂ ਅਸੀਂ ਬਾਹਰ? ਕਿਹੜਾ ਮਾਰਗਦਰਸ਼ਕ ਅਸੀਂ ਕਰ ਰਹੇ ਹਾਂ ਲੋਕਾਂ ਨੂੰ, ਕੀ ਸਮਝਾ ਰਹੇ ਹਾਂ ਅਸੀਂ? ਇਹ ਬੜੀ ਹੈਰਾਨੀ ਦੀ ਗੱਲ ਹੈ। ਇਹਦੇ ਤੇ ਅੱਜ ਸਵੇਰ ਦੀ ਗੱਲ ਬੜੀ ਚੱਲੀ ਆ ਵੀ ਇੱਕ ਪਾਰਟੀ ਦਾ ਲੀਡਰ
ਉਹ ਇਹ ਕਹਿ ਰਿਹਾ ਵੀ $2000 ਜਿਨ੍ਹਾਂ ਨੇ ਚੋਰੀ ਕੀਤੀ ਹੈ ਉਹ ਕੋਈ ਵੱਡੀ ਗੱਲ ਨਹੀਂ। ਮੈਂ ਉੱਥੇ ਮਿਲੀਅਨਸ ਵਾਲੇ ਵੀ ਕਰਦੇ ਨੇ, ਤਾਂ ਮਤਲਬ ਕੱਲ ਨੂੰ ਵੱਡਾ ਡਰੱਗ ਡੀਲਰ ਨੂੰ ਦੇਖ ਕੇ ਛੋਟਾ ਡਰੱਗ ਵੇਚਣ ਲੱਗੇ, ਛੋਟੇ ਨੂੰ ਫੜੋ ਕਰਕੇ ਵੱਡਾ ਵੀ ਵੇਚਦਾ ਹੀ ਹੈ, ਮੈਂ ਵੀ ਵੇਚ ਦੂੰ। ਇਹ ਜਸਟੀਫਿਕੇਸ਼ਨ ਹੈ? ਉਹ ਫੰਡਸ ਨੇ ਜਿਹੜੇ $2000 4 ਮਹੀਨੇ ਲਈ 8000 ਕਿਸੇ ਨੂੰ ਮਿਲਣਾ, ਉਹ ਹੈ ਜਿਹੜੇ COVID-19 ਕਰਕੇ ਘਰੇ ਬਹਿ ਗਏ, ਕੰਮ ਨਹੀਂ ਕਰ ਰਹੇ। ਉਹਨਾਂ ਦੀਆਂ ਗਾਹਾਂ ਫਰਦਰ ਦਿੱਤੀਆਂ ਕਿਸੇ ਬਿਜ਼ਨਸ ਵਾਲੇ ਨੂੰ ਵੀ ਜੇ ਕਿਸੇ ਉਹਨਾਂ ਦਾ ਬਿਜ਼ਨਸ 30% ਘਟ ਗਿਆ ਤੇ ਉਹਨਾਂ ਦੀ ਪੇਰੋਲ ਤੇ ਬੰਦੇ ਨੇ, ਉਹ ਉਹਨਾਂ ਦੇ 75% ਲੈ ਸਕਦੇ ਨੇ ਪੈਸਾ। ਜੇ ਕਿਸੇ ਦਾ ਰੈਂਟਲ ਇਨਕਮ ਜਿਹੜੀ ਹੈ ਉਹ ਘਟ ਗਈ, ਨਾ ਕਿਸੇ ਦਾ ਬਿਜ਼ਨਸ ਘਟ ਗਿਆ, ਉਹਦੀ ਰੈਂਟਲ ਇਨਕਮ ਦੇ ਵਿੱਚ 75% ਉਹਨੂੰ ਜਿਹੜਾ ਉਹ ਕੁਛ ਰਾਹਤ ਮਿਲ ਸਕਦੀ। ਪਰ ਕੀ ਤੁਸੀਂ ਇਹ $2000 ਜਿਹਨੇ ਗਲਤ ਕਲੇਮ ਕਿਉਂ ਕਰੇ? ਮੈਂ ਇਹ ਗੱਲ ਤੇ ਆਉਣਾ ਚਾਹੁੰਦਾ, ਜਿਹੜਾ ਬੰਦਾ ਕੰਮ ਕਰ ਰਿਹਾ ਹੈ ਉਹ ਕਿਉਂ $2000 ਲਈ ਕਰੇ? ਤੁਸੀਂ ਇਹ ਕਿਹੜੀ ਚੀਜ਼ ਕਹਿਣੀ ਚਾਹੁੰਦੇ ਹੋ? ਕੀ ਜਸਟੀਫਿਕੇਸ਼ਨ ਚਾਹੁੰਦੇ ਹੋ? ਕਿਉਂ ਸਰਕਾਰ ਤੋਂ ਕੋਈ $2000 ਲਵੇ? ਸਾਡੇ ਟੈਕਸ ਪੇਅਰ ਦੀ ਮਨੀ ਗਲਤ ਕਿਉਂ ਕਰੇ? ਹੁਣ ਮੈਂ ਕੰਮ ਕਰ ਰਿਹਾ, ਲੋਕਾਂ ਨੂੰ ਪਤਾ ਮੈਂ ਹਰ ਰੋਜ਼ ਕੰਮ ਕਰ ਰਿਹਾ, ਮੈਂ $2000 ਕਾਹਦੇ ਲਈ ਉੱਥੇ ਤੇ ਕਰਾਂ? ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹ ਕਿਉਂ ਲੈਣ? ਬਿਲਕੁਲ ਮੈਂ ਟੈਕਸੀ ਵਾਲਿਆਂ ਦੇ ਲਈ ਉਹਨਾਂ ਦੇ ਹੱਕ 'ਚ ਹੈ ਕਿ ਉਹਨਾਂ ਨੂੰ $2000 ਮਿਲਣਾ ਚਾਹੀਦਾ, ਕਿਉਂਕਿ ਉਹਨਾਂ ਦੀ ਇਨਕਮ ਨਹੀਂ ਬਣੀ। ਜਿਹੜਾ 1 ਘੰਟੇ ਬਾਅਦ ਉਹਨਾਂ ਨੂੰ ਟ੍ਰਿਪ ਮਿਲਦਾ ਸੀ ਏਅਰਪੋਰਟ ਤੋਂ, 6-6 ਘੰਟੇ ਮੁੰਡੇ ਬੈਠੇ ਰਹਿੰਦੇ ਆ, ਫਿਰ ਰਿਸਕ ਆ ਉਹਨਾਂ ਦਾ। ਬੰਦਾ ਵਿੱਚ ਬਹਿਣਾ, ਕਿਹਨੇ ਬਹਿਣਾ? ਸੋ ਇਹ ਜਿਹੜਾ 1,90,000 ਰੀਪੇਮੈਂਟਸ ਹੋ ਰਹੀਆਂ ਨੇ, 600 ਬੰਦਿਆਂ ਦੀ ਹੋਰ ਇਨਵੈਸਟੀਗੇਸ਼ਨ ਹੋ ਰਹੀ ਹੈ, ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਸਾਕਰਨ ਸਿੰਘ ਜੀ, ਲਾਈਨ। ਹਾਂਜੀ ਗੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਆਪਣੇ ਤੁਸੀਂ ਬਹੁਤ ਵਧੀਆ ਗੱਲ ਚੋਈ ਹੈਗੀ ਆ, ਸਵੇਰ ਤੋਂ ਹੀ ਸੁਣ ਰਹੇ ਹੈਗੇ ਆ। ਇਹ ਸਰਕਾਰੀ ਦਰਬਾਰੇ ਖਬਰਾਂ ਪਹੁੰਚਾ ਰਹੇ ਹੈਗੇ ਆ। ਸਾਡੇ ਸਰਕਾਰੀ ਨੁਮਾਇੰਦੇ ਖਾਸ ਤੌਰ ਦੇ ਉੱਤੇ MP MLA ਸਾਹਿਬ ਬੜੇ ਕੰਸਰਨ ਹੈਗੇ ਇਸ ਮਸਲੇ ਦੇ ਨਾਲ ਕਿ ਜੀ ਬਹੁਤ ਵੱਡਾ ਫਰਾਡ ਹੋ ਰਿਹਾ ਹੈਗਾ ਆ। ਗੱਲ ਤਾਂ ਇਹ ਹੈਗੀ ਆ ਗੱਲ ਸਾਹਿਬ, ਇਹਦੇ ਵਿੱਚ ਦੇਖੋ ਗਵਰਨਮੈਂਟ ਵੱਲੋਂ ਇਹ ਫੈਸਿਲਿਟੀ ਦਿੱਤੀ ਗਈ ਸੀਗੀ ਉਸ ਵੇਲੇ ਕੋਵਿਡ ਦੇ ਦੌਰਾਨ ਕਿ ਜਿਹੜਾ ਕੋਈ ਜ਼ਰੂਰਤਮੰਦ ਹੈਗਾ ਆ ਜਿਹਦੀ ਜੌਬ ਚਲੇ ਗਈ ਆ ਔਰ ਉਹਨੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਟੈਕਸ ਦਿੱਤਾ ਹੈਗਾ ਗਵਰਨਮੈਂਟ ਨੂੰ, ਮਤਲਬ ਕਿ ਟੈਕਸ ਦੇਣੇ ਤੋਂ ਭਾਵ ਇਹੀ ਸੀਗਾ ਉਹਦਾ ਕਿ ਉਹ ਇਨਕਮ ਬਣਾਉਣਾ ਸੀਗਾ। ਸੋ ਹੁਣ ਉਹਦੀ ਇਨਕਮ ਚਲੇ ਗਈ ਆ ਕੋਵਿਡ ਕਰਕੇ, ਸੋ ਦਿੱਤਾ ਗਿਆ ਸੀਗਾ। ਉਹਦੇ ਵਿੱਚ ਕੋਈ ਅਹਿਸਾਨ ਨਹੀਂ ਕੀਤਾ ਗਵਰਨਮੈਂਟ ਨੇ, ਸਾਰੀਆਂ ਗਵਰਨਮੈਂਟਾਂ ਕਰਦੀਆਂ ਹੈਗੀਆਂ। ਔਰ ਇੱਥੋਂ ਇਹ ਵੀ ਪਤਾ ਲੱਗਦਾ ਹੈਗਾ ਕਿ ਜਦੋਂ ਇਹਨਾਂ ਕੋਲੋਂ ਕੋਈ ਫੰਡਿੰਗ ਮੰਗੀ ਜਾ ਕੇ ਕਿਸੇ ਹਸਪੀਟਲ ਲਈ ਜਾਂ ਕਿਸੇ ਹੋਰ ਕੰਮ ਦੇ ਲਈ, ਉਸ ਵੇਲੇ ਇਹਨਾਂ ਕੋਲ ਫੰਡ ਨਹੀਂ ਹੁੰਦੇ ਹੈਗੇ। ਹੁਣ ਆਪਣੀ ਰਾਜਨੀਤੀ ਨੂੰ ਚਮਕਾਉਣੇ ਵਾਸਤੇ ਔਰ ਬਲੇਮ ਕੀਤਾ ਜਾ ਰਿਹਾ ਹੈਗਾ ਆ ਜਿਹੜੀ ਪਾਰਟੀ ਦੀ ਸਪੋਰਟ ਲਈ ਗਈ ਹੈਗੀ ਆ NDP ਨੂੰ। ਇੱਥੇ ਐਡੇ ਐਡੇ ਵੱਡੇ ਸਿਆਣੇ ਇਕਨੋਮਿਸਟ ਬੈਠੇ ਆ ਜਿਹੜੇ ਜੀ ਜਗਮੀਤ ਸਿੰਘ ਨੇ ਇਹ ਕਰ ਦਿੱਤਾ, ਜਗਮੀਤ ਸਿੰਘ ਨੇ ਉਹ ਕਰ ਦਿੱਤਾ। ਦੇਖੋ ਮੈਂ ਕੋਈ ਜਗਮੀਤ ਸਿੰਘ ਦਾ ਸਪੋਰਟਰ ਨਹੀਂ ਹੈਗਾ, ਵੀ ਹੈਗੇ ਸਿਟੀਜ਼ਨ ਹੀ ਮੈਂ ਤਾਂ ਗੱਲ ਕਰੂੰਗਾ। ਇੱਥੇ ਤੱਕ ਵੀ ਬਲੇਮ ਲੱਗ ਗਿਆ ਕਿ ਜੀ ਕਿਰਾਏਦਾਰ ਕਿਰਾਇਆ ਨਹੀਂ ਦਿੰਦੇ ਹੈਗੇ ਤੇ ਉਹ ਮਕਾਨ ਮਾਲਕ ਔਖੇ ਹੋ ਗਏ ਆ। ਇਹਦੇ ਪਿੱਛੇ ਵੀ NDP ਗਵਰਨਮੈਂਟ ਜ਼ਿੰਮੇਵਾਰ ਆ ਤੇ NDP ਦਾ ਫੈਡਰਲ ਲੀਡਰ ਜ਼ਿੰਮੇਵਾਰ ਆ BC ਦੇ ਵਿੱਚ। ਜਦ ਕਿ ਇਹ ਦੋਨੋਂ ਜਿਹੜੇ ਹੈਗੇ ਆ ਅਮੈਂਡਮੈਂਟ ਕੀਤੀਆਂ ਸੀਗੀਆਂ ਟਰੂਡੋ ਗਵਰਨਮੈਂਟ ਨੇ, ਲਿਬਰਲ ਪਾਰਟੀ ਦੀ ਮੌਜੂਦਾ ਗਵਰਨਮੈਂਟ ਨੇ ਕੀਤੀਆਂ ਸੀਗੀਆਂ। ਉਹਨਾਂ ਨੇ ਇਹ ਗੱਲ ਕਹੀ ਸੀਗੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਕਿਸੇ ਨੂੰ ਧੱਕੇ ਦੇ ਨਾਲ ਨਹੀਂ ਘਰੋਂ ਕੱਢ ਸਕਦੇ ਇਸ ਵੇਲੇ ਅਖਿਆਈ ਦੇ ਵਿੱਚ। ਇਹ ਨਹੀਂ ਕਿਹਾ ਹੈਗਾ ਕਿ ਤੁਸੀਂ ਕਿਰਾਇਆ ਨਹੀਂ ਦੇਣਾ ਹੈਗਾ, ਇਸ ਗੱਲ ਤੋਂ ਛੂਟ ਨਹੀਂ ਦਿੱਤੀ ਸੀਗੀ। ਗੱਲ ਨੂੰ ਸਮਝੇ ਬਗੈਰ ਹੀ ਇੱਕ ਦੂਸਰੇ ਉੱਪਰ ਇੱਕ ਤਾਂ ਇਲਜ਼ਾਮਬਾਜ਼ੀ ਲੱਗਣ ਲੱਗ ਪੈਂਦੀ। ਜਿਵੇਂ ਹੁਣ $2000 ਆ ਜੀ, $2000 ਦੀ ਗੱਲ ਥੋੜ੍ਹਾ, ਗੱਲ ਤਾਂ ਹੈਗੀ ਆ ਕਿ ਉਹਨਾਂ ਨੇ ਪੱਤਾ ਦਿੱਤਾ ਸੀਗਾ ਗਵਰਨਮੈਂਟ ਨੇ। ਹੁਣ 3 ਮਹੀਨੇ ਹੋ ਗਏ, ਕਈਆਂ ਨੇ 6000 ਵੀ ਲੈ ਲਿਆ। ਸੋ ਜੇ ਲੈ ਲਿਆ ਕਿਸੇ ਨੇ ਗਲਤ ਲਿਆ ਹੈਗਾ, ਉਹ ਗਵਰਨਮੈਂਟ ਦਾ ਕੰਮ ਆ ਦੇਖਣੇ ਦਾ। ਉਹਦੇ ਵਿੱਚ ਸਾਰਿਆਂ ਨੂੰ ਥੋੜ੍ਹਾ ਆਪਾਂ ਗਿੱਲ ਸਾਹਿਬ ਕਹਿ ਸਕਦੇ ਆ ਕਿ ਜੀ ਸਾਰੇ ਚੀਟਰ ਆ, ਸਾਰੇ ਧੋਖੇਬਾਜ਼ ਆ। ਔਰ ਦੁੱਧ ਧੋਤੇ ਇਹੀ ਇਕੱਲੇ ਜਿਹੜੇ ਪੋਲੀਟੀਸ਼ੀਅਨ ਹੈਗੇ ਇਹੀ ਆ। ਇਹ ਕਿੰਨੇ ਫੰਡ ਲੈਂਦੇ ਆ ਵਿਹਲੇ ਬੈਠੇ, ਕਿੰਨੀਆਂ ਤਨਖਾਹਾਂ ਲੈਂਦੇ ਆ। ਇਹ 3 ਮਹੀਨਿਆਂ ਦੀ ਹੁਣ ਇਹਨੇ ਤਨਖਾਹ ਛੱਡਣੀ ਆ। ਜੇ ਤੁਸੀਂ ਜਸਟੀਫਾਈ ਕਰਨਾ ਹੋਵੇ ਕਿਸੇ ਨੂੰ, ਦੂਸਰੇ ਨੂੰ ਤੁਸੀਂ ਬਲੇਮ ਕਰਦੇ ਹੈਗੇ ਆ। ਇਹਨਾਂ ਦੇ ਜਿਹੜੇ ਸਟਾਫ ਆ, ਇਹਨਾਂ ਦੇ PA GA DA TA ਜਿਹੜੇ ਹੈਗੇ ਆ ਉਹ ਬੰਦ ਹੋ ਗਏ ਇਹਨਾਂ ਦੇ, ਉਹ ਵੀ ਤਾਂ ਸਾਰਾ ਕੁਝ ਲੈ ਰਹੇ ਹੈਗੇ ਇਹ। ਔਰ ਜਦੋਂ ਇਹਨਾਂ ਨੂੰ ਕੁਐਸਚਨ ਕਰਦਾ ਕੋਈ, ਫਿਰ ਇਹ MP ਸਾਹਿਬ ਉਸੇ ਵੇਲੇ ਆ ਕੇ ਕਹਿ ਦਿੰਦੇ ਹੈਗੇ ਆ ਕਿ ਜੀ MP ਦਾ ਕੰਮ ਹੈਗਾ ਆ, ਅਸੀਂ ਆਪਣੇ ਦਫ਼ਤਰ ਵਿੱਚ 24 ਘੰਟੇ ਕੰਮ ਕਰਦੇ ਆ ਜਦ ਕਿ ਦਫ਼ਤਰ ਬੰਦ ਆ। ਮਤਲਬ ਗਿੱਲ ਸਾਹਿਬ ਗੱਲ ਤਾਂ ਇਹ ਹੈਗੀ ਆ, ਇਹਦੇ ਵਿੱਚ ਜਗਮੀਤ ਸਿੰਘ ਹੁਣਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਕਿ ਜੀ ਉਹ ਹੁਣ ਉਹਦਾ ਸਾਥ ਨਹੀਂ ਦੇ ਰਿਹਾ ਹੈਗਾ। ਜੇ ਨਹੀਂ, ਉਹਨੇ ਤਾਂ ਇਹ ਗੱਲ ਕਹੀ ਸੀਗੀ ਕਿ ਜਿਹੜੇ ਵੱਡੀਆਂ ਕਾਰਪੋਰੇਸ਼ਨਾਂ ਹੈਗੀਆਂ ਉਹਨਾਂ ਤੋਂ ਟੈਕਸ ਵਰਾਇਆ ਜਾਵੇ। ਔਰ ਆਮ ਤੌਰ ਉੱਤੇ ਜਿੰਨੀਆਂ ਵੀ ਟੈਕਸ ਜੇ ਗਵਰਨਮੈਂਟ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਵਰਾਏ, ਕੈਨੇਡਾ ਦੇ ਵਿੱਚ
ਜੋ ਸੇਖੋਂ ਸਾਹਿਬ ਕਹਿ ਰਹੇ ਹੈਗੇ ਆ ਕਿ ਮਿਨੀਮਮ ਜਿਹੜੀ ਇਨਕਮ ਹੈਗੀ ਆ, ਅਸਿਸਟੈਂਟ ਇਨਕਮ ਹੈਗੀ ਆ, ਹਰੇਕ ਨਾਗਰਿਕ ਨੂੰ ਮਿਲੂਗੀ। ਔਰ ਹੁਣ ਟਰੂਡੋ ਗਵਰਨਮੈਂਟ ਦੇ ਹੀ ਰਹੀ ਹੈਗੀ ਆ, ਸਾਰਾ ਕੁਝ ਕਰ ਰਹੀ ਹੈਗੀ ਆ। ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਹੈਗੀ ਉਹਨਾਂ ਨੂੰ ਵੀ ਦੇ ਰਹੀ ਹੈਗੀ ਆ। ਔਰ ਇਹਦੇ ਵਿੱਚ ਵੱਡੇ ਜਿਹੜੇ ਜ਼ਿਆਦਾ ਕਾਰਪੋਰੇਸ਼ਨ ਆ, ਵੱਡੀਆਂ ਦਾ ਬੈਨੀਫਿਟ ਉਹਨਾਂ ਨੂੰ ਹੋਣਾ। 2-2000 ਵਾਲਿਆਂ ਨਾਲ ਗਵਰਨਮੈਂਟ ਨੂੰ ਮੈਨੂੰ ਨਹੀਂ ਲੱਗਦਾ ਕੋਈ ਘਾਟਾ ਪੈ ਜਾਊਗਾ। ਇਹਨਾਂ ਨੇ $7 ਬਿਲੀਅਨ ਦੇ ਲੋਨ ਲੈਣੇ ਆ। 1550 AM KRPI Ferndale. The views expressed are not necessarily those of the staff, management, or ownership of this station. ਥੈਂਕ ਯੂ ਵੀਰ ਜੀ, ਥੈਂਕ ਯੂ। ਗੁਰਪਾਲ ਸਿੰਘ ਜੀ, ਤੁਸੀਂ ਇਹ ਤੇ ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਤੇ ਇਸ ਤੋਂ ਪਹਿਲੇ ਕਾਲਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵਿਸਤਾਰਪੂਰਵਕ ਗੱਲਾਂ ਕੀਤੀਆਂ ਨੇ। ਔਰ ਇਸ ਵੇਲੇ ਜਿਹੜੀ ਇਹ ਸਰਬ ਨੂੰ ਲੈ ਕੇ ਮਤਲਬ ਕਿ ਇੱਕ ਕਿਓਸ ਜਿਹਾ ਬਣ ਗਿਆ ਕਿ ਬਹੁਤ ਵੱਡਾ ਫਰਾਡ ਹੋਇਆ ਹੈਗਾ। ਦੇਖੋ, ਸਭ ਤੋਂ ਵੱਡੀ ਗੱਲ ਸਮਝਣ ਵਾਲੀ ਹੈ ਕਿ ਇਸ ਵੇਲੇ ਬਿੱਲ ਲਿਆਉਣ ਦੀ ਲੋੜ ਕਿਉਂ ਪਈ। ਠੀਕ ਹੈ, ਮੈਂ ਮੰਨਦਾ ਕਿ ਮੈਂ ਬਹੁਤ ਦੇਰ ਤੋਂ ਇਹ ਗੱਲ ਕਹਿ ਰਿਹਾ ਕਿ ਜਦੋਂ ਅਸੀਂ ਅੰਕੜਿਆਂ ਨੂੰ ਦੇਖਦੇ ਹਾਂ, ਸਾਡੀ ਵਰਕਫੋਰਸ ਟੋਟਲ ਜਿਹੜੀ ਹੈਗੀ ਹੈ 15.45 ਮਿਲੀਅਨ ਲੇਬਰ ਮਾਰਕੀਟ ਦੇ ਵਿੱਚ ਵਰਕਫੋਰਸ ਹੈਗੀ ਸਾਡੀ ਕੈਨੇਡਾ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਇਸ ਵੇਲੇ 8.41 ਮਿਲੀਅਨ ਸਰਬ ਦੇ ਉੱਪਰ ਹੈਗੀ, ਜਿਹੜੀ 30 ਮਈ ਤੱਕ ਦੇ ਅੰਕੜੇ ਹੈਗੇ ਨੇ ਜੀ। ਔਰ ਉਸ ਤੋਂ ਬਾਅਦ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਹੋਈਆਂ ਨੇ ਉਹ 15.44 ਮਿਲੀਅਨ ਅੱਜ ਤੱਕ ਹੋ ਚੁੱਕੇ, ਕਿਉਂਕਿ ਸਰਬ ਜਿਹੜਾ ਹੈਗਾ ਹਰ ਮਹੀਨੇ ਤੁਹਾਨੂੰ ਅਪਲਾਈ ਕਰਨਾ ਪੈਂਦਾ। ਪਿਛਲੇ 2.5 ਮਹੀਨਿਆਂ ਦੇ ਵਿੱਚ 15 ਮਿਲੀਅਨ ਦੇ ਕਰੀਬ ਐਪਲੀਕੇਸ਼ਨ ਪ੍ਰੋਸੈਸ ਹੋਈਆਂ। ਹੁਣ ਇੱਥੇ ਰੌਲਾ ਇਹ ਹੋ ਗਿਆ, ਜਿਸ ਚੀਜ਼ ਦਾ ਸਭ ਤੋਂ ਵੱਡੀ ਗੱਲ ਸਮਝਣ ਦੀ ਹੈਗੀ ਆ, ਔਰ ਸਰਦਾਰ ਜਗਮੀਤ ਸਿੰਘ ਜੀ ਨੂੰ ਵਿਰੋਧ ਕਰ ਰਹੇ ਨੇ, ਔਰ ਮੈਂ ਵੀ ਸਵੇਰੇ ਕਈ ਰੇਡੀਓ ਸਟੇਸ਼ਨਾਂ ਤੇ ਇਸ ਗੱਲ ਦਾ ਵਿਰੋਧ ਕੀਤਾ ਕਿ ਗੱਲ ਸਹੀ ਦੀ ਹੈਗੀ ਆ, ਪੈਸੇ ਦੀ ਕਰੀਏ। ਤੇ ਇਹਦੇ ਵਿੱਚ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਓਰੀਜਨਲ ਬਜਟ ਸੀਗਾ ਉਹ $27 ਬਿਲੀਅਨ ਦਾ ਸੀਗਾ, ਜਦੋਂ $150 ਬਿਲੀਅਨ ਇਸ ਆਪਦਾ ਦੇ ਲਈ ਰੱਖੇ ਗਏ ਸੀ, ਜਿਨ੍ਹਾਂ ਦੇ ਵਿੱਚ $82 ਬਿਲੀਅਨ ਦੇ ਕਰੀਬ ਬੈਂਕਾਂ ਵਗੈਰਾ ਨੂੰ ਬਚਾਉਣ ਦੇ ਲਈ ਰੱਖੇ ਗਏ ਸੀਗੇ। ਪਰ 1 ਜੂਨ ਤੱਕ $43.51 ਬਿਲੀਅਨ ਵੰਡਿਆ ਜਾ ਚੁੱਕਿਆ, ਔਰ ਸਰਬ ਦੇ ਤਹਿਤ 4 ਮਹੀਨੇ ਦਾ ਪ੍ਰੋਮਿਸ ਕੀਤਾ ਸੀ ਪ੍ਰਾਈਮ ਮਿਨਿਸਟਰ ਨੇ। ਹੁਣ 3 ਜੂਨ ਤੋਂ ਬਾਅਦ ਇਹਨਾਂ ਨੂੰ ਸਰਬ ਦੇ ਲਈ ਪੈਸੇ ਦੇਣ ਦੇ ਲਈ ਪੈਸੇ ਖਜ਼ਾਨੇ 'ਚ ਨਹੀਂ ਹੈਗੇ। ਹੁਣ ਉਹ ਪੈਸੇ ਦੇ ਲਈ ਇਹਨਾਂ ਨੂੰ ਪਾਰਲੀਮੈਂਟ ਦੇ ਅੱਗੇ ਜਾਣਾ ਪੈਣਾ ਸੀਗਾ, ਤਾਂ ਕੋਈ ਨਾ ਕੋਈ ਐਸਾ ਬਿੱਲ ਜਾਣਾ ਪੈਣਾ ਸੀ ਕਿ ਜਿਹਦੇ ਧਿਆਨ ਲੋਕਾਂ ਦਾ ਉੱਧਰ ਹੋ ਜਾਏ, ਔਰ ਪਾਰਲੀਮੈਂਟ 'ਚ ਅਸੀਂ ਉਸ ਬਿੱਲ ਦੇ ਪੰਨਿਆਂ ਦੇ ਵਿੱਚ ਹੀ ਸਰਬ ਦੇ ਲਈ ਹੋਰ ਫੰਡ ਲੈ ਲਈਏ। ਕਿਉਂਕਿ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਕੈਨੇਡੀਅਨ ਸਰਕਾਰ 13.7% ਅਨਇੰਪਲੋਇਮੈਂਟ ਦਿਖਾ ਰਹੀ ਹੈ ਜੂਨ ਦੇ ਮਹੀਨੇ ਦੇ ਵਿੱਚ, ਤਾਂ ਦੂਜੇ ਪਾਸੇ ਅਸੀਂ ਜਦੋਂ ਸਰਬ ਦੀ ਐਪਲੀਕੇਸ਼ਨ ਦੇਖਦੇ ਹਾਂ ਤਾਂ 50 to 60% ਸਾਡੀ ਟੋਟਲ ਵਰਕਫੋਰਸ ਇਸ ਵੇਲੇ ਅਨਇੰਪਲੋਇਡ ਹੈ। ਜੇ ਇੰਨੀ ਵੱਡੀ ਅਨਇੰਪਲੋਇਮੈਂਟ ਦੇਸ਼ ਦੇ ਵਿੱਚ ਹੈਗੀ ਆ ਤਾਂ ਲੋਕਾਂ ਤੋਂ ਲੁਕੋਈ ਕਿਉਂ ਜਾ ਰਹੀ ਹੈ, ਲੋਕਾਂ ਨੂੰ ਦੱਸੀ ਕਿਉਂ ਨਹੀਂ ਜਾ ਰਹੀ। ਦੂਜੀ ਗੱਲ ਹੈ ਕਿ $770 ਬਿਲੀਅਨ ਅਸੀਂ ਸਿਰਫ ਇਸ ਵੇਲੇ 45 ਤੋਂ 90 ਬਿਲੀਅਨ ਦੇ ਲਗਭਗ ਦੇ ਵਿੱਚ ਸਰਬ ਦੇ ਵਿੱਚ ਜਿਹੜਾ ਵੰਡਿਆ ਜਾਣਾ ਅਗਲੇ 4 ਤੋਂ 6 ਮਹੀਨੇ ਦੇ ਵਿੱਚ, ਅਸੀਂ ਉਹਨੂੰ ਤਾਂ ਕੁੱਟੀ ਜਾ ਰਹੇ ਹਾਂ। ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਹੈਗਾ $770 ਬਿਲੀਅਨ ਜਿਹੜੀ ਬੇਲ ਆਊਟ ਪੈਕੇਜ ਦੇਣੀ ਹੈ, ਔਰ ਜਿਹੜੀ 75% ਵੇਜ ਸਬਸਿਡੀ ਦਿੱਤੀ ਗਈ ਹੈ ਉਹਦਾ ਹਿਸਾਬ ਕਿਤਾਬ $40,000 ਜਿਹੜੇ ਸਮਾਲ ਬਿਜ਼ਨੈਸਿਸ ਨੂੰ ਦਿੱਤੇ ਗਏ, ਉਹਦੇ ਵਿੱਚ ਸਭ ਤੋਂ ਵੱਡੇ ਫਰਾਡ ਹੋਏ ਨੇ। ਉਹਨਾਂ ਦੇ ਲਈ ਸਜ਼ਾ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਆ, ਉਹ ਚੀਜ਼ ਸਮਝਣ ਵਾਲੀ ਹੈਗੀ ਹੈ। ਜਗਮੀਤ ਸਿੰਘ ਸਹੀ ਗੱਲ ਕਰ ਰਹੇ ਨੇ ਕਿ ਵੱਡੇ ਘਰਾਣੇ ਬਿਲੀਅਨਰ ਜਿਹੜੇ ਹੈਗੇ ਨੇ, $325 ਬਿਲੀਅਨ ਦਾ ਸਾਡਾ ਟੈਕਸ ਆਫਸ਼ੋਰ ਕੰਪਨੀਆਂ ਥਰੂ ਖਾ ਜਾਂਦੇ ਨੇ। 3000 ਕੇਸ ਕੋਰਟਾਂ ਦੇ ਵਿੱਚ ਚੱਲਣ ਡਏ ਨੇ, ਔਰ ਉਹਨਾਂ ਦੀ ਰਿਕਵਰੀ ਨਹੀਂ ਹੋ ਪਾ ਰਹੀ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਮੀਟ ਪ੍ਰੋਡਿਊਸਰ ਕੈਨੇਡਾ ਦਾ 48 ਕੰਪਨੀਆਂ ਬਣਾ ਕੇ $0 ਟੈਕਸ ਦਿੱਤੇ ਬਗੈਰ ਕੈਨੇਡਾ 'ਚੋਂ ਪੈਸਾ ਕੱਢ ਕੇ ਲੈ ਜਾਂਦੇ ਨੇ। ਔਰ ਉਸ ਤੋਂ ਬਾਅਦ ਲਾਬਲਾ ਵਰਗੀ ਕੰਪਨੀ ਦੇ ਉੱਤੇ ਤੁਸੀਂ ਦੇਖੋ ਕਿ ਕਿੰਨੇ $ਬਿਲੀਅਨ ਦੀ ਟੈਕਸ ਚੋਰੀ ਦੇ ਮਤਲਬ ਕਿ ਜਿਹੜੇ ਇਲਜ਼ਾਮ ਨੇ ਸਾਬਤ ਹੋਏ ਨੇ, ਔਰ ਉਹ ਪੈਸਾ ਖਜ਼ਾਨੇ ਜਮ੍ਹਾਂ ਕਰਾਉਣ ਦੀ ਗੱਲ ਹੋਈ ਹੈ $368 ਬਿਲੀਅਨ ਦੇ ਕਰੀਬ, ਮਤਲਬ ਕਿ $368 ਮਿਲੀਅਨ। ਛੋਟੀਆਂ ਰਕਮਾਂ ਨਹੀਂ ਹੈਗੀਆਂ। ਜਦੋਂ ਤੁਸੀਂ ਹੁਣ ਇੱਕ ਆਮ ਬੰਦੇ ਨੂੰ ਪੁਨਿਸ਼ ਕਰਨ ਦੀ ਗੱਲ ਕਰ ਰਹੇ ਹੋ, ਮੈਂ ਉਸ ਚੀਜ਼ ਦੇ ਹੱਕ 'ਚ ਆ ਵੀ ਉਹਨਾਂ ਨੂੰ ਵੀ ਪਨਿਸ਼ਮੈਂਟ ਮਿਲਣੀ ਚਾਹੀਦੀ ਜਿਨ੍ਹਾਂ ਨੇ ਅਬਿਊਜ਼ ਕੀਤਾ, ਪਰ ਅਬਿਊਜ਼ ਉਹ ਹੋਇਆ ਹੈਗਾ ਕਈਆਂ ਨੂੰ ਮਤਲਬ ਕਿ ਭੁਲੇਖੇ ਦੇ ਵਿੱਚ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਣ ਕਰਕੇ,
ਜਾਂ ਸਰਕਾਰ ਵੱਲੋਂ ਪੂਰੀ ਤਰ੍ਹਾਂ ਜਾਣਕਾਰੀ ਨਾ ਦਿੱਤੇ ਜਾਣ ਕਰਕੇ, ਜਾਂ ਸਰਕਾਰ ਵੱਲੋਂ ਟਾਈਮ ਟੂ ਟਾਈਮ ਉਸ ਸਰਬ ਦੇ ਸਿਸਟਮ ਨੂੰ ਬਦਲੀ ਕਰਨਾ। ਔਰ ਉਹਦੇ ਜਿਹੜੇ ਨਤੀਜੇ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਗਲਤੀ ਨਾਲ ਅਪਲਾਈ ਕਰਤਾ ਸੀ ਔਰ ਉਹਨਾਂ ਨੇ ਇਮਾਨਦਾਰੀ ਨਾਲ ਦੇਖਿਆ, ਆਪਣੀ ਇਮਾਨਦਾਰੀ ਦਿਖਾਈ। 190 ਹੁਣ ਲੋਕ ਕਹਿ ਰਹੇ ਜੀ ਕਾਨੂੰਨ ਆਉਣ ਤੇ ਡਰ ਕੇ 1,90,000 ਲੋਕਾਂ ਨੇ ਸਰਵ ਵਾਪਸ ਕਰਤਾ। ਇੱਕ ਦਿਨ 'ਚ ਨਹੀਂ ਹੋਏ, ਪਿਛਲੇ 2 ਮਹੀਨਿਆਂ ਦੇ ਵਿੱਚ ਵਾਪਸ ਹੋਏ ਨੇ। ਉਦੋਂ ਕੋਈ ਕਾਨੂੰਨ ਨਹੀਂ ਸੀਗਾ, ਉਦੋਂ ਕੋਈ ਸਜ਼ਾ ਦੀ ਗੱਲ ਨਹੀਂ ਕੀਤੀ ਜਾ ਰਹੀ ਸੀ। ਪ੍ਰਧਾਨ ਮੰਤਰੀ ਕਹਿੰਦਾ ਸੀ ਵੀ ਜਿਹੜਾ ਕੋਈ ਇਹਦਾ ਅਬਿਊਜ਼ ਕਰੂਗਾ ਉਹਨੂੰ ਸਜ਼ਾ ਦੇਵਾਂਗੇ, ਪਰ ਕਾਨੂੰਨ ਕੋਈ ਨਹੀਂ ਹੈਗਾ। ਹੁਣ ਇੱਥੇ ਮੈਂ ਮੁੱਕਦੀ ਗੱਲ ਇੱਕ ਕਰਾਂਗਾ, ਇਹ ਕਾਨੂੰਨ ਪਹਿਲਾਂ ਤਾਂ ਬਿੱਲ ਪਾਸ ਹੋਏਗਾ, ਬਿੱਲ ਪਾਸ ਹੋਣ ਤੋਂ ਬਾਅਦ ਇਹਨੂੰ ਰਾਇਲ ਕੰਸੈਂਟ ਚਾਹੀਦੀ ਹੈ। ਰਾਇਲ ਕੰਸੈਂਟ ਤੋਂ ਬਾਅਦ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਕਾਨੂੰਨ ਬੈਕ ਡੇਟ 'ਚ ਲਾਗੂ ਹੋ ਸਕਦਾ, ਕਿਉਂਕਿ ਜਿਹੜੀਆਂ ਐਪਲੀਕੇਸ਼ਨ ਜਾਂ ਫਰਾਡ ਬੈਕ ਡੇਟ 'ਚ ਹੋਏ ਨੇ, ਇਹਨਾਂ ਕੋਲ ਉਨੇ ਟੂਲ ਹੈਗੇ ਨੇ। ਇਹਨਾਂ ਕੋਲ ਤਾਂ ਆਪਣੀ ਜਿਹੜੀ ਅਕਾਊਂਟੇਬਿਲਿਟੀ ਦੇ ਲਈ, ਆਡਿਟ ਕਰਾਉਣ ਦੇ ਲਈ ਫੰਡ ਨਹੀਂ ਹੈਗੇ। ਕੱਲ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ, ਜਦੋਂ ਇੰਦਰੂਸ਼ੀਆ ਨੇ ਸਵਾਲ ਕੀਤਾ ਕਿ ਤੁਸੀਂ ਆਡਿਟ ਜਨਰਲ, ਜੇ ਤੁਹਾਡਾ ਪਹਿਲਾ ਬਜਟ $250 ਟ੍ਰਿਲੀਅਨ ਦੇ ਕਰੀਬ ਦਾ ਸੀਗਾ, ਹੁਣ ਤੁਹਾਡਾ ਜਿਹੜਾ ਮਤਲਬ ਕਿ ਖਰਚੇ ਜਿਹੜੇ ਹੈਗੇ ਨੇ $500 ਬਿਲੀਅਨ ਦੇ ਉੱਪਰ ਚਲੇ ਜਾਣੇ ਆ, ਤੁਹਾਨੂੰ ਡਬਲ ਆਡੀਟਰ ਜਨਰਲ ਚਾਹੀਦੇ ਨੇ, ਉਹਦੇ ਲਈ ਡਬਲ ਫੰਡਿੰਗ ਚਾਹੀਦੀ ਹੈ। ਕਹਿੰਦੇ ਜੀ 4 ਸਾਲ ਪਹਿਲਾਂ ਪਿਛਲੀ ਸਰਕਾਰ ਕੰਜ਼ਰਵੇਟਿਵ ਨੇ $6 ਮਿਲੀਅਨ ਫੰਡਿੰਗ ਕੱਟੀ ਸੀ ਆਡੀਟਰ ਜਨਰਲ ਦੀ, ਜਿਹਦੇ ਕਰਕੇ 16 ਆਡੀਟਰ ਜਨਰਲ ਲੇ ਆਫ ਕਰਨੇ ਪਏ ਸੀਗੇ। ਤੇ ਇਹ ਤਾਂ ਤੁਸੀਂ ਕੀਤਾ, ਅਸੀਂ ਨਹੀਂ ਕੀਤਾ। ਤੁਸੀਂ 4 ਸਾਲ ਕੀ ਕੀਤਾ? ਤੁਸੀਂ ਹੁਣ ਇੰਨੇ ਵੱਡੇ ਖਰਚੇ ਕਰ ਰਹੇ ਹੋ, ਤੁਸੀਂ ਕਿਉਂ ਨਹੀਂ ਹੁਣ ਡਬਲ ਕਰਦੇ ਕੈਪੈਸਿਟੀ ਆਡੀਟਰ ਜਨਰਲ ਦੀ? ਕਿਉਂ ਨਹੀਂ ਉਹਨਾਂ ਨੂੰ ਫੰਡਿੰਗ ਦਿੰਦੇ? ਤੇ ਇਦਾਂ ਹੀ CRA ਦੇ ਵਿੱਚ ਤੁਸੀਂ ਕਿਉਂ ਨਹੀਂ ਰਿਕਰੂਟਮੈਂਟ ਕਰਦੇ ਜੇ ਆਡਿਟ ਕਰਨਾ ਹੀ ਹੈਗਾ? ਆਡਿਟ ਤਾਂ ਤੁਹਾਡੇ ਕੋਲ ਵੱਡੀਆਂ ਫਰਮਾਂ ਦੇ ਨਹੀਂ ਹੁੰਦਾ, ਜਿੱਥੇ $325 ਬਿਲੀਅਨ ਰਿਕਵਰ ਹੋਣਾ। ਪਨਾਮਾ ਪੇਪਰ ਦਾ ਅੱਜ ਤੱਕ ਆਡਿਟ ਨਹੀਂ ਹੋ ਸਕਿਆ, ਜਿਹਦੇ 'ਚ ਚੰਦ ਫੈਮਲੀਆਂ ਨੇ ਜਿਨ੍ਹਾਂ ਨੂੰ ਤੁਸੀਂ ਮਤਲਬ ਕਿ ਸਬੂਤ ਸਾਰੇ ਤੁਹਾਡੇ ਕੋਲ ਨੇ, ਉਹਨਾਂ ਨੂੰ ਕਚਹਿਰੀ 'ਚ ਲਿਆ ਕੇ ਖੜਾ ਕਰਨਾ ਹੈ। ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਫਲਾਅ ਹੈਗਾ। ਉਸ ਫਲਾਅ ਨੂੰ ਡਿਸਕਸ ਕਰਨ ਦੇ ਲਈ ਸਰਦਾਰ ਜਗਮੀਤ ਸਿੰਘ ਪ੍ਰੈਸ਼ਰ ਕਰ ਰਹੇ ਨੇ। ਮੈਂ ਵੀ ਚਾਹੁੰਦਾ ਕਿ ਵੱਡੇ ਮਗਰਮੱਛ ਵੀ ਫੜੇ ਜਾਣ, ਛੋਟੀਆਂ ਮੱਛੀਆਂ ਨਾ ਫੜੀ ਜਾਓ। ਛੋਟੀ ਮੱਛੀਆਂ ਦੇ ਨਾਲ ਨਾਲ ਵੱਡੇ ਮਗਰਮੱਛਾਂ ਨੂੰ ਵੀ ਹੱਥ ਪਾਓ, ਉਹਨਾਂ ਨੂੰ ਹੱਥ ਪੈਣਾ ਜ਼ਰੂਰੀ ਹੈ। ਔਰ ਉਹ ਮਗਰਮੱਛਾਂ ਨੇ ਅੱਗੇ ਚੱਲ ਕੇ ਬਹੁਤ ਵੱਡੇ ਲੈਵਲ ਦੇ ਉੱਤੇ ਬੈਨੀਫਿਟ ਲੈਣੇ ਨੇ। ਉਹ ਬੈਨੀਫਿਟ ਵੀ ਫਰਾਡ ਨਾ ਹੋਣ, ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇ, ਕਿਉਂਕਿ ਇਹ ਵਾਈਡ ਲਈ ਤੁਸੀਂ ਇਹਨੂੰ ਡਿਸਕਸ ਕਰੋ। ਛੋਟੇ ਜਿਹੇ ਤਰੀਕੇ ਨਾਲ ਨਾ ਸੋਚੋ ਕਿ ਵੀ ਸਾਨੂੰ ਅੱਜ ਪੈਸੇ ਮੁੱਕ ਗਏ ਨੇ, ਪੈਸੇ ਲੈਣੇ ਨੇ, ਅਸੀਂ ਇੱਕ ਕਾਨੂੰਨ ਲਿਆਈਏ, ਕਾਨੂੰਨ ਲਿਆ ਕੇ ਮਤਲਬ ਕਿ ਛੋਟੀਆਂ ਮੱਛੀਆਂ ਫੜ ਲਈਏ, ਵੱਡੀਆਂ ਮੱਛੀਆਂ ਨੂੰ ਨਾ ਹੀ ਕੁਝ ਕਹੀਏ। ਇੱਥੇ ਸਮਝਣ ਦੀ ਗੱਲ ਇਹੀ ਹੈ ਕਿ ਵੱਡੇ ਮਗਰਮੱਛ ਫੜੇ ਜਾਣ ਸਭ ਤੋਂ ਪਹਿਲਾਂ। ਥੈਂਕ ਯੂ ਜੀ, ਧੰਨਵਾਦ ਜੀ। ਕਿ ਭੇਜਿਆ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਮੈਂ ਆਪ ਸੁਣਿਆ ਜਗਮੀਤ ਸਿੰਘ ਨੂੰ ਹੋਸਟ ਨੇ ਉਹਨਾਂ ਨੂੰ ਮਿਸ ਇੰਟਰਪ੍ਰੇਟ ਕੀਤਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਛੋਟੇ ਧੋਖੇਬਾਜ਼ਾਂ ਨੂੰ ਫੰਡ ਦੀ ਬਜਾਏ ਵੱਡੇ ਠੱਗਾਂ ਨੂੰ ਫੜੋ। ਉਹਨਾਂ ਨੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਜੇ ਕਿਸੇ ਨੇ ਗਲਤ ਢੰਗ ਨਾਲ ਪੈਸੇ ਲੈ ਲਏ ਉਹਨਾਂ ਨੂੰ ਛੱਡ ਦਿਓ। ਉਹਨਾਂ ਨੇ ਇਹ ਕਿਹਾ ਕਿ ਮੈਂ ਜੇਲ੍ਹ ਭੇਜਣ ਦੇ ਖਿਲਾਫ ਹਾਂ ਬਸ, ਤੇ ਮੇਰੀ ਨਾ ਹੀ ਵੋਟ ਹੈ ਨਾ ਹੀ ਮੈਂ ਜਗਮੀਤ ਸਿੰਘ ਦਾ ਸਪੋਰਟਰ ਹਾਂ। ਬਿਲਕੁਲ ਠੀਕ ਹੈ, ਜੇ ਮਿਸ ਇੰਟਰਪ੍ਰੇਟ ਕੀਤਾ ਤਾਂ ਇਹ ਗੱਲ ਜਿਹੜੀ ਸਹੀ ਹੋਣੀ ਚਾਹੀਦੀ ਹੈ। ਹਰਪਾਲ ਸਿੰਘ ਜੀ, ਲਾਈਨ ਨੰਬਰ 2। ਹੈਲੋ, ਸੌਰੀ ਗਿੱਲ ਸਾਹਿਬ, ਮੈਂ ਆਪਣੀ ਆਵਾਜ਼ ਆ ਰਹੀ ਮੇਰੀ ਜੀ? ਜੀ ਜੀ। ਹਾਂਜੀ ਗਿੱਲ ਸਾਹਿਬ, ਗੱਲ ਇੱਧਰ ਆ, ਤੁਸੀਂ ਸਿੰਪਲ ਜਿਹਾ ਕੁਐਸਚਨ ਕੀਤਾ ਵੀ ਜਿਨ੍ਹਾਂ ਨੇ 2000 ਲਿਆ, 6000 ਲਿਆ ਜਾਂ ਵੱਧ, ਜਿਨ੍ਹਾਂ ਨੇ ਇਲੀਗਲ ਲਿਆ ਉਹਨਾਂ ਨੂੰ ਮੋੜਨੇ ਚਾਹੀਦੇ, ਪਲੱਸ ਨੂੰ ਜੇ ਹਿਸਾਬ ਨਾਲ ਪੈਨਲਟੀ ਪੈਣੀ ਚਾਹੀਦੀ ਹੈ। ਦੇਖੋ, ਜੇ ਤੂੰ ਤਾਂ ਸਜ਼ਾ ਦੀ ਗੱਲ ਨਾ ਕਰਦਾ ਤੇ ਪੈਸੇ ਮੋੜਨੇ ਹੈ ਨਹੀਂ। ਹਾਂਜੀ, ਫਰਾਡ ਹੋਏ ਇਹਦੇ ਵਿੱਚ। ਆਹ ਕੀ ਗੱਲ ਹੋਈ, ਵੱਡਾ ਮਗਰਮੱਛਾਂ ਨੂੰ ਫੜੋ, ਛੋਟਿਆਂ ਨੂੰ ਕੀ ਕਰਨਾ? ਇਹਨਾਂ ਵਿੱਚ ਤਾਂ ਮੈਂ ਵੀ ਸੁਣੀ ਇੰਟਰਵਿਊ ਉਹਨਾਂ ਦੀ, ਮੈਨੂੰ ਬੜੀ ਵਧੀਆ ਨਹੀਂ ਲੱਗੀ ਜਗਮੀਤ ਸਿੰਘ ਦੀ ਇਹ ਗੱਲ। ਦੇਖੋ, ਚੋਰੀ ਕੱਖ ਦੀ ਵੀ ਤੇ ਲੱਖ ਦੀ ਵੀ। ਇਹ ਕਿਤਾਬ ਜਸਟੀਫਾਈ ਕਰ ਸਕਦੇ ਆ ਵੀ ਇਹ ਛੋਟਿਆਂ ਨੇ 1000-2000 ਲੈਣਾ ਤਾਂ ਕਿਹੜੀ ਗੱਲ ਆ? ਹਾਂਜੀ, ਨੋ, ਜਿਹੜੀ ਗੱਲ ਜਾਇਜ਼ ਆ ਕਾਨੂੰਨ ਦੇ ਅਨੁਸਾਰ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਗਲਤ ਲਏ ਆ ਉਹਨਾਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਆ। ਸਜ਼ਾ ਦੇ ਡਰ ਤੋਂ ਬੰਦਾ ਸਾਰੇ ਕੰਮ ਕਰਦਾ। ਪੈਨਲਟੀ ਦੀ ਕੀ ਗੱਲ? ਹੁਣ ਮੇਰੇ ਕੋਲ 10,000 ਉੱਧਰ ਪਿਆ, ਮੈਂ ਕਹਿੰਦਾ ਚੱਲ ਪੈਨਲਟੀ ਜਾਂ 2,000 ਹੋਰ ਦੇ ਦਿਆਂਗੇ। ਜੇ ਕੀ ਕਹਿੰਦੇ ਹੁੰਦੇ ਆ, ਜੇ ਤਰ ਗਿਆ ਤਾਂ ਠੀਕ ਹੈ, ਡੁੱਬ ਗਿਆ ਤਾਂ ਦੇਖੀ ਜਾਊ। ਉਹ ਗੱਲ ਨਹੀਂ। ਤੁਸੀਂ ਗੱਲ ਬੜੀ ਵਧੀਆ ਕੀਤੀ, ਤੁਸੀਂ ਰਿਪੋਰਟ ਨਹੀਂ ਕੀਤੀ ਐਂਟੀ। ਮੈਂ ਤੁਹਾਡਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਆ ਮੈਂ ਸੁਣੀ ਗੱਲ, ਪਰ ਆਹ ਗੱਲ ਖਿੱਚ ਕੇ ਕਿੱਧਰ ਨੂੰ ਲਈ ਜਾਂਦੇ ਆਪਾਂ? ਮਤਲਬ ਇੰਨੇ ਡਾਟੇ ਬੇਸ ਤੇ ਲੋੜ ਇਹਨੇ। ਸਿੰਪਲ ਗੱਲ ਸੀ ਵੀ ਲੋਕਾਂ ਨੂੰ ਗੌਰਮੈਂਟ ਨੇ ਮਦਦ ਕੀਤੀ, ਔਰ ਜਿਨ੍ਹਾਂ ਨੇ ਗਲਤ ਲਈ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਉਹਨਾਂ ਨੂੰ ਪੈਸੇ ਮੋੜਨੇ ਚਾਹੀਦੇ। ਸਿੰਪਲ ਗੱਲ ਆ। ਉਸੇ ਕਰਕੇ ਹੀ ਜਿਹੜਾ ਉਹਨਾਂ ਨੇ ਅੱਜ ਪ੍ਰਧਾਨ ਮੰਤਰੀ ਨੇ ਜਦ ਲੋਕਾਂ ਨੇ ਪੈਸੇ ਮੋੜੇ ਵੀ ਆ। ਹਾਂਜੀ, ਇਹ ਤਾਂ ਗੱਲ ਹੀ ਲੋਕਾਂ ਦਾ ਹੀ ਪੈਸਾ। ਅਸੀਂ ਕਿਉਂ ਕਹੀਏ ਵੀ ਛੋਟਿਆਂ ਨੂੰ ਛੱਡੋ, ਜੇ 1000 ਜਿਹਨੇ ਲੈ ਲਿਆ 2000 ਨੋ।
ਸਾਰਿਆਂ ਨੂੰ ਇਕੁਅਲ ਆ ਜਿਹੜੇ ਵੱਡੇ ਮਗਰਮੱਛਾਂ ਦੇ ਨਾਂ ਤਾਂ ਲਈ ਜਾਂਦੇ ਉਹਨਾਂ ਦਾ ਦੱਸੋ ਵੀ ਆਹ ਵੱਡਾ ਮਗਰਮੱਛ ਆ ਜੀ, ਆਹ ਕੰਪਨੀਆਂ ਇਹ ਫਰਾਡ ਕਰ ਰਹੀ ਹੈ, ਐਵੇਂ ਡਾਟਾ ਦੇਣ ਦਾ ਕੀ ਫਾਇਦਾ? ਹਾਂਜੀ, ਇਹ ਬਰਾਬਰ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਹੈ, ਤਾਂ ਹੀ ਸਾਡਾ ਦੇਸ਼ ਵਧੀਆ। ਜੇ ਇਹ ਕਹਾਂਗੇ ਵੱਡਿਆਂ ਨੂੰ ਫੜੋ ਜੀ, ਛੋਟੇ ਛੱਡੋ ਜੀ, ਇਦਾਂ ਨੇ। ਇੱਥੇ ਕਿਹੜਾ ਅਮੀਰ ਆ? ਇੱਥੇ ਅਮੀਰ ਮੈਨੂੰ ਲੱਗਦਾ 2 ਨਾ 4% ਹੋਣਗੇ, ਸਭ ਰੋਟੀ ਪਾਣੀ ਖਾਂਦੇ ਆ, ਸਭ ਲੈਵਲ ਜਿਹਾ ਕੀ ਆ। ਵੱਡੇ ਘਰਾਣੇ ਆ, ਉਹਨਾਂ ਦਾ ਨਾਂ ਲਵੋ, ਉਹਨਾਂ ਦਾ ਸ਼ਿਕਾਇਤਾਂ ਕਰੋ। ਇਹ ਨਹੀਂ ਜਸਟੀਫਾਈ ਕਰ ਸਕਦੇ ਵੀ ਵੱਡਿਆਂ ਨੂੰ ਫੜ ਲਓ, ਛੋਟਿਆਂ ਨੂੰ। ਵੈਸੇ ਮੇਰੇ ਖਿਆਲ ਉਹਨਾਂ ਐਨਡੀਪੀਆਰ ਲੀਡਰ ਨੇ ਤਾਂ ਕਿਹਾ ਵੀ ਹੈ ਨਹੀਂ ਕਿ ਉਹਨਾਂ ਨੂੰ ਛੱਡ ਦਿਓ। ਉਹਨਾਂ ਨੇ ਇਹ ਕਿਹਾ ਵੀ ਸਜ਼ਾ ਨਹੀਂ ਹੋਣੀ ਚਾਹੀਦੀ, ਪਰ ਇਹ ਸਜ਼ਾ ਕਿਹੜੀ ਉਹਨਾਂ ਨੂੰ ਕੜੀਆਂ ਲਾ ਲਈਆਂ, ਪਰ ਲੋਕਾਂ ਡਰਦਿਆਂ ਦੇ ਲੋ ਪੈਸੇ ਮੋੜ ਦਿੱਤੇ। ਮੰਨ ਲਓ ਜਸਟਿਸ ਸਾਰਿਆਂ ਬਰਾਬਰੀ ਲੈਣਾ ਚਾਹੀਦਾ। ਧੰਨਵਾਦ ਜੀ। ਧੰਨਵਾਦ ਜੀ। ਬਹੁਤ ਇਸ ਤੇ ਆਪਾਂ ਡਿਟੇਲਡ ਸ਼ੋਅ ਕੀਤੇ ਨੇ, ਤੁਸੀਂ ਜੇ ਯਾਦ ਹੋਵੇ ਬੰਦਿਆਂ ਦੇ ਦੱਸਦਾ ਕਿ ਜਿਹੜੀ ਅਕਾਊਂਟਿੰਗ ਫਰਮ ਹੈ KPMG, ਉਹਨੇ ਕਿਵੇਂ ਲੋਕਾਂ ਦੇ ਪੈਸੇ ਆਫਸ਼ੋਰ ਅਕਾਊਂਟਸ ਦੇ ਵਿੱਚ ਲਾਏ ਜਿੱਥੇ ਟੈਕਸ ਹੇਵਨ ਸੀ, ਜਿੱਥੇ ਟੈਕਸ ਵੀ, ਜਿਵੇਂ ਆਈਲ ਆਫ ਮੈਨ ਇੱਕ ਛੋਟੇ ਜਿਹਾ ਟਾਪੂ ਆ ਇੰਗਲੈਂਡ ਦੇ ਵਿੱਚ, ਤੇ ਉੱਥੇ ਇੱਕ ਵਿਕਟੋਰੀਆ 'ਚ ਰਹਿੰਦਾ ਲੱਖਾਂਪਤੀ ਪਰਿਵਾਰ ਉੱਥੇ ਪੈਸੇ ਲਾ ਕੇ ਉੱਥੋਂ ਮਹੀਨੇ ਦੀ ਮਹੀਨੇ ਇੱਥੇ ਲੈ ਕੇ 5 ਮਿਲੀਅਨ ਦਾ ਘਰ ਲਈ ਬੈਠਾ ਤੇ GST ਲੈ ਰਿਹਾ। ਪੈਰਾਡਾਈਜ਼ ਪੇਪਰਸ ਨਿਕਲੇ ਸੀ ਜਿਹਦੇ ਵਿੱਚ ਬਹੁਤ ਡੀਟੇਲਡ ਆਪਾਂ ਦੱਸਦੇ ਰਹੇ ਹਾਂ ਕਿ ਕਿੰਨੀਆਂ ਕੈਨੇਡੀਅਨ ਫਰਮ ਨੇ ਜਿਹੜੀਆਂ ਬਿਲੀਅਨਸ ਆਫ ਡਾਲਰ ਚੋਰੀ ਕਰਕੇ ਧਨਾੜ ਲੋਕ ਲੈ ਕੇ ਜਾ ਰਹੇ ਨੇ। KPMG ਦੇ ਰਾਹੀਂ ਜਦ ਪੈਸੇ ਬਣਾਉਣ ਦੀ ਗੱਲ ਕੀਤੀ, ਮਿੰਤਾਂ ਨਾਲ ਕੈਨੇਡੀਅਨ ਰੈਵਨਿਊ ਕਹਿ ਰਿਹਾ ਜਿੰਨੇ ਦੇਣੇ ਉਨੇ ਹੀ ਦੇ ਦਿਓ, ਐਮਨੈਸਟੀ ਦੇ ਦਿੰਦੇ ਤੁਹਾਨੂੰ, ਕਿਉਂਕਿ ਉਹ ਐਡੀਆਂ ਫਰਮਾਂ 'ਚ ਐਡੇ ਤਾਕਤਵਰ ਉਹਨਾਂ ਦੇ ਵਕੀਲ ਤੇ ਉਹਨਾਂ ਦੇ ਜਿਹੜੇ ਅਕਾਊਂਟੈਂਟ ਤੇ ਉਹਨਾਂ ਦੇ ਨੀਤੀ ਘਾੜੇ ਬੈਠੇ, ਉਹ ਨੇੜੇ ਵੀ ਨਹੀਂ ਲੱਗਣ ਦਿੰਦੇ ਸਰਕਾਰ, ਕਿਉਂਕਿ ਸਿਸਟਮ ਹੈ। ਬਿਨਾਂ ਕੇਸ ਚਲਾਏ ਤੁਸੀਂ ਬੰਦਾ ਨਹੀਂ ਫੜ ਸਕਦੇ, ਕੇਸ 'ਚੋਂ ਜਿੱਤਣ ਨਹੀਂ ਦਿੰਦੇ। ਸ਼ਰੇਆਮ ਤੁਹਾਡੇ ਸਾਹਮਣੇ ਹੈ ਕਿ ਜਿਹੜਾ ਪਿਛਲੀ ਸਰਕਾਰ ਦੇ ਸਮੇਂ ਜਦ ਜੂਡੀ ਵਿਲਸਨ ਨੂੰ ਕੱਢਿਆ ਗਿਆ ਤੇ ਕਿਸ ਤਰ੍ਹਾਂ ਮਦਦ ਜਿਹੜੀ ਕੰਸਟਰਕਸ਼ਨ ਕੰਪਨੀ ਦੀ ਹੋਈ। ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਵੱਡਿਆਂ ਦੇ ਨਾਂ ਜਿਹੜੇ ਨੇ ਉਹ ਜਨਤਕ ਨੇ। ਪੈਰਾਡਾਈਜ਼ ਪੇਪਰ 'ਚ ਕਿੰਨੇ ਚੋਰੀ ਕਰਕੇ ਲੈ ਗਏ, ਕਿੰਨੇ ਉਹ ਬਿਲੀਅਨਸ ਆਫ ਡਾਲਰ ਤੁਹਾਡੇ ਮੇਰੇ ਨੇ। ਉਹ ਜੇ ਟੈਕਸਾਂ 'ਚ ਆਵੇ ਤਾਂ ਅਸੀਂ ਅਮੀਰ ਹੋ ਸਕਦੇ ਹਾਂ। ਇਸ ਤਰ੍ਹਾਂ ਇਹ ਸੋਚੋ, ਪਾਰਟੀ ਪਲੇਟਫਾਰਮ ਤੋਂ ਉੱਪਰ ਉੱਠ ਕੇ ਅਸੀਂ ਇਹ ਗੱਲ ਸੋਚਣੀ ਆ ਆਲਵੇਜ਼। ਨੰਬਰ 2, ਇੱਥੇ ਮੈਂ ਨਾਲ ਇਹ ਕਹਿ ਦੇਵਾਂ, ਮੈਂ ਇਹ ਵੀ ਜਸਟੀਫਾਈ ਨਹੀਂ ਕਰਦਾ ਵੀ ਜੇ ਵੱਡੇ ਚੋਰੀ ਕਰਦਾ ਛੋਟੇ ਵੀ ਕਰ। ਚੋਰੀ ਹੈ। ਜਦ ਮੈਨੂੰ ਪਤਾ ਮੈਂ ਐਲੀਜੀਬਲ ਨਹੀਂ, ਮੈਂ 2000 ਲਈ ਕਿਉਂ ਅਪਲਾਈ ਕਰਾਂ? ਜੇ ਮੈਂ ਫੜਿਆ ਗਿਆ, ਮੈਂ ਕਦੇ ਇਹ ਕਹਿ ਕੇ ਛੁੱਟ ਨਹੀਂ ਸਕਦਾ ਦੇਖੋ ਜੀ ਬੜੇ ਜਿਹੜੇ ਨੇ ਉਹ ਆਈਲ ਆਫ ਮੈਨ 'ਚ ਵਿਕਟੋਰੀਆ ਦਾ ਪਰਿਵਾਰ ਲਈ ਜਾਂਦਾ ਸੀ, ਉਹਨੂੰ ਫੜ ਲਓ, ਮੈਨੂੰ ਛੱਡ ਦਿਓ। ਮੈਨੂੰ ਨਹੀਂ ਛੱਡਣਾ ਉਹਨਾਂ ਨੂੰ। ਜਸਟੀਫਿਕੇਸ਼ਨ ਨਹੀਂ ਹੋਣੀ ਚਾਹੀਦੀ। ਸ਼ਬਦ ਕਈ ਵਾਰ ਅਸੀਂ ਆਪਣੀ ਚਤਰਾਈ ਨਾਲ ਸ਼ਬਦਾਂ ਦੀ ਹੇਰ ਫੇਰ ਕਰ ਦਿੰਦੇ ਹਾਂ, ਕਿਉਂਕਿ ਜਿੱਥੇ ਸਾਡਾ ਕੰਮ ਸੰਵਰਦਾ ਹੋਵੇ ਸਾਨੂੰ ਉਹ ਕਰਨਾ ਵਧੀਆ ਲੱਗਦਾ। ਇਹ ਸਦਾ ਹੀ ਹੁੰਦਾ ਆਇਆ ਕਿਵੇਂ ਕਰਨਾ, ਕਿਵੇਂ। ਮਸਲਨ ਵੋਟਾਂ ਵੇਲੇ ਇੱਕ ਸਵਾਲ ਦਾ ਜਵਾਬ ਦਿੰਦੇ ਜਗਮੀਤ ਸਿੰਘ ਤੋਂ ਇਹ ਨਿਕਲ ਗਿਆ ਸੀ ਨਾ ਬਈ ਜੇ ਨਾ ਮਤਲਬ ਹੋਈ ਅਸੀਂ ਮਦਦ ਲਿਬਰਲ ਦੀ ਕਰ ਲਾਂਗੇ, ਅਸੀਂ ਕੰਜ਼ਰਵੇਟਿਵ ਨਹੀਂ ਆਉਂਦੇ। ਤੇ ਦੂਜੇ ਦਿਨ ਆਉਣ ਵਾਲੇ 10 ਦਿਨ ਸਾਡੇ ਪੰਜਾਬੀ ਮੀਡੀਆ ਨੇ, ਕਿਉਂਕਿ ਉਹ ਜਗਮੀਤ ਨਹੀਂ ਸੀ ਦਿਖਦਾ, ਲੋਕਲ ਉਹ ਦਿਖਦੇ ਸੀ ਉਹਨਾਂ ਨੂੰ ਜਿਹੜੇ ਉਮੀਦਵਾਰ, ਉਹਨਾਂ ਨੇ ਉਹ ਮਿੱਟੀ ਦੂਜੇ ਦਿਨ ਤੋਂ ਪੱਟਣ ਲੱਗੀ। ਗਲਾਸ ਅੱਧਾ ਭਰ ਗਿਆ ਜੀ, ਅੱਧਾ ਖਾਲੀ ਹੋ ਗਿਆ ਜੀ, ਇਹ ਤਾਂ ਜੀ ਫਿਰ ਫਾਇਦਾ ਹੀ ਨਹੀਂ ਵੋਟਾਂ ਦਾ। ਮਤਲਬ ਕਈ ਵਾਰ ਸਾਨੂੰ ਪਤਾ ਹੁੰਦਾ ਵੀ ਸਾਨੂੰ ਕਿਹੜੀ ਚੀਜ਼ ਕਹਿਣ 'ਚ ਫਾਇਦਾ। ਸ਼ਬਦ ਤੋੜ ਮਰੋੜ ਕੇ ਫੇਟ ਕਰਦੇ ਮੂੰਹ 'ਚ ਪਾ ਦੇਣੇ ਨੇ। ਜਿਹੜਾ ਇੰਟਰਵਿਊ ਲੈ ਰਿਹਾ ਉਹਦੇ ਕੋਲ ਬਹੁਤ ਕੰਟਰੋਲ ਹੈ, ਉਹਦੇ ਕੋਲ ਸੁੱਚਾ ਨੇ, ਉਹਨੇ ਉਹਦੀ ਸੁੱਚ ਬੰਦ ਕਰਕੇ ਆਪਣੀ ਕਹਿ ਕੇ ਆਪਣੀ ਗੱਲ ਜਸਟੀਫਾਈ ਕਰਦੇ ਨੇ। ਸੋ ਇਸ 'ਚ ਮੈਂ ਇਹ ਗੱਲ ਕਹਾਂ ਬਈ ਮੈਂ ਜਸਟੀਫਾਈ ਨਹੀਂ ਇਸ ਨੂੰ ਕਰਦਾ ਚੋਰੀ। ਮੈਂ ਕਾਲਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂ ਜੀ 30 ਸੈਕਿੰਡ ਲਿਓ, ਹੁਣ ਆਪਣਾ ਕਹਾਣੀ ਦਾ ਸਮਾਂ ਹੋ ਗਿਆ। ਬਲਵਿੰਦਰ ਸਿੰਘ ਜੀ 2 ਬਾਈ ਜੀ 30 ਮਿੰਟਾਂ 'ਚ 30 ਸਕਿੰਟ ਸਾਰੀ ਗੱਲ ਸੁਣਾ ਦਿੰਦਾ ਜੀ। ਜੇ ਜਗਮੀਤ ਨੇ ਅੱਜ ਮੈਂ ਸੁਣਿਆ ਸੀ ਪ੍ਰੋਗਰਾਮ ਦੂਜੇ ਰੇਡੀਓ ਤੇ, ਉਹਦੇ ਨਾ ਜਾਣ ਕੇ ਗੱਲ ਘੁਮਾਈ ਜਾਂਦੀ ਸੀਗੀ। ਉਹਨੇ ਆਏ ਨਹੀਂ ਕਿਹਾ ਵੀ ਛੋਟਿਆਂ ਨੂੰ ਛੱਡੋ, ਉਹ ਕਹਿੰਦਾ CRO ਕੋਲੇ ਬਹੁਤ ਪਾਵਰ ਆ, ਉਹਨੇ ਸਾਰੇ ਪੈਸੇ ਕਢਾ ਲੈਣੇ ਆ। ਜੇਲ੍ਹ ਜੂੜ ਦਾ ਨਾ ਮੈਂ ਦੱਸਦਾ, ਜੇਲ੍ਹ 'ਚ ਇੱਕ ਬੰਦਾ ਜਾਂਦਾ ਨਾ $75 ਰੋਜ਼ ਦਾ ਖਰਚਾ ਆਉਂਦਾ ਹੈਗਾ, ਉਹ CRO ਕਢਾ ਲੈਣੇ ਆ। ਉਹਨੇ ਆਏ ਕਹੇ ਵੱਡੀਆਂ ਕੰਪਨੀਆਂ ਨੂੰ ਫੜੋ, ਉਹ ਲੋਕਲਾ ਦਾ ਕਹਿੰਦਾ ਸੀ ਜਾਂ ਹੋਰ ਜਿਹੜੇ ਫਰਾਡ ਹੁੰਦੇ ਆ। ਮੈਂ ਦੱਸ ਦਾਂਗਾ, ਪਹਿਲਾਂ ਲਿਬਰਲ ਵੇਲੇ ਇੱਕ ਆਪਣਾ ਐਪਕੋਟ ਤੋਂ GST ਦਾ ਫਰਾਡ ਹੋਇਆ 22 ਮਿਲੀਅਨ ਦਾ, ਉਹਨੂੰ 6 ਮਹੀਨੇ ਜੇਲ੍ਹ ਨਹੀਂ ਹੋਈ ਤੇ ਰਾਮ ਨਾਲ ਜੀ ਤੇ ਹਾਜ਼ਰ ਹੋ ਗਿਆ ਕਿ ਨਾ ਤਾਂ ਖੇਡਦਾ ਹੁੰਦਾ ਸੀਗਾ। ਉਹਨਾਂ ਕੋਲ ਮਿਲੀਅਨ ਕਿੰਨੇ ਬਣੇ ਰਹੇ ਜੀ, 23 ਮਿਲੀਅਨ ਦਾ ਫਰਾਡ ਸੀਗਾ ਉਦੋਂ ਹੋਇਆ, ਉਦੋਂ ਲਿਬਰਲ ਸਰਕਾਰ ਹੁੰਦੀ ਸੀਗੀ।
ਉਹ ਇਹਨਾਂ ਚੀਜ਼ਾਂ ਨੂੰ ਕਹਿੰਦਾ ਜੀ। ਉਹ ਵੀ ਤੁਸੀਂ ਉਹ ਨਿਕਲ ਜਾਣ, ਜਿਵੇਂ 에ਅਰ ਕੈਨੇਡਾ ਨੂੰ ਵੀ ਫੰਡ ਮਿਲਣੇ ਆ, ਤੇ ਇੱਕ ਆਪਣੇ ਜਿਵੇਂ ਸੋਨਾ ਕੰਪਨੀ ਆ, ਇਹਨਾਂ ਨੇ 3 ਮਹੀਨੇ ਪਹਿਲਾਂ ਸਾਨੂੰ ਘਾਟਾ ਪੈਂਦਾ ਜੀ। ਕਿਤੇ ਬੰਦੇ ਨੇ 600 ਲਿਆ ਮੁਕਾਤਾ 700 1000 ਤੇ ਆ ਪਿਛਲੇ 2 ਵੀਕਾਂ ਤੋਂ ਜਦੋਂ ਨੂੰ ਪਤਾ ਲੱਗਾ ਤੇ ਮਿਲਣ ਲੱਗ ਗਏ ਉਹਨਾਂ ਸਾਰਿਆਂ ਨੂੰ, ਤੇ ਹੁਣ ਪ੍ਰੋਫਿਟ ਜਾਣ ਲੱਗ ਗਈਆਂ, ਸਾਰੀ ਪ੍ਰੋਫਿਟ ਜਾਣੀ। ਕੋਈ ਕੰਪਨੀ ਨਹੀਂ ਜਿਹੜੀ ਨਹੀਂ ਪ੍ਰੋਫਿਟ ਜਾਂਦੀ। ਥੈਂਕ ਯੂ ਜੀ। ਠੀਕ ਹੈ ਸਨੀ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੈਂ ਤਕਰੀਬਨ $1500 ਟੈਕਸ ਦਿੰਦਾ ਮਹੀਨੇ ਦਾ, ਤੇ ਮੈਂ ਉਸ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਨਾ। ਵੀ ਮੇਰੀ ਮਾਈ ਜਦੋਂ ਛੋਟਾ ਹੁੰਦਾ ਸੀ ਤੇ ਸਬਜ਼ੀ ਨਾਲ ਧਨੀਆ ਵਿੱਚ ਲੜਦੀ ਹੁੰਦੀ ਸੀ, ਹਨਾ। ਤੇ ਕਹਿੰਦਾ ਮਤਲਬ ਭਈ ਜਿਹੜੇ ਮੇਰੇ ਪੈਸੇ ਕਮਾਈ ਮੈਂ ਦੇਣ ਦਿਆਂ ਕੋਈ ਨਜਾਇਜ਼ ਲੈ ਗਿਆ ਤਾਂ ਦੁੱਖ ਤਾਂ ਲੱਗੂਗਾ ਹੀ, ਹੈ ਨਾ। ਬਾਕੀ ਤੁਸੀਂ ਸਮਝ ਸਕਦੇ ਆ ਵੀ ਮੇਰੀ ਫੀਲਿੰਗ। ਹਾਂਜੀ, ਥੈਂਕ ਯੂ। ਅਮਨਦੀਪ ਸਿੰਘ ਜੀ, ਲਾਈਨ 4। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਾਹਿਬ 7 ਸਾਲ ਹੋ ਗਏ ਟੈਕਸ ਭਰਦਿਆਂ ਨੂੰ, ਅੱਜ ਤੱਕ ਕਦੇ ਇਹ ਗਵਰਨਮੈਂਟ ਤੋਂ ਰੁਪਈਆ ਨਾ ਆਇਆ, ਨਾ ਲਿਆ, ਨਾ ਕੀਤਾ। ਤੇ ਆਹ ਪੈਂਡੈਮਿਕ ਜਦ ਸ਼ੁਰੂ ਹੋਇਆ, ਮੈਂ 에ਅਰਪੋਰਟ ਤੇ 2 ਜੌਬਾਂ ਕਰਦਾ ਵਾਂ। ਇੱਕ 에ਅਰਪੋਰਟ ਤੇ ਕਰਦਾ, 에ਅਰਪੋਰਟ ਵਾਲੀ ਜੌਬ ਛੁੱਟ ਗਈ ਤੇ ਇਨਕਮ ਘਟ ਗਈ। ਇੱਕ ਜੌਬ ਹੀ ਰਹਿ ਗਈ ਸੀਗੀ, ਤੇ ਮੈਂ ਅਕਾਊਂਟੈਂਟ ਤੋਂ ਪੁੱਛਿਆ, ਗੋਰਾ ਅਕਾਊਂਟੈਂਟ ਸੀ, ਉਹ ਕਹਿੰਦਾ ਤੂੰ EI ਦੇ ਥਰੂ ਅਪਲਾਈ ਕਰ ਦੇ। EI ਦੇ ਥਰੂ ਅਪਲਾਈ ਕੀਤੀ, ਇੱਕ ਕਿਸ਼ਤ ਆਈ ਆ $2000 ਦੀ ਸਿਰਫ ਹੀ। ਉਦੋਂ ਬਾਅਦ EI ਵਾਲੇ ਕਹਿੰਦੇ ਕਿ ਤੇਰੇ ਕੋਲ ਇੱਕ ਜੌਬ ਹੈਗੀ ਆ, ਤੂੰ ਐਲੀਜੀਬਲ ਨਹੀਂ ਹੈਗਾ, ਪਰ ਤੈਨੂੰ ਆਹ ਪੈਸੇ ਵੀ ਗਲਤੀ ਨਾਲ ਆ ਗਏ, ਤੈਨੂੰ ਮੋੜਨੇ ਪੈਣੇ। ਹੁਣ ਮੈਨੂੰ ਤਾਂ ਜੀ ਪਤਾ ਨਹੀਂ ਸੀਗਾ ਕਿ ਮੈਂ ਅਪਲਾਈ ਕਰ ਸਕਦਾ, ਐਲੀਜੀਬਲ ਹੈਗਾ ਜਾਂ ਨਹੀਂ ਹੈਗਾ, ਔਨੈਸਟ ਮਿਸਟੇਕ ਆ। ਹੁਣ CRA ਦਾ ਕੀ ਪਤਾ ਕਿ ਕਿਹਨੂੰ ਔਨੈਸਟ ਮਿਸਟੇਕ ਦੱਸੂਗੀ ਤੇ ਕਿਹਨੂੰ ਕ੍ਰਿਮੀਨਲ ਚਾਰਜ ਲਾ ਦੂਗੀ। ਤੇ ਮੈਂ ਤਾਂ ਜਗਮੀਤ ਸਿੰਘ ਦੇ ਨਾਲ ਆ ਕਿ ਜਿਵੇਂ ਹੁਣ ਲੋਕ ਸਿਸਟਮ ਦਾ ਫਾਇਦਾ ਚੱਕ ਕੇ ਪੈਸੇ ਵੀ ਲੈ ਰਹੇ ਆ ਨਾ, ਤੇ ਉਵੇਂ ਹੀ ਆਹ ਸਿਸਟਮ ਵੀ ਫਾਇਦਾ ਚੱਕ ਕੇ ਲੋਕਾਂ ਨੂੰ, ਔਨੈਸਟ ਬੰਦਿਆਂ ਨੂੰ ਵੀ ਕ੍ਰਿਮੀਨਲ ਦੇ ਕੈਟੇਗਰੀ ਦੇ ਵਿੱਚ ਲੈ ਸਕਦਾ ਜੀ, ਸਾਡੇ ਵਰਗਿਆਂ ਨੂੰ। ਤੇ ਸਾਨੂੰ ਤਾਂ ਪਤਾ ਹੈ। ਮੈਂ ਤਾਂ 2000 ਦੇਣ ਨੂੰ ਤਿਆਰ ਹਾਂ। ਮੈਂ ਤਾਂ ਇੱਕ ਵਾਰੀ ਆਇਆ 7 ਸਾਲਾਂ 'ਚ, ਉਹ ਵੀ ਮੈਂ ਦੇਣ ਨੂੰ ਤਿਆਰ ਹਾਂ ਭਾਈ। ਮੈਂ ਕਿਹਾ ਮੈਨੂੰ ਆਹ ਕ੍ਰਿਮੀਨਲ ਆਫੈਂਸ ਦੇ ਵਿੱਚ ਨਾ ਲੈ ਕੇ। ਇੰਨਾ ਹੀ ਕਹਿਣਾ। ਧੰਨਵਾਦ। ਧੰਨਵਾਦ ਜੀ। ਜਸਟੀਫਿਕੇਸ਼ਨ ਬਹੁਤ ਹੈ। ਮੈਂ ਨਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੁਬਾਰਾ ਉਹ ਸੁਣਾਉਣਾ ਸੈਗਮੈਂਟ ਸਾਰੀ ਕਰਕੇ, ਪੈਰਾਡਾਈਜ਼ ਪੇਪਰ ਤੇ ਪੈਸੇ ਕਿਵੇਂ ਲੋਕ ਤੇ ਕਿੰਨੀਆਂ ਕੰਪਨੀਆਂ ਆਫਸ਼ੋਰ ਅਕਾਊਂਟ ਕਿਵੇਂ ਲੈ ਕੇ ਜਾਂਦੀਆਂ। ਇੱਕ ਵਾਰ ਤੁਹਾਨੂੰ ਲੱਗ ਜੇ ਪਤਾ ਵੀ ਅਰਬਾਂ ਡਾਲਰਾਂ ਤੇ ਹਜ਼ਾਰਾਂ ਦਾ ਕੀ ਫਰਕ ਹੈ, ਤੁਹਾਨੂੰ ਮਾੜਾ ਜਿਹਾ ਮੈਂ ਦੱਸ ਦਿੰਦਾ। ਤੇ ਉਹਨਾਂ ਲਈ ਕਿਵੇਂ ਹੱਥ ਜੋੜਦੇ ਆ। ਹੁਣੇ ਹੀ ਤੁਹਾਡੇ ਸਾਹਮਣੇ ਹੱਥ ਜੋੜ ਕੇ ਹਟਿਆ ਜਦ ਕੱਢੀ ਆ ਆਪਣੇ ਸਾਡੀ ਕਾਨੂੰਨ ਮੰਤਰੀ, ਉਹ ਛੱਡ ਨਹੀਂ ਸੀ ਰਹੀ। ਰੌਲਾ ਤਾਂ ਕੋਈ ਨਹੀਂ ਸੀ, ਸਾਰੀ ਸਰਕਾਰ ਉਹਦੇ ਪਿੱਛੇ ਪੈ ਗਈ। ਵੱਡਿਆਂ ਦਾ ਜਿਹੜਾ ਕੰਮ ਜਦ ਪੂਰਦੇ ਆ, ਇਹ ਸੱਚ ਹੈ। ਦੇਸ਼ਾਂ 'ਚ ਕੋਈ ਫਰਕ ਨਹੀਂ, ਰਾਜਨੀਤਾਂ 'ਚ ਕੋਈ ਫਰਕ ਨਹੀਂ, ਪਰ ਫੇਰ ਵੀ ਮੈਂ ਅਖੀਰ 'ਚ ਇਹ ਕਹਿੰਦਾ, ਔਨੈਸਟ ਰਹੋ ਜ਼ਿੰਦਗੀ 'ਚ। ਹਜ਼ਾਰਾਂ ਲੱਖਾਂ ਕਿਸੇ ਨੇ ਕਮਾ ਲਏ, ਤੁਸੀਂ ਜਸਟੀਫਾਈ ਨਾ ਕਰੋ ਵੀ ਮੈਂ ਵੀ 2000 ਕਮਾ ਲਵਾਂ। ਨੋ, ਅਸੀਂ ਆਪਣੇ ਧਰਮ ਕਰਮ ਤੇ ਆਪਣਾ ਰਹਿਣਾ ਵੀ ਮੈਂ ਐਲੀਜੀਬਲ ਨਹੀਂ ਤਾਂ ਮੈਂ ਐਲੀਜੀਬਲ ਨਹੀਂ, ਬਸ ਸਿੰਪਲ। ਵੀਨਾ ਵਰਮਾ ਜੀ ਦੀ ਕਹਾਣੀ ਚਿੱਟੀ ਚੁੜੇਲ, ਹਾਰਟ ਹਸਪੀਟਲ ਲੰਡਨ ਦੀ ਸਪੈਸ਼ਲ ਯੂਨਿਟ 'ਚ ਬੇਹੋਸ਼ ਪਿਆ ਝਲਮਣ ਸਿੰਘ, ਜ਼ਬਰਦਸਤ ਦਿਲ ਦਾ ਦੌਰਾ ਪਿਆ। ਪਹਿਲਾਂ ਵੀ 2 ਵਾਰ ਛੋਟੇ ਮੋਟੇ ਦੌਰੇ ਪੈ ਚੁੱਕੇ ਸੀ। ਇਸ ਵਾਰ ਬਾਹਰ ਬਗੀਚੀ 'ਚ ਫਿਰਦਾ ਜਾਂ ਡਿੱਗਿਆ। ਐਂਜਲਾ ਨੇ ਦੇਖਿਆ ਤਾਂ ਚੀਕ ਮਾਰੀ, ਤਾਂ ਇੱਕੋ ਮਿੰਟ ਐਂਬੂਲੈਂਸ ਨੂੰ ਲੈ ਕੇ ਉਹ ਹਸਪਤਾਲ ਆ ਗਈ। ਜਦ ਉਸਨੂੰ ਦੱਸਿਆ ਕਿ ਉਹਦਾ ਦਿਲ ਫੇਲ ਹੋ ਗਿਆ, ਹਾਰਟ ਫੇਲਿਅਰ, ਜਦ ਉਸਨੇ ਚੀਕ ਮਾਰੀ, ਡਾਕਟਰ ਕਹਿੰਦਾ ਜੈਸ ਇਟ ਇਜ਼ ਸੀਵੀਅਰ ਹਾਰਟ ਫੇਲਿਅਰ ਅਨਫੋਰਚੂਨੇਟਲੀ। ਡਾਕਟਰ ਨੇ ਦੱਸਿਆ ਤਾਂ ਐਂਜਲਾ ਹਿੱਲ ਗਈ। ਕਾਫੀ ਮਜ਼ਬੂਤ ਦਿਲ ਦੀ ਸੀ, ਛੋਟੇ ਮੋਟੇ ਸੰਕਟ 'ਚ ਘਬਰਾਉਂਦੀ ਨਾ, ਪਰ ਜੀਵਨ ਸਾਥੀ ਦਾ ਹਾਲ ਦੇਖ ਕੇ ਟੁੱਟ ਗਈ। ਡਾਕਟਰ ਨੇ ਸਮਝਾਇਆ ਕਿ ਝਲਮਣ ਦਾ ਹਾਰਟ ਟ੍ਰਾਂਸਪਲਾਂਟ ਕਰਨਾ ਪੈਣਾ, ਮਤਲਬ ਉਹਦੀ ਛਾਤੀ 'ਚੋਂ ਉਹਦਾ ਦਿਲ ਕੱਢ ਕੇ ਕਿਸੇ ਦਾਨੀ ਵੱਲੋਂ ਉਹਦਾ ਦਿਲ ਜਿਹੜਾ ਨਵਾਂ ਲਾਉਣਾ ਪੈਣਾ। ਤੇ ਬੜਾ ਇਹ ਔਖਾ ਕੰਮ ਹੈ। ਐਂਜਲਾ ਨੂੰ ਹੱਥ ਪੈਰ ਦੀ ਪੈ ਗਈ, ਹੋਸ਼ ਹਵਾਸ਼ ਉੱਡ ਗਏ। ਜੀਵਨ ਸਾਥੀ ਇਸ ਤਰ੍ਹਾਂ ਉੱਡ ਜੂ ਜਿਸ ਨਾਲ ਉਹਨੇ ਜ਼ਿੰਦਗੀ ਦੇ 35 ਸਾਲ ਗੁਜ਼ਾਰੇ। ਤੇ ਅਖੀਰ ਉਹਨੇ ਫੋਨ ਆਪਣੇ ਅਮਰੀਕਾ ਰਹਿੰਦੇ ਪੁੱਤ ਨੀਲ ਨੂੰ ਕੀਤਾ, ਪਿਓ ਦੀ ਗੰਭੀਰ ਹਾਲਤ ਬਾਰੇ ਦੱਸਿਆ। ਨੀਲ ਖੁਦ ਡਾਕਟਰ ਸੀ। ਮਾਂ ਨੇ ਜਾਂ ਰੋਕ ਕੇ ਦੱਸਿਆ। ਨੀਲ ਦੂਜੇ ਦਿਨ ਇੰਗਲੈਂਡ ਪਹੁੰਚ ਗਿਆ। ਪੁੱਤਰ ਨੂੰ ਆਇਆ ਦੇਖ ਕੇ ਐਂਜਲਾ ਦਾ ਖੂਨ ਵੱਧ ਗਿਆ। ਉਸਨੇ ਆਪਣੀ ਧੀ ਸ਼ਾਸ਼ਾ ਵੀ ਸੱਦ ਲਈ। ਸ਼ਾਸ਼ਾ ਵੇਲ ਦੀ ਕਿਸੇ ਯੂਨੀਵਰਸਿਟੀ ਪ੍ਰੋਫੈਸਰ ਲੱਗੀ ਸੀ। ਪਿਓ ਦੀ ਸਿਹਤ ਖਰਾਬ ਹੋਣ ਕਰਕੇ ਉਸੇ ਸਮੇਂ ਘਰੋਂ ਆ ਗਈ। ਦੋਨੇ ਭੈਣ ਭਰਾ ਮਿਲ ਕੇ ਮਾਂ ਨੂੰ ਦਿਲਾਸਾ ਦੇ ਰਹੇ ਸੀ, ਉਹਦਾ ਡੈਡ ਠੀਕ ਹੋ ਜਾਏਗਾ, ਮਮ ਡੋਂਟ ਵਰੀ ਸ਼ੀ ਵਿਲ ਬੀ ਆਲ ਰਾਈਟ। ਤੇ
ਐਂਜਲਾ ਰੋਂਦੀ ਰਹਿੰਦੀ ਹਰ ਬਹੁਤ ਪਿਆਰ ਕਰਦੀ ਝਿਲਮਣ ਤੇ ਡੋਨਰ ਨਾ ਕੋਈ ਲੱਭਦਾ। ਇੱਕ ਦਿਨ ਆਸ ਮੁੱਕਦੀ ਜਾਂਦੀ, ਅਚਾਨਕ ਚਮਤਕਾਰ ਹੋਇਆ। ਹਸਪਤਾਲ ਦੇ ਮੈਡੀਕਲ ਸਟਾਫ ਨੇ ਦੱਸਿਆ ਕੁਝ ਦਿਨ ਪਹਿਲਾਂ ਇੱਕ ਦਿਲ ਦਾਨ ਚ ਆਇਆ, ਝਿਲਮਣ ਨੂੰ ਦਿੱਤਾ ਜਾ ਸਕਦਾ। ਝਿਲਮਣ ਦੀ ਛਾਤੀ ਦੇ ਵਿੱਚ ਦਿਲ ਫਿੱਟ ਕਰ ਦਿੱਤਾ। ਅਖੀਰ ਸਾਹ ਲੈ ਰਿਹਾ ਮੌਤ ਨੂੰ ਮਾਤ ਦੇ ਗਿਆ, ਜ਼ਿੰਦਗੀ ਮਿਲ ਗਈ। ਤੇ ਹਸਪਤਾਲ ਤੋਂ ਬਾਅਦ ਉਹਨੂੰ ਜਦ ਘਰ ਨੂੰ ਲਿਜਾਣ ਲੱਗੇ ਤਾਂ ਉਹਨੂੰ ਕਹਿੰਦੇ ਵੀ ਨੇੜੇ ਦੇ ਘਰ ਦੂਜੀ ਮੰਮੀ ਦੇ ਘਰ ਲੈ ਚੱਲੀਏ। ਤੇ ਜਦ ਉਸਨੂੰ ਉਹਦੀ ਪਤਨੀ ਗੁਰਦੇਵ ਕੌਰ ਦੇ ਘਰ ਲੈ ਕੇ ਗਏ ਤਾਂ ਉਹਨੇ ਬਹੁਤ ਕਮਜ਼ੋਰ 'ਚ ਆਪਣੇ ਪੁੱਤ ਨੀਲ ਨੂੰ ਜਦ ਹੌਲੀ ਦੇਖ ਗਿਆ, ਵਾਈ ਯੂ ਬਰੌਟ ਮੀ ਹੇਅਰ, ਦਿਸ ਪਲੇਸ ਇਜ਼ ਵੈਰੀ ਕਲੋਜ਼ ਟੂ ਹੌਸਪਿਟਲ, you will have to go to the hospital for further checkup. When you get fully well, you can return to your own home. Own home ਐਂਜਲਾ ਦਾ ਸੀ, ਜਿੱਥੇ ਨੀਲ ਤੇ ਸ਼ਾਸ਼ਾ। ਝਿਲਮਣ ਨੇ ਆਪਣੇ ਪੁੱਤਰ ਦੀ ਗੱਲ ਸੁਣ ਲਈ। ਗੁਰਦੇਵ ਕੌਰ ਦੇ ਵੀ 2 ਬੱਚੇ ਸੀ, ਜਸਮੀਤ ਸਿੰਘ ਤੇ ਸਿਮਰਨ ਕੌਰ, ਦੋਨੇ ਬੜੇ ਨੇਕ, ਦੋਨੇ ਹੀ ਵਧੀਆ ਨੌਕਰੀਆਂ ਤੇ ਲੱਗ ਗਏ। ਮੁੰਡਾ IT ਕੰਪਨੀ 'ਚ ਕੰਸਲਟੈਂਟ, ਸਿਮਰਨ ਵਕੀਲ ਬਣ ਗਈ। ਦੋਵੇਂ ਪਿਓ ਨੂੰ ਬਹੁਤ ਚਾਹੁੰਦੇ, ਚਾਰੇ ਭੈਣ ਭਰਾ ਆਪਸ ਵਿੱਚ ਰਹਿੰਦੇ। ਐਂਜਲਾ ਦਾ ਇਹ ਸਾਰਾ ਕੰਮ ਸੀ। ਐਂਜਲਾ ਨੇ 4 ਬੱਚੇ ਇੰਨੇ ਵਧੀਆ ਪਾਲੇ ਤੇ 4 ਬੱਚੇ ਆਪਸ ਵਿੱਚ ਪਿਆਰ ਕਰਦੇ। ਐਂਜਲਾ ਦਾ ਇਹ ਸਾਰਾ ਕੰਮ ਸੀ। ਐਂਜਲਾ ਨੇ ਇੰਗਲੈਂਡ ਦੇ ਵਿੱਚ ਪੰਜਾਬ ਤੋਂ ਪੂਰਾ ਵੱਡੇ ਹੋ ਕੇ ਆਏ, ਸਾਰਾ ਕੁਛ ਉਹਨਾਂ ਨੂੰ ਸਮਝਾ ਦਿੱਤਾ। ਤੇ ਪਰ ਗੁਰਦੇਵ ਕੌਰ ਦੇ ਐਂਜਲਾ ਫਿੱਟ ਨਾ ਆਉਂਦੀ, ਕਪੱਤੀ ਹੈ, ਤੈਨੂੰ ਨਹੀਂ ਪਤਾ ਇਹਦਾ, ਪਤਾ ਨਹੀਂ ਇਹਨੇ ਕੀ ਕਰਨਾ, ਤੁਸੀਂ ਬਾਹਲਾ ਨੇੜੇ ਨਾ ਇਹਦੇ, ਦੋਨੇ ਜਾਇਆ ਕਰੋ, ਆਪਣੇ ਜਵਾਕਾਂ ਨੂੰ ਕਿਆ ਕਰੋ, ਸਿਰ ਤੇ ਪਾ ਕੇ ਲੈ ਜਾਓ ਜਿਵੇਂ ਤੁਹਾਡੇ ਪਿਓ ਨੂੰ ਲੈ ਗਈ ਸੀ। ਅਜਬ ਕਹਾਣੀ ਸੀ। 18 ਵਰ੍ਹਿਆਂ ਦੀ ਉਮਰ 'ਚ ਜਦ ਉਹਦੀ ਮੁਲਾਕਾਤ ਝਿਲਮਣ ਨਾਲ ਹੋਈ, ਇੱਕ ਘਰ 'ਚ ਹੋਰ ਕਿਰਾਏਦਾਰ ਨਾਲ ਕਿਰਾਏ ਤੇ ਕਮਰਾ ਲੈ ਕੇ ਰਹਿ ਰਹੀ ਸੀ ਤੇ ਝਿਲਮਣ ਸਿੰਘ ਵੀ ਉੱਥੇ ਕਿਰਾਏਦਾਰ ਵਜੋਂ ਰਹਿਣ ਲੱਗ ਗਿਆ। ਝਿਲਮਣ ਟੁੱਟੀ ਫੁੱਟੀ ਅੰਗਰੇਜ਼ੀ ਬੋਲਦਾ ਘਰੋਂ ਭੱਜ ਕੇ ਇੰਗਲੈਂਡ ਪਹੁੰਚਿਆ, ਬਚਾ ਕੇ ਜਿਵੇਂ ਜਾਨ ਬਚਾ ਕੇ ਭੱਜਿਆ। ਪਿੰਡ 'ਚ ਦਮ ਘੁੱਟਦਾ ਸੀ, ਤਕੜੇ ਅਮੀਰ ਦਾ ਜ਼ਮੀਨਦਾਰ ਪਰਿਵਾਰ ਦਾ ਪੁੱਤ ਸੀ ਤੇ ਛੋਟੀ ਉਮਰੇ ਵਿਆਹ ਕਰਤਾ, ਮਕਲਾਵਾ ਦੇਤਾ। ਗੁਰਦੇਵ ਕੌਰ ਆ ਗਈ। ਗੁਰਦੇਵ ਕੌਰ ਇਕੱਲੀ ਸੰਤਾਨ ਸੀ, ਬਾਪੂ ਨੇ ਢੇਰੀ ਇਕੱਠੀ ਕਰ ਲਈ, ਝਿਲਮਣ ਠੋਕਤਾ। ਤੇ ਜਦ ਘਰੇ ਦੋਨੇ ਆ ਕੇ ਮਕਲਾਵਾ ਲੈ ਲਿਆ ਤਾਂ ਘਰੇ ਰਹਿੰਦਿਆਂ ਦੇ 2 ਜਵਾਕ ਹੋ ਗਏ। ਦੋਨੇ ਜਦ ਬੱਚੇ ਹੋ ਗਏ ਤੇ ਪਰ ਝਿਲਮਣ ਦੇ ਗੁਰਦੇਵ ਕੌਰ ਫਿੱਟ ਨਾ ਆਈ। ਗੁਰਦੇਵ ਕੌਰ 3 ਸਾਲ ਬੜੀ ਸੀ, ਹੁੰਦੜ ਹੇਲ ਹੋ ਗਈ, ਬੰਦਿਆਂ ਜਿੱਡੀ ਜਨਾਨੀ ਹੋ ਗਈ। ਝਿਲਮਣ ਅੰਗ ਦਾ ਪਤਲਾ ਸੁਨੱਖਾ, ਪਤਲੇ ਫਲੀਆਂ ਵਰਗੇ ਉਂਗਲਾਂ ਤੇ, ਮਤਲਬ ਜਿਵੇਂ ਆਪਾਂ ਕਹਿ ਦਈਏ ਕਿ ਕੁੜੀਆਂ ਵਰਗਾ ਮੁੰਡਾ ਸੀ। ਪਰ ਉਸਨੇ ਜਵਾਨੀ ਨਾ ਵੇਖੀ। ਪਿਓ ਦੇ ਜ਼ਮੀਨ ਇਕੱਠੀ ਕਰਨ ਦੇ ਚੱਕਰ 'ਚ ਗੁਰਦੇਵ ਕੌਰ ਦਾ ਵਿਆਹ ਜਦ ਕਰਤਾ ਤਾਂ 2 ਜਵਾਕ ਹੋ ਗਏ। ਇੱਕ ਦਿਨ ਬੇਬੇ ਦੇ ਮੂਹਰੇ ਝਿਲਮਣ ਜਿਹੜਾ ਉਹ ਫਟ ਗਿਆ। ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਤੁਸੀਂ, ਜ਼ਮੀਨ ਵਾਸਤੇ ਪੁੱਤ ਵੇਚਤਾ, ਜੇ ਅੱਗ ਲੱਗ ਜਾਏ ਜੀ ਜ਼ਮੀਨ ਨੂੰ, ਮੈਂ ਬੇਬੇ ਰਹਿਣਾ ਨਹੀਂ ਇੱਥੇ, ਮੈਂ ਖੂਹ ਖਾਤੇ ਪੈ ਜੂ, ਨਹੀਂ ਮੈਨੂੰ ਬਾਹਰ ਤੋਰੋ। ਨਾ ਪੁੱਤ ਐ ਨਹੀਂ ਕਰੀਦਾ ਹੁੰਦਾ, ਆਹ ਕੋਈ ਗੱਲ ਹੋਈ, ਤੂੰ ਵਿਆਹਿਆ ਵਰਿਆ, ਤੇਰੇ ਜੋ 2 ਜਵਾਕ ਨੇ, ਕਹਿ ਬਾਪੂ ਨੂੰ ਸਾਂਭੇ, ਜਿਹਨੇ ਕੀ ਲਿਆ ਖਾਤਰ ਮੇਰਾ ਫਾਹਾ ਲਿਆ। ਮੇਰਾ 18 ਸਾਲ ਦਾ ਮੇਰੀ ਉਮਰ ਹੈ, 2 ਜਵਾਕ ਮੇਰੇ ਜੰਮ ਤੇ, ਮੈਂ ਕੀ ਕਰਾਂ, ਮੈਨੂੰ ਤਾਂ ਪਤਾ ਹੀ ਕੁਛ ਨਹੀਂ ਲੱਗਦਾ। ਇਹ ਤਾਂ ਮੈਨੂੰ ਡਰ ਲੱਗਦਾ, ਮੇਰੇ ਕੋਲ ਖੜਦੀ ਆ, ਮੈਨੂੰ ਕਾਂਬਾ ਛਿੜਦਾ, ਮੈਂ ਖੂਹ ਖਾਤੇ ਪੈ ਜਾਣਾ ਬੇਬੇ, ਨਹੀਂ ਮੈਨੂੰ ਬਾਹਰ ਭੇਜ ਕੇ। ਉਹਨਾਂ ਦਿਨਾਂ 'ਚ ਪੰਜਾਬ ਦਾ ਸੰਘਰਸ਼ ਗਰਮ ਹੋ ਗਿਆ। ਬਾਪੂ ਨੇ ਕਿਹਾ ਵੀ ਚੱਲ, ਨਾਲੇ ਇਹ 10 ਸਾਲ ਬਾਹਰ ਲੈ ਆਓ, ਨਾਲੇ ਇੱਥੇ ਠੰਡਾ ਹੋ ਜੂ। ਉਹਨੇ ਪੈਸੇ ਦੇ ਕੇ 4 ਤਾਂ ਇੰਗਲੈਂਡ ਆ ਕੇ ਰਾਜਸ਼ੀਸ਼ਾ ਨੂੰ ਦੇਤੀ। ਸ਼ਨਾਰਥੀਆਂ ਦੇ ਚੱਕਰ 'ਚ ਤੁਰਦਾ ਫਿਰਦਾ ਅਖੀਰ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਜਿੱਥੇ ਐਂਜਲਾ ਮਿਲ। ਐਂਜਲਾ ਦੇ ਨਾਲ ਪਤਾ ਨਹੀਂ ਕਿਉਂ ਤੇ ਉਹ ਪੈ ਗਿਆ, ਆਪਸ ਵਿੱਚ ਗੱਲਾਂ ਕਰਦੇ ਦੋਸਤ ਹੋ ਗਏ। ਅੰਗਰੇਜ਼ੀ ਕੁੱਕਰ ਚਲਾਉਣਾ ਸਿਖਾਤਾ ਐਂਜਲਾ ਨੇ, ਮਿੱਠਾ ਸੁਭਾਅ ਸੀ। ਤੇ ਐਂਜਲਾ ਦਿਨੇ ਪੜ੍ਹਦੀ, ਰਾਤ ਨੂੰ ਉਹ ਕੰਮ ਕਰਨ ਜਾਂਦੀ ਕਲੀਨਅਪ। ਉਹਨੇ ਹੌਲੀ ਹੌਲੀ ਗੱਲਾਂ ਕਰਦੇ ਕਰਦੇ ਝਿਲਮਣ ਨੂੰ ਅੰਗਰੇਜ਼ੀ ਸਿਖਾਤੀ। ਝਿਲਮਣ ਵੀ ਕਾਲਜ ਲਾ ਲਓ। ਹੱਥ ਨੇ ਕਲੀਨਅਪ ਕਰਦੇ ਜਾਂਦੇ, ਇੱਕ ਦਿਨ ਬੈਠੇ ਬੈਠੇ ਕਹਿੰਦੀ, ਗੱਲਾਂ ਕਰਦੇ ਬਾਹਰ, ਆਥਣ ਦਾ ਸਮਾਂ ਸੀ, ਹਵਾ ਠੰਡੀ ਰੁਮਕ ਰਹੀ ਸੀ, ਦੋਨੇ ਬਾਹਰ ਬੈਠੇ ਤਾਂ ਐਂਜਲਾ ਨੇ ਗੱਲ ਸ਼ੁਰੂ ਕਰ, ਵਾਈ ਯੂ ਕੇਮ ਟੂ ਇੰਗਲੈਂਡ? ਬਿਕੋਜ਼ ਦੇਅਰ ਇਜ਼ ਟੈਰਰਿਜ਼ਮ ਇਨ ਪੰਜਾਬ। ਐਂਜਲਾ ਨੇ ਉਹਨੂੰ ਪੁੱਛਿਆ, no, what you talking about? That was not like that. Actually, my father was a biggest terrorist for me, you know. ਝਿਲਮਣ ਨੇ ਬੇਝਿਜਕ ਹੋ ਕੇ ਕਿਹਾ। ਉਹਦੇ ਭਾਰੀ ਮਨ ਦੱਸਿਆ ਵੀ ਇਹ ਕੀ ਗੱਲ ਹੋਈ। ਜਦ ਉਹਨੇ ਸਭ ਦੱਸਿਆ, I got married, blah 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 ਕਰਕੇ ਸਮਝਾਤੀ। ਐਂਜਲਾ ਦੇ ਫਿੱਟ ਪਾਤੀ।
What type of land you are talking about? Oh, there the land is 30 acres. 30 acres is nothing. But still, it's this big chunk of land in Punjab. Okay, then you got married? Yes. Then we started to live together. There are 2 kids out of it. Okay, then why you ran? Because I don't want. I was so young. I don't want to live there. That was not my wish. Oh my God, what a cultural tragedy. How a father can do this to his child. This is very cruel. I can't believe this. Angela ने रौला पाया। ਝਲਮਣ ਹੁਣ ਤੈਨੂੰ ਨਹੀਂ ਪਤਾ ਬੀਬਾ, ਤੈਨੂੰ ਪੰਜਾਬ ਦਾ ਨਹੀਂ ਪਤਾ। ਉੱਥੇ ਜ਼ਮੀਨ ਤੂੰ ਮੈਨੂੰ 35 ਕਿੱਲੇ ਸਹੁਰੇ ਦੇ ਆਉਂਦੇ ਨੇ, ਉੱਥੇ ਕਿੱਲੇ ਖਾਤਰ ਸਾਲਿਆਂ ਨੂੰ ਲੋਕ ਵੱਢਣ ਜਾਂਦੇ ਨੇ। What you talking about? ਨਾ ਫਿਰ ਤੈਨੂੰ ਦੱਸੂ ਚਾਹਨਾ ਗੱਲ ਕਰ ਗਾਹਾਂ ਕੀ ਆ। ਅਖੀਰ ਦੋਨਾਂ ਦਾ ਤਿਉ ਹੋ ਗਿਆ, ਦੋਨੇ ਦੋਸਤ ਹੋ ਗਏ। ਉੜ ਕੇ 2 ਪੰਛੀ ਇੱਕ ਰੁੱਖ ਦੀ ਟਾਹਣੀ ਤੇ ਇਕੱਠੇ ਹੋ ਗਏ। ਝਲਮਣ ਭੁੱਲ ਚੁੱਕਿਆ ਵੀ ਪੰਜਾਬ 'ਚ ਉਹਦਾ ਕੁਛ ਸੀ। ਦੋਨੇ ਬਹੁਤ ਕੁਝ ਸੱਚੇ ਦੋਸਤ ਬਣ ਗਏ, ਦੋਨੇ ਰਹਿਣ ਲੱਗ ਗਏ, ਦੋਨੇ ਇੱਕ ਦੂਜੇ ਦੇ ਪੂਰਕ। ਕੁਦਰਤ ਨੇ ਇੰਨਾ ਕੁ ਵਧੀਆ ਸੁਮੇਲ ਬਣਾਤਾ, 2 ਬੱਚੇ ਨੀਲ ਤੇ ਸਾਸ਼ਾ ਪੈਦਾ ਹੋ। ਪਰ ਪਿੰਡ ਕਿਤੇ ਨਾ ਕਿਤੇ ਉਹਦਾ ਦੋਸਤ ਫੋਨ ਕਰਦਾ, ਉਹਨੇ ਫੋਨ ਕਰਕੇ ਦੱਸਦਾ, ਝਲਮਣ ਹਾਂ ਬਾਈ ਸਤਿ ਸ੍ਰੀ ਅਕਾਲ, ਹੋਰ ਠੀਕ ਠਾਕ? ਬਸ ਠੀਕ ਹੈ, ਤੂੰ ਤਾਂ ਰਹਿ ਬਲੈਤ, ਤੂੰ ਤਾਂ ਰਹਿ ਗੋਰੀਆਂ ਕੋਲ, ਤੈਨੂੰ ਪਤਾ ਪਿੰਡ ਕੀ ਹਾਲ ਹੈ? ਉਹ ਪਿੰਡ ਬਹੁਤ ਹੈ, 80 ਖੇਤ ਜ਼ਮੀਨ ਦੇ ਨੇ ਬਾਪੂ ਕੋਲ। ਬਾਪੂ ਕੋਲ ਤਾਂ ਹੈਗੇ, ਬੀਬੀ ਤੇਰੀ ਢਿੱਲੀ ਹੈ, ਨਿੱਤ ਹਾਕਾਂ ਮਾਰਦੀ ਹੈ, ਪਾਣੀ ਦਾ ਚਿਮਚਾ ਮੂੰਹ 'ਚ ਪਊ, ਬਸ ਗਈ। ਉਹਨੇ ਦੱਸਿਆ, ਜਦ ਅਰਦਾਸ ਹੋਇਆ ਉਹਨੇ ਦੱਸਤਾ ਬਈ my mom is very sick. ਉਸੇ ਸਮੇਂ ਐਂਜਲਾ ਕਹਿੰਦੀ no, then you have to go. I don't want to go there. ਨਹੀਂ you got to go. ਜਾਣਾ ਪੈਣਾ, ਤੈਨੂੰ ਜਾਣਾ ਪੈਣਾ। ਝਲਮਣ ਨੇ ਥੋੜੀ ਜਿਹੀ ਪੰਜਾਬੀ ਵੀ ਸਿਖਾਤਾ ਸੀ ਐਂਜਲਾ ਨੂੰ। ਅਖੀਰ ਜਹਾਜ਼ ਚੜ ਗਿਆ, ਮਹੀਨਾ ਬੀਤ ਗਿਆ, ਮੁੜ ਕੇ ਨਾ ਆਇਆ ਝਲਮਣ। ਤਾਂ ਐਂਜਲਾ ਦਾ ਮੱਥਾ ਠਣਕਿਆ, ਉਹਨੇ ਟਿਕਟ ਲਈ, ਉਹ ਪਿੱਛੇ ਪਹੁੰਚ ਗਈ। ਜਿੱਦਣ ਝਲਮਣ ਦੇ ਪਿੰਡ ਗੋਰੀ ਪਹੁੰਚੀ, ਬਾ ਮੇਮੋ ਹੁੰਦੀ ਫਿਰੇ ਸਾਰਾ ਪਿੰਡ ਝਲਮਣ ਦੇ ਦਰਾਂ ਮੂਹਰੇ ਖੜਾ। ਨਹੀਂ ਵੇਖ ਨਹੀਂ ਇਹਨੇ ਰੱਖ ਲਿਆ, ਉੱਥੇ ਗਿਆ ਹੋਇਆ। ਤਾਂ ਹੀ ਕਹਿੰਦੇ ਨੇ ਸ਼ਾਮ ਦੀਆਂ ਜਾਦੂਗਰਨੀਆਂ ਵਰਗੀਆਂ ਹੁੰਦੀਆਂ ਨੇ ਇਹ। ਦੇ ਘੱਗਰਾ ਕਿਵੇਂ ਪਾਈ ਫਿਰਦੀ ਆ, ਸ਼ਰਮ ਨਹੀਂ ਹੈ, ਨਾਲ ਨੰਗੇ ਸਿਰ ਸਹੁਰੇ ਦੇ ਮੂਹਰੇ ਫਿਰਦੀ ਆ। ਫਫੇ ਕੁੱਟਣੀ ਬਾਹਰ ਖੜੀਆਂ 2 ਜਿਨ੍ਹਾਂ ਨੇ ਮਲਮਲ ਦੀ ਚੁੰਨੀ ਘੁਮਾ ਕੇ ਸਿਰ ਤੇ ਲੈਤੀ, ਢਾਕਾਂ ਤੇ ਹੱਥ ਰੱਖੇ ਹੋਏ, ਸਿੰਘ ਤਵੀਤ ਗਲ 'ਚ ਲਮਕਣ, ਮੂਹਰੇ ਕੁੜਤੀ ਖੁੱਲੀ ਪਾਈ ਹੋਈ, ਝੁਕੀਆਂ ਖੜੀਆਂ 2 ਬਾਹਰ ਅਕਬਰ ਤੇ ਬੀਰਵਾਲ ਵਾਂਗੂ ਮੇਮ ਦਾ ਲੱਖੜ ਲਾਉਣ ਲੱਗੀਆਂ ਹੋਈਆਂ। ਝਲਮਣ ਦੇ ਪਿਓ ਨੇ ਜਦ ਮੇਮ ਦੇਖੀ, ਆਹ ਕੌਣ ਆ ਓਏ? ਪਿਓ ਨੇ ਰੋਹਬ ਨਾਲ ਕਿਹਾ, ਦੋਸਤ ਆ ਮੇਰੀ ਐਂਜਲਾ, ਮਾਈ ਸੋਲਮੇਟ। ਬਾਹਲੀ ਅੰਗਰੇਜ਼ੀ ਨਾ ਝਾੜ ਮੇਰੇ ਤੋਂ, ਪੰਜਾਬੀ 'ਚ ਗੱਲ ਕਰ। ਤੂੰ ਪਹਿਲਾਂ ਵਿਆਹ ਦੂਜੇ ਵਿਆਹ ਦੀ ਕਿਵੇਂ ਗੱਲ ਕਰਦਾ? ਆ 2 ਜਵਾਕ ਜੰਮੀ ਆ ਗੁਰਦੇਵ ਕੌਰ ਫਿਰਦੀ ਐ। ਮੈਂ ਐਂਜਲਾ ਨਾਲ ਵਿਆਹ ਨਹੀਂ ਕੀਤਾ, ਅਸੀਂ ਦੋਸਤਾਂ, ਸਿਰਫ ਰੂਹ ਦੀ ਹਾਲਣਾ। ਮੇਰੀ ਅੰਗਰੇਜ਼ ਕੁੜੀ ਇਹ, ਕਾਨੂੰਨ 'ਚ ਨਹੀਂ ਅਸੀਂ ਬੰਨੇ ਹੋਏ, ਇਹਨੂੰ ਜ਼ਮੀਨ ਜਾਇਦਾਦ ਦਾ ਲਾਲਚ ਨਹੀਂ, ਰਹਿਣ ਦੇ ਬਾਹਲੀਆਂ ਗੱਲੋਂ। ਕੰਜਰਾ ਜਿਹੜਾ ਮੈਂ ਕੀਤਾ ਉਹ ਮੇਰੀ ਤਾਂ ਮੁੱਛ ਠਾਂ ਕਰਤੀ। ਅੱਜ ਪਿੰਡ 'ਚ ਸਾਰਾ ਪਿੰਡ ਦਰਾਂ ਮੂਹਰੇ ਖੇਡਾਂ ਪਾਈ ਬੈਠਾ, ਮੈਂ ਕਿੱਥੇ ਜਾਊਂ? ਬਾਬਾ ਖੜਖੜ ਕਰ, ਤੇਰੇ ਟੱਬਰ ਦਾ ਕੀ ਬਣੂ? ਜਵਾਨ ਤੀਵੀਂ 2 ਜਵਾਕ ਜੰਮੀ ਬੈਠਾ, ਤੇਰੀ ਕੌਣ ਜਾਇਦਾਦ ਸੰਭੂ? ਮੈਂ ਕਦ ਤੱਕ ਬੈਠਾ ਰਹੂੰ? ਮਾਤਾ ਤੇਰੀ ਤੁਰ ਗਈ। ਅੱਛਾ, ਰੌਲਾ ਪੈ ਗਿਆ, ਰੱਖ ਜ਼ਮੀਨ, ਮੈਂ ਨਹੀਂ ਰਹਿੰਦਾ, ਮੇਰਾ ਮਤਲਬ ਕੋਈ ਨਹੀਂ, ਮੈਂ ਚੱਲਿਆ। ਆਹੋ, ਲੱਤਾਂ ਵਰਦੂ, ਹੁੱਲ ਕੇ ਦਿਖਾਈ। 5-4 ਦਿਨ ਰਹੇ, ਮੁੰਡਿਆਂ ਨੇ ਗੱਬੇ ਪੈ ਕੇ ਦੇਖਿਆ, ਪੁੱਤ ਨੇ ਪਿਓ ਨੇ ਦੇਖ ਲਿਆ ਪੁੱਤ ਬਾਗੀ ਆ। ਅਖੀਰ ਗੱਲ ਹੋ ਗਈ, ਐਂਜਲਾ ਤੇ ਦੋਨੇ ਜਹਾਜ਼ ਚੜ ਗਏ। ਤੁਰਨ ਵੇਲੇ ਬਾਪੂ ਨੇ ਸਿਰ ਤੇ ਹੱਥ ਰੱਖਿਆ, ਗੁਰਦੇਵ ਕੌਰ ਕੋਲ ਖੜੀ। ਜਵਾਕਾਂ ਨੇ ਭੱਜ ਕੇ ਡੜਿਆ ਕੇ ਪਿਓ ਦੀਆਂ ਲੱਤਾਂ ਫੜ ਲਈਆਂ। ਐਂਜਲਾ ਨੂੰ ਬਹੁਤ ਮਨ 'ਚ ਹੋਇਆ। ਲੰਡਨ ਤਾਂ ਵਾਪਸ ਆ ਗਏ, ਪਰ ਐਂਜਲਾ ਹਰ ਰੋਜ਼ ਕਰੇ ਉਹਨੂੰ ਕਿਹਾ ਕਰੇ, ਜਿਲ ਯੈਸ ਡੀਅਰ, ਬੋਲ, you have to bring your kids here. It doesn't look good to me. I feel so guilty. You have to bring your wife. We are friends. Oh, khona kabar pat. You are digging your own grave, darling. ਖੂਹ 'ਚ ਪੈ ਜਾਏਗੀ ਨਾ, ਛੱਡ ਤੋਪ ਆ, ਤੋਪ ਭੰਗੀਆਂ ਦੀ ਅੜਾ ਦੂ ਤੇਰਾ ਸਭ ਕੁਛ। I don't understand what you're talking about. You have to bring your kids here. And don't worry. If I love you, I love you all. That doesn't make any difference. You did wrong or right, still I love you. If you bring them here, it's not going to make any difference. Please bring your wife and kids here. I will help them. तू help करेंगी? Idi, Debo di? Yes, Debo di. मैं रह के आया नाल, देखी
ਆਈ ਤੇ ਦੱਸੂ ਤੈਨੂੰ। ਨੋ ਯੂ ਹੈਵ ਟੂ ਬ੍ਰਿੰਗ, ਅਦਰਵਾਈਜ਼ ਆਈ ਐਮ ਗੋਇੰ ਟੂ ਲੀਵ ਯੂ ਅਲੋਨ। ਲਓ ਜੀ, ਅਖੀਰ ਉਹੀ ਗੱਲ ਹੋਈ। ਔਖੇ ਸੌਖੇ ਪੇਪਰ ਭਰਤੇ, ਕਿਉਂਕਿ ਵਿਆਹ ਤਾਂ ਹੋਇਆ ਸੀ। ਜਵਾਕ ਤੇ ਦੇਬੋ ਆ ਗਏ ਦੋਨੇ। ਆ ਕੇ ਜਦ ਦੇਬੋ ਆ ਗਈ, ਬਹੁਤ ਕੰਮ ਕਰੇ, ਪਰ ਐਂਜਲਾ ਨੇ ਬੱਚਿਆਂ ਦਾ ਤੇ ਉਹਦਾ ਇੰਨਾ ਖਿਆਲ ਕੀਤਾ, ਉਹਨਾਂ ਨੂੰ ਘਰ ਦੇ ਤਾਂ ਲੈ ਕੇ, ਪਰ ਝਿਲਮਣ ਰਹਿੰਦਾ ਐਂਜਲਾ ਦੇ ਨਾਲ ਹੀ। ਉਹਨਾਂ ਬੱਚਿਆਂ ਦਾ ਪਿਆਰ ਕਰਦਾ। ਫਫੇ ਕੁੱਟਣੀ ਹੈ, ਤੇਰੇ ਚਲਿੱਤਰ ਕਰਕੇ ਮੇਰੇ ਖਸਮ ਨੂੰ ਖੁਸ਼ ਕਰਦੀ ਹੈ। ਇੰਨੀ ਚੰਗੀ ਹੁੰਦੀ ਕਿਸੇ ਵਿਆਹੇ ਬੰਦੇ ਦਾ ਘਰ ਕਿਉਂ ਪੱਟਦੀ? ਇਹਨੂੰ ਬੰਦਿਆਂ ਦੀ ਘਰ ਸੀ, ਇਹਨੇ ਮੇਰੇ ਖਸਮ ਪੱਟ ਲਿਆ। ਹੁਣ ਮੇਰੇ ਜਵਾਕਾਂ ਤੇ ਵੀ ਡੋਰੇ ਪਾਉਂਦੀ ਆ। ਇਹ ਵੀ ਜਵਾਕ ਨਿਕਲਣਗੇ, ਆਪਣੇ ਅਰਜੀ ਬਣਾ ਲੂ। ਤੂੰ ਹਟ ਜਾ, ਤੇਰੇ ਤੇ ਹੱਥ ਫੇਰਨਾ, ਤੇਰੇ ਫਰਜ਼ ਝਾੜ ਦੇਣੇ ਨੇ ਮੈਂ। ਤੂੰ ਨਾ ਐਂਜਲਾ ਨੂੰ ਕਹੇ ਇਹਦੇ ਕਰਕੇ ਬੈਠੀ ਆ, ਤੂੰ ਮੰਨ ਲਾ ਮੇਰੀ ਗੱਲ, ਨਾ ਬੋਲ। ਜਾਂ ਲੈ ਜਾ ਇਹਨੂੰ ਕਪਾਹ ਰੰਗੀ ਨੂੰ, ਮੈਂ ਉਰੇ ਹੀ ਚੰਗੀ ਐ। ਮਤਰੇ ਪੁੱਤ ਮਤਰੇ ਹੀ ਰਹਿੰਦੇ ਆ, ਦੇਖੀ ਕਿਤੇ ਤੁਸੀਂ ਨਾ ਮੇਰਾ ਪੁੱਤ ਨੇੜੇ ਹੋ ਜਾਓ। ਦੋਨੇ ਜਵਾਕਾਂ ਨੂੰ ਜਸੂਸੀ ਕਰਾਉਂਦੀ। ਕਦੇ ਜੇ ਜਵਾਕ ਐਂਜਲਾ ਵੱਲ ਗਿਆ ਹੁੰਦੇ, ਕਿੱਥੇ ਪਿਆ ਸੀ ਤੇਰਾ ਬਾਪੂ ਰਾਤ ਦੇ? ਬੇਬੇ ਕਿੱਥੇ ਪੈਣਾ ਆਪਣੀ ਐਂਜਲਾ ਮੰਮੀ ਦੇ। ਖਬਰਦਾਰ ਜੇ ਮੰਮੀ ਕਿਹਾ ਮੇਰੇ ਸਾਹਮਣੇ ਉਸਨੂੰ, ਮੰਮੀ ਆਲਾ ਹੋਇਆ ਬੜਾ। ਖਬਰਦਾਰ। ਇਹ ਕਿੰਨੇ ਵਜੇ ਉੱਠੇ ਸੀ? ਮੈਨੂੰ ਕੀ ਪਤਾ ਬੇਬੇ, ਅਸੀਂ ਆਪਣੇ ਰੂਮ 'ਚ ਚਾਰੇ ਭੈਣ ਭਾਈ ਪਏ ਸੀ, ਮੈਨੂੰ ਨਹੀਂ ਪਤਾ। ਅਸਲ ਉਹਦੇ ਕੋਲ ਜੱਦੀ ਪੁਸ਼ਤੀ ਸੰਸਕਾਰ ਸੀ, ਪਰ ਉਹ ਕਿਤੇ ਹੁਣ ਗੱਲ ਨਾ ਨਿਕਲਦੀ। ਫਿਰ ਆਲੇ ਦੁਆਲੇ ਦੀਆਂ 5-4 ਜਿੱਦਣ ਇਕੱਠੀਆਂ ਲੰਡਨ ਦੇ ਕਿਸੇ ਏਰੀਏ ਦੀਆਂ ਹੋ ਜਾਂਦੀਆਂ, ਫਿਰ ਦੁੱਖ ਕੱਢਦੀਆਂ। ਪੁੱਛਣਾ ਭਾਈ, ਗੋਰੀਆਂ ਨੇ ਤਾਂ ਭੂਤਨੀਆਂ ਨੇ, ਜੇ ਕਿਹਦੇ ਮਗਰ ਪੈਣਾ ਸਿਰ ਤੋਂ ਨਹੀਂ ਉਤਰਨੇ। ਕਾਲਾ ਜਾਦੂ ਆ ਬੰਗਾਲ ਦਾ। ਬੰਦੇ ਜਿਹੜੇ ਇਹ ਲੈ ਗਈਆਂ ਮੁੜ ਕੇ ਨਹੀਂ ਆਏ। ਗੋਰੀਆਂ ਦਾ ਕੀ ਕਸੂਰ ਹੈ ਇਹਦੇ 'ਚ? ਇੱਕ ਨਾਲ ਦੀ ਬੈਠੀ ਕਹਿੰਦੀ ਪੈਸਾ ਖੋਟਾ, ਬਾਣੀਏ ਨੂੰ ਕੀ ਦੋਸ਼ ਹੈ? ਆਪਣੇ ਵਾਲਿਆਂ ਦਾ ਮੇਮਾ ਦਾ ਕੀ ਫਾਲਟ ਹੈ ਇਹਦੇ 'ਚ? ਜਿੱਦਾਂ ਹੱਥ 'ਚ ਆਏ ਸ਼ਿਕਾਰ ਨੂੰ ਕੌਣ ਛੱਡਦਾ? ਇਹ ਵੀ ਪੱਕੀਆਂ ਸ਼ਿਕਾਰਨਾਂ ਨੇ। ਜਿੱਦਾਂ ਕਸੂਰ ਕਿਉਂ ਨਹੀਂ ਮੇਮਾ ਦਾ? ਨੰਗੀਆਂ ਹੋਈਆਂ ਨਹੀਂ ਫਿਰਦੀਆਂ, ਫੇਰ ਬੰਦਿਆਂ ਦਾ ਕੀ ਕਸੂਰ ਹੈ? ਇਹ ਜਿਹੀ ਪਰੀਆਂ ਦੇ ਹੁਸਨ ਮੂਹਰੇ ਇੰਦਰ ਦੇਵਤੇ ਵਰਗੇ ਡੋਲ ਗਏ। ਸਾਡੇ ਵਾਲੇ ਆ ਸਬਜ਼ ਰੰਗੀਏ ਕਿਹੜੇ ਨੇ? ਸਿਗਰਟਾਂ ਪੀਣੀਆਂ, ਸ਼ਰਾਬਾਂ ਡੱਫਣੀਆਂ, ਬੰਦਿਆਂ ਦੇ ਮੂੰਹ 'ਚ ਮੂੰਹ ਪਾ ਕੇ ਕਿੱਸਾਂ ਮਾਰਦੀਆਂ ਦੁਨੀਆ 'ਚ। ਅਸੀਂ ਤਾਂ ਬੈਡਰੂਮਾਂ 'ਚ ਵੀ ਲਾਈਟਾਂ ਬੁਝਾ ਕੇ ਕੱਪੜੇ ਬਦਲਦੀਆਂ। ਅਸੀਂ ਇਹਨਾਂ ਦੇ ਕਿੱਥੇ ਫਿੱਟ ਆਉਂਦੀਆਂ? ਪਿੱਛੋਂ ਆ ਕੇ ਇੱਕ ਨੇ ਕਹਿਣਾ ਗੱਲ ਤੇਰੀ ਵੀ ਠੀਕ ਹੈ, ਇਹ ਕਿਤੇ ਗੱਲ ਸਹੀ ਹੈ ਇਹਨਾਂ ਦੀ। ਅਸੀਂ ਆ ਕੇ ਭਾਈ ਆਪਣਾ ਸੰਸਕਾਰ ਨਾਲ ਲੈ ਕੇ ਆਈਆਂ, ਅਸੀਂ ਨਹੀਂ ਛੱਡਦੀਆਂ। ਅਸੀਂ ਜਿੱਥੇ ਰਹੀਏ ਅਸੀਂ ਉਸ ਤਰ੍ਹਾਂ ਹੀ ਰਹਿਣਾ। ਸਾਡਾ ਦੇਸ਼ ਚਾਹੇ ਕੋਈ ਹੋਵੇ। ਬੰਦਿਆਂ ਦਾ ਕੀ ਕਸੂਰ ਹੈ? ਇਹਨਾਂ ਦਾ ਕਸੂਰ ਆ। ਗੱਲਾਂ ਪਾਉਂਦੇ। ਦੇਬੋ ਤੂੰ ਚਿੰਤਾ ਨਾ ਕਰ, ਤੇਰਾ ਆਦਮੀ ਤੇਰਾ ਹੀ ਰਹਿਣਾ। ਤੈਨੂੰ ਸਿਹਰੇ ਬੰਨ ਕੇ ਲਿਆਇਆ, ਬਾਜੇ ਗਾਜੇ ਨਾਲ। ਬੱਚੇ ਵੀ ਤੇਰੇ ਅਸਲੀ, ਦੂਜੀ ਔਰਤ ਰਖੇਲ ਹੈ, ਹਰਾਮ ਦੀ ਔਲਾਦ ਜੰਮੀ ਹੈ। ਦੋਨਾਂ ਨੇ ਫਿਕਰ ਨਾ ਕਰ। ਜਿੱਦਣ ਉਦਣ ਢੂਹੇ 'ਚ ਲੱਗੀ ਲੱਤ ਐਂਜਲਾ ਦੀ, ਤੂੰ ਦੇਖੀ ਸਹੀ ਤੇਰੇ ਪੈਰਾਂ 'ਚ ਲਿੜਦਾ ਆ ਕੇ। ਮੇਰੇ ਵਾਲਾ ਵੀ ਐਂ ਆਇਆ 15 ਸਾਲ ਇਹ ਖਾਂਦਾ ਰਿਹਾ। ਅਖੀਰ ਦਿਨ ਕਮਰੋੜ ਟੁੱਟ ਗਈ, ਚੂਕਣੇ 'ਚ ਉਹਨੇ ਮਾਰੀ। ਆ ਪਿਆ ਦਰਾਂ ਮੂਹਰੇ ਚੀ ਕਰਦਾ, ਅੱਜ ਹੀ ਤੈਨੂੰ ਦਿਖਾ ਦੂ। ਇੱਕ ਨੇ ਹੋਰ ਕਿਹਾ ਆਪਣੇ ਐਕਸਪੀਰੀਅੰਸ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸਵਾਦੀ। ਗੁਰਦੇਵ ਕੌਰ ਬਹਿ ਕੇ ਦਲੀਲਾਂ ਉਹਨਾਂ ਨੂੰ ਕਰਦੀ। ਐਂਜਲਾ ਨੇ ਝਿਲਮਣ ਨੂੰ ਨਾ ਘਰੋਂ ਕੱਢਿਆ, ਨਾ ਹੀ ਗੁਰਦੇਵ ਕੌਰ ਵਾਪਸ ਆਇਆ। ਪਰ ਉਹ ਗੁਰਦੇਵ ਕੌਰ ਕੋਲ ਆ ਕੇ ਉਹਦੇ ਬੱਚਿਆਂ ਨੂੰ ਪਿਆਰ ਕਰਦਾ, ਉਹਨੂੰ ਸਾਂਭਦਾ, ਪਰ ਉਹਦੇ ਕੋਲ ਕਦੇ ਰਾਤ ਨਾ ਰਿਹਾ। ਅਖੀਰ ਗੁਰਦੇਵ ਕੌਰ ਆ ਕੇ ਇੱਕ ਦਿਨ ਐਂਜਲਾ ਨੂੰ ਘਰੇ ਆਈ ਨੂੰ ਮਿਲ ਕੇ ਕੋਲ ਬੁੱਸ ਕਰਦੀ। ਹੀ ਕਮ ਹੋਮ, ਨੋ ਟਾਕ, ਨੋ ਲਵ, ਬਸ ਕਮ ਐਂਡ ਗੋ, ਨਥਿੰਗ ਡੂ। ਟੁੱਟੀ ਅੰਗਰੇਜ਼ੀ ਜੋ ਉਹਨੇ ਸਮਝਾਤਾ। Don't get upset, Debo. I will tell him to come and stay with you. I would send him to you regularly. Don't worry, I will tell him to love you also. Don't worry, I will be with you always. ਐਂਜਲਾ ਨੇ ਉਹਦੇ ਹੰਝੂ ਪੁੰਝੇ ਤੇ ਜੱਫੀ। ਪਤਾ ਨਹੀਂ ਕਿਹੜੀ ਰੂਹ ਸੀ। ਐਂਜਲਾ ਸਿਰਫ ਕਹਿੰਦੀ ਨਾ, ਕਰਕੇ ਦਿਖਾਉਂਦੀ। ਜ਼ੋਰ ਪਾ ਕੇ ਉਹਨੇ ਗੁਰਦੇਵ ਨੂੰ ਜਵਾਕਾਂ ਵੱਲ ਭੇਜਣਾ ਚਾਹਿਆ। ਜਵਾਕ ਜਵਾਨ ਹੋ ਗਏ। ਪੰਜਾਬੋਂ ਆਈ ਧੀ ਸਿਮਰਨ ਨੇ ਕਾਲੇ ਬਰੈਸਟਰ ਦੇ ਨਾਲ ਜਿਹੜਾ ਪੜ੍ਹਦਾ ਸੀ ਉਹਦੇ ਨਾਲ ਦੋਸਤੀ ਕਰ ਲਈ। ਕਾਲੇ ਵਕੀਲ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਹ ਜਦ ਰੌਲਾ ਪਿਆ ਤਾਂ ਘਰ 'ਚ ਫੇਰ ਗੁਰਦੇਵੋ ਨੇ ਸੂਹਣ ਚੱਕ ਲਈ। ਦਿਖਾਤੀ ਅਕਲ, ਅਸਲੀ ਜਾਤ ਦਿਖਾਤੀ ਗੋਰੀ ਨੇ। ਪਹਿਲਾਂ ਮੇਰਾ ਬੰਦਾ ਖਰਾਬ ਕੀਤਾ, ਹੁਣ ਲਾਦ ਵਿਗਾੜ ਕੇ ਰੱਖਤੀ। ਮੇਰੀ ਧੀ ਪੁੱਠੇ ਰਾਹ ਪਾਤੀ। ਡੈਡ ਨੇ ਜਿਹੋ ਜਿਹਾ ਗੰਦ ਆਪ ਪਾਇਆ ਉਹੋ ਜਿਹਾ ਮੇਰੇ ਜਵਾਕਾਂ ਤੇ ਪਾਤਾ। ਆਖਰੀ ਲਾਦ ਕਿਹਦੀ ਹੈ? ਪਤਾ ਜਵਾਕਾਂ ਨੂੰ ਵੀ ਸਾਡਾ ਪਿਓ ਸਾਡਾ ਸ਼ਰਮ ਲਿਆ ਛੱਡ ਕੇ ਸ਼ਰੇਆਮ ਕੰਜਰਪੁਣਾ ਕਰਦਾ। ਹੁਣ ਕੁੜੀ ਮੇਰੇ ਕਾਲੇ ਨਾਲ ਵਿਆਹੂ, ਮੁੰਡਾ ਮੇਰੀ ਚਿੱਟੀ ਨਾਲ ਵਿਆਹੂ। ਉੱਜੜ ਗਈ ਮੈਂ ਤਾਂ। ਫੇਰ ਚੱਕਦਾ। ਜਦ ਉਹਨੇ ਆਹ ਗੱਲ ਕਹੀ, ਕੋਲ ਬੈਠਾ ਝਿਲਮਣ ਨੇ ਪਹਿਲੀ ਵਾਰ ਗੁੱਸਾ ਚੜਿਆ। ਦੇਖਿਆ ਐਂਜਲਾ ਨੇ ਕੰਬਣ ਲੱਗ। ਤੂੰ ਬੰਦ ਕਰ ਲਾ, ਤੇਰੇ ਮੈਂ ਟੋਟੇ ਕਰ ਦੂੰ। ਆ ਵੇਖ ਲੈ ਕਿਰਪਾਨ ਪਈਆ, ਮੈਂ ਚੱਕ ਲੈਣੀ ਆ ਹੁਣ।
ਜਿਹਨੂੰ ਤੂੰ ਬੋਲਦਿਆ ਜੇ ਉਹ ਨਾ ਹੁੰਦੀ ਤੁਸੀਂ ਉੱਥੇ ਰੂੜੀਆਂ ਤੇ ਫਿਰਨਾ ਸੀ, ਤੈਨੂੰ ਇੱਥੇ ਮੈਂ ਵਰਦੀ ਨਹੀਂ ਸੀ ਕਰਨਾ ਕਦੇ, ਕਿਉਂ ਮੇਰੇ ਪਿਓ ਨੇ ਮੈਨੂੰ ਧੱਕੇ ਨਾਲ ਵਿਆਹ ਤਾਂ ਮੇਰਾ ਕਸੂਰ ਨਹੀਂ ਸੀ। ਜਵਾਕ 2 ਹੋ ਗਏ, ਜਿੱਦਣ ਦੀ ਤੈਨੂੰ ਪੰਜਾਬ ਤੋਂ ਮਾਂ ਨੂੰ ਵੇਖ ਕੇ ਮਾਂ ਮਰੀ ਤੇ ਗਈ ਹੈ, ਇਹਨੇ ਮੇਰਾ ਖਹਿੜਾ ਨਹੀਂ ਛੱਡਿਆ ਤੈਨੂੰ ਸੱਦਣ ਖਾਤਰ। ਤੂੰ ਕਤੀੜੇ ਇਹਨੂੰ ਕਹਿ ਆ ਮਾੜਾ, ਇਹਦੇ ਕਰਕੇ ਤੂੰ ਇੱਥੇ ਆਈ ਆ। ਜਵਾਕ ਤੇਰੇ ਪਾਲੇ ਨੇ, ਉਹਨੇ ਆਪਣੇ ਸਾਸਾ ਤੇ ਨੀਲ ਤੋਂ ਵੱਧ ਪਾਲੇ ਨੇ, ਤੇਰੇ ਦੋਨੇ ਧੀ ਪੁੱਤ, ਦੋਨੇ ਜਵਾਕਾਂ ਦਾ ਪਿਆਰ ਕੀਤਾ। ਜੇ ਤੇਰਾ ਕੁਛ ਇਹ ਤੈਂ ਮੁੜ ਕੇ ਜਦ ਕੀਤਾ, ਤੇਰਾ ਮੈਂ ਰੱਸਾ ਵੱਢ ਦੇਣਾ, ਤੈਨੂੰ ਮੁੜ ਪੰਜਾਬ ਵੜਦੀ ਕਰ ਦੇਣਾ। ਵੱਧੋ ਵੱਧ ਕਰਕੇ ਅੱਜ ਤੱਕ ਗੁਰਦੇਵ ਕੌਰ ਨੇ ਕਦੇ ਇੰਨਾ ਗੁੱਸੇ 'ਚ ਨਹੀਂ ਸੀ ਦੇਖਿਆ ਝਿਲਮਣ, ਤੇ ਨਾ ਹੀ ਐਂਜਲਾ ਨੇ ਵੇਖੀ। ਤੈਨੂੰ ਪਤਾ ਅਨਪੜ੍ਹ ਢੱਗੀਏ, ਕਾਲਾ ਮੁੰਡਾ ਕਿੰਨਾ ਲਾਇਕ ਹੈ, ਕਿੰਨਾ ਪੜ੍ਹਿਆ ਲਿਖਿਆ ਹੋਇਆ। ਇੱਥੇ ਜਵਾਕਾਂ ਨੇ ਐ ਨਹੀਂ ਸੁਣਨੀਆਂ, ਧੱਕੇ ਨਾਲ ਰੋਕੇਂਗੇ, ਉਹ ਘਰੋਂ ਚਲੇ ਜਾਊ, ਕਰਾ ਲੂ ਵਿਆਹ, ਕੀ ਕਰੇਂਗੀ ਤੂੰ। ਅਖੀਲ ਸਿਮਰਨ ਦਾ ਵਿਆਹ ਹੋ ਗਿਆ। ਝਿਲਮਣ ਨੇ ਐਂਜਲਾ ਦਾ ਫੜਾਇਆ ਹੱਥ ਤੇ ਉੱਥੋਂ ਤੁਰ ਪਿਆ। ਕਾਰ 'ਚ ਜਾਂਦੇ ਉਹਨੇ ਸਾਰੀ ਗੱਲ ਅੰਗਰੇਜ਼ੀ 'ਚ ਐਂਜਲਾ ਨੂੰ ਸਮਝਾਈ। ਉਹਨੂੰ ਦੱਸਿਆ ਕਿ ਕਿਵੇਂ ਗੁਰਦੇਵ ਚਾਰਲਸ ਦੇ ਦੇਬੋ ਖਰਾਬ ਬੋਲਦੀ ਸੀ। Never mind, she is innocent. She does not understand British system like many other women from Asia. These are typical Asian women. You have set prefixed ideas. You understand it? Values and belief of life. We are different. They are different. You're living here with me from long time. That's why you changed a bit. Your wife can. Look on your kids. They are totally westernized. It's not their fault. Calm down. Don't worry. ਉਹਨੇ ਬੈਠੇ ਬੈਠੇ ਝਿਲਮਣ ਤੇ ਹੱਥ ਫੇਰਿਆ, ਝਿਲਮਣ ਠੰਡਾ ਹੋ ਗਿਆ। ਸਿਮਰਨ ਦਾ ਵਿਆਹ ਚਾਰਲਸ ਨਾਲ ਹੋ ਗਿਆ। ਐਂਜਲਾ ਵੀ ਸਦਾ ਬਹਾਰ ਸਾਰੇ ਕੰਮ ਕਰਦੀ ਫਿਰਦੀ, ਘਰ 'ਚ ਸੁੱਖ ਸ਼ਾਂਤੀ। ਤੇ ਜਿੱਦਣ ਗੱਲਬਾਤ ਹੁੰਦੀ ਕਿਤੇ ਨਾ ਕਿਤੇ ਜਸਪ੍ਰੀਤ ਦੇ ਨਾਲ, ਬੜੇ ਮੁੰਡੇ ਦੇ ਨਾਲ, ਦੇਬੋ ਬਹਿ ਕੇ ਕਹਿੰਦੀ, ਵੇ ਪੁੱਤ ਜੱਸਿਆ, ਤੇਰੇ ਪਿਓ ਨੇ ਤੇ ਭੈਣ ਨੇ ਤਾਂ ਖਾਨਦਾਨ ਦੀ ਨੱਕ ਵੜਾਤੀ। ਪਿਓ ਨੇ ਚਿੱਟੀ ਚੜੇਲ ਰੱਖ ਲਈ, ਧੀ ਨੇ ਕਾਲੇ ਭੂਤ ਨਾਲ ਵਿਆਹ ਕਰ ਲਿਆ, ਪਰ ਤੂੰ ਕਿਤੇ ਤੂੰ ਨਾ ਪੁੱਤ ਮੇਮਾਂ ਦੇ ਗੱਲ ਲੱਗ ਜੀ। ਇੰਡੀਆ ਤੋਂ ਆਈ ਕੋਈ ਕੁੜੀ ਵਿਆਹ ਕੇ ਮੈਂ ਲੱਭ ਕੇ ਦਊਂ, ਕੋਈ ਚੰਗੀ ਘਰਾਂ ਦੀ ਕੁੜੀ। ਜੇ ਬਹੂ ਵੀ ਰੰਗ ਬਰੰਗੀ ਆ ਗਈ, ਸਾਡਾ ਖਾਨਦਾਨ ਜਮਾਂ ਹੀ ਬੇੜਾ ਗਰਕ ਜੂ। ਲੋਕ ਹੱਸਣਗੇ ਸਾਡੇ ਤੇ, ਚੰਗੇ ਘਰਾਣੇ 'ਚ ਵਿਆਹ ਕਰਾਈ ਤੂੰ ਪੁੱਤ, ਐਵੇਂ ਗੋਰਿਆਂ ਵਾਲੇ ਚੱਕਾ ਵਾਲੀਆਂ ਦੇ ਚੱਕਰ 'ਚ ਨਾ ਫਸ ਜੀ ਮੇਰਾ ਪੁੱਤ ਤੂੰ। ਸਿਸਮੀਸ ਉਹਦੀਆਂ ਸੁਣਦਾ ਹੱਸਦਾ ਰਿਹਾ। ਇਹਨਾਂ ਦਿਨਾਂ 'ਚ ਝਿਲਮਣ ਨੂੰ ਦੌਰਾ ਪੈ ਗਿਆ, ਘਰ 'ਚ ਜਿਵੇਂ ਕਹਿਰ ਆ ਗਿਆ, ਤੇ ਦੋਵੇਂ ਪਰਿਵਾਰ ਇੱਕਜੁੱਟ ਉਹਦੀ ਸੇਵਾ ਸੰਭਾਲ ਕਰਨ ਲੱਗੇ। 4 ਬੱਚੇ ਆਲੇ ਦੁਆਲੇ ਰਹਿੰਦੇ। ਹੁਣ ਘਰੇ ਠੀਕ ਸੀ। ਇੱਕ ਦਿਨ ਬੈਠੇ ਬੈਠੇ ਝਿਲਮਣ ਨੇ ਕਿਹਾ, ਵੇਅਰ ਇਜ਼ ਐਂਜਲਾ? ਝਿਲਮਣ ਨੇ ਮਰੀ ਜੀ ਆਵਾਜ਼ 'ਚ ਕਿਹਾ, ਡੈਡ, ਮਮ ਹੈਡ ਏ ਲਿਟਲ ਕਾਰ ਐਕਸੀਡੈਂਟ ਐਂਡ she was hospitalized and will come home soon. Sasha ne holiday. Okay, daughter, let me talk to her. Give me cell phone and let me talk to her. No, Dad, she had a minor head injury, so doctors have advised her bed rest. She can't talk, speak much. Don't worry, she will be discharged. Sasha ne akhan bhare. All right, ਝਿਲਮਣ ਨੇ ਡੂੰਘਾ ਹੌਕਾ। ਝਿਲਮਣ ਦੀ ਹਾਲਤ ਸੁਧਰਨ ਲੱਗੀ। ਸੋਟੀ ਫੜ ਕੇ ਇੱਧਰ ਨੂੰ ਤੁਰਨ ਲੱਗਿਆ। ਨੀਲ ਤੇ ਸਾਸ਼ਾ ਆਪਣੇ ਘਰਾਂ ਨੂੰ ਚਲੇ ਗਏ। ਸਿਮਰਨ ਵੀ ਆਪਣੇ ਪਤੀ ਕੋਲ ਚਲੇ ਗਈ। ਜਸਮੀਤ ਮੁੰਡਾ ਤੇ ਦੇਬੋ ਉਹਦੀ ਸੇਵਾ ਕਰਦੇ ਰਹੇ। ਇੱਕ ਦਿਨ ਮੂਹਰਲੇ ਸਿਟਿੰਗ ਰੂਮ 'ਚ ਬੈਠਾ, ਰੇਡੀਓ ਤੇ ਗਾਣਾ ਵੱਜਿਆ, ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ। ਦੇਬੋ ਨੇ ਦੇਖਿਆ, ਉਹਨੂੰ ਸੱਤੀ ਕੱਪੜੇ ਅੱਗ ਲੱਗੀ। ਸਿੱਧੀ ਪਿਛਲੇ ਕਮਰੇ 'ਚ ਗਈ ਜਿੱਥੇ ਜਸਮੀਤ ਬੈਠਾ, ਇੱਥੇ ਲੈਪਟਾਪ ਲਾਇਆ। ਤੈਨੂੰ ਕਿੰਨੀ ਵਾਰ ਕਿਹਾ ਵੀ ਇਹ ਕੰਜਰਖਾਨਾ ਨਾ ਲੈ ਕਰ ਪਿਓ ਦੇ ਸਾਹਮਣੇ, ਹਾਲੇ ਭੁੱਲਿਆ ਨਹੀਂ ਉਹ ਡੈਣ ਨੂੰ। ਸਾਰੀ ਉਮਰ ਉਹ ਚਿੱਟੀ ਚੜੇਲ ਨੇ ਮਨਹੂਸ ਆਇਆ ਸਾਡੇ ਤੇ ਪਿਆ, ਹੁਣ ਮਰ ਕੇ ਵੀ ਪਿੱਛੇ ਨਹੀਂ ਛੱਡਦੀ। ਚੰਗਾ ਹੋਇਆ ਮਰ ਗਈ ਕੁੱਤੇ ਦੀ ਮੌਤ ਸੜਕ ਤੇ, ਆਪਣੇ ਪਿਓ ਪਾਪਾ ਦਾ ਫਲ ਮਿਲ ਗਿਆ। ਸਾਰੀ ਉਮਰ ਮੇਰੀ ਛਾਤੀ ਤੇ ਸੱਪਣੀ ਬੈਠੀ ਰਹੀ ਹੈ, ਹੁਣ ਤਾਂ ਖਹਿੜਾ ਛੱਡ ਦੇਵੇ ਰੱਬਾ। ਦੇਬੋ ਨੇ ਦੋਨੇ ਹੱਥ ਉੱਪਰ ਨੂੰ ਚੱਕ। ਮਾਂ ਹਰ ਜਾ ਤੂੰ ਨਾ, ਤੂੰ ਛੋਟੀ ਮਾਂ ਨੂੰ ਗਾਲਾਂ ਕੱਢ। ਕੀ ਵਿਗਾੜਿਆ ਉਹਨੇ ਤੇਰਾ? ਉਹਨੇ ਸਾਰੀ ਉਮਰ ਸਾਡੀ ਹੈਲਪ ਕੀਤੀ ਹੈ। ਜੇ ਉਹ ਜਾਣ ਚਾਹੁੰਦੀ ਤਾਂ ਡੈਡ ਨੂੰ ਹਮੇਸ਼ਾ ਸਾਡੇ ਤੋਂ ਦੂਰ ਕਰ ਦਿੰਦੀ। ਉਹਨੇ ਪੂਰੀ ਫੈਮਿਲੀ ਇੰਡੀਆ ਬੈਠੇ ਰਹਿਣਾ ਸੀ, ਅਸੀਂ ਨਹੀਂ ਸੀ ਆਉਣਾ। ਉਹਨੇ ਕੰਟਰੀ 'ਚ ਸਾਨੂੰ ਸੈੱਟ ਕੀਤਾ, ਐਜੂਕੇਸ਼ਨ ਦਿੱਤੀ, ਸਾਡਾ ਉਨਾ ਹੀ ਪਿਆਰ ਕੀਤਾ ਜਿੰਨਾ ਸਾਸ਼ਾ ਤੇ ਨੀਲ ਦਾ ਕਰਦੀ ਹੈ। ਤੈਨੂੰ ਭੈਣਾਂ ਵਾਂਗੂ ਸਮਝਿਆ, ਧੱਕੇ ਨਾਲ ਬਾਪੂ ਤੇਰੇ ਕੋਲ ਭੇਜਦੀ ਰਹੀ। ਕਿਉਂ ਤੇਰੇ ਕੋਲ ਜ਼ਹਿਰ ਆ? ਕਿਉਂ ਤੂੰ ਚਿੱਟੀ ਚੜੇਲ ਹਰ ਵਕਤ ਕਹਿੰਦੀ ਰਹਿੰਦੀ ਆ ਉਹਨੂੰ? ਹੁਣ ਤਾਂ ਬੰਦ ਕਰ ਦੇ ਪੁੱਤ। ਮੈਂ ਤਾਂ ਦੇਬੋ ਇਹ ਕਹਿੰਦੀ। ਹੁਣ ਮੇਰੀ ਸੁਣ ਲੈ ਇੱਕ ਗੱਲ, ਮੈਂ ਤੈਨੂੰ ਇੱਕ ਗੱਲ ਸੁਣ ਲੈ ਮੇਰੀ ਹੁਣ ਸਿੱਧੀ ਇੱਕ ਵਾਰ। ਛੋਟੀ ਮੰਮੀ ਐਕਸੀਡੈਂਟ 'ਚ ਨਹੀਂ ਮਰੀ, ਉਹ ਕੁਦਰਤੀ ਮੌਤ ਨਹੀਂ ਮਰੀ। ਉਹਨੇ ਖੁਦਕੁਸ਼ੀ ਕੀਤੀ ਆ, ਐਕਸੀਡੈਂਟ ਜਾਣ ਬੁੱਝ ਕੇ ਕੀਤਾ, ਤੇ ਨਾਲ ਨੋਟ ਲਿਖ ਕੇ ਗਈ ਕਿ ਉਹ ਆਪਣੇ ਪਰਸ 'ਚ ਜਿਹੜਾ ਉਹਨੇ ਲਿਖਿਆ ਵੀ ਮੇਰਾ ਦਿਲ ਕੱਢ ਕੇ
ਝਲਮਣ ਸਿੰਘ ਦੇ ਡੈਡ ਜਿਹੜਾ ਇਹਦੇ ਲਾਇਆ ਜਾਵੇ ਤੇ ਭੇਦ ਨਾ ਦੱਸੇ ਜਾਵੇ। ਇੱਥੋਂ ਤੱਕ ਉਹਦੇ ਸਰੀਰ ਦੇ ਸਾਰੇ ਅੰਗ ਦਾਨ ਕੀਤੇ, ਉਹਦੀ ਲਾਸਟ ਵਿਸ਼ ਸੀ ਕਿ ਰਿਸਪੈਕਟ ਕੀਤੀ, ਉਹਨੇ ਕਿਸੇ ਨੂੰ ਦੱਸਿਆ ਜਾਵੇ। ਸਾਨੂੰ ਚਾਰੇ ਭੈਣਾਂ ਭਾਈਆਂ ਨੂੰ ਪਤਾ ਸੀ। ਸੁਣ ਲਾ, ਹੁਣ ਤਾਂ ਬੋਲਣੋਂ ਨਹੀਂ ਤਾਂ ਬਕਵਾਸ ਕਰਨੀ, ਹੁਣ ਸੁਣ ਲਾ ਮੇਰੀ ਗੱਲ। ਇਹ ਔਰਤ ਦਾ ਕਿਸੇ ਦਾ ਦਿਲ ਮਰਦ ਦੀ ਬੋਡੀ 'ਚ ਸੂਟ ਨਹੀਂ ਕਰਦਾ, ਪਰ ਇਹ ਕੁਦਰਤ ਹੈ। ਛੋਟੀ ਮੰਮੀ ਦਾ ਦਿਲ ਡੈਡ ਦੇ ਸਹੀ ਬਹਿ ਗਿਆ। ਡੈਡ ਦੀ ਛਾਤੀ ਦਿਲ ਜੋ ਧੜਕਦਾ ਉਹ ਐਂਜਲਾ ਦਾ, ਛੋਟੀ ਮਾਂ ਦਾ। ਡੈਡ ਤਾਂ ਕਦੋਂ ਦਾ ਮਰ ਜਾਂਦਾ ਜੇ ਐਂਜਲਾ ਆਪਣੀ ਲਾਈਫ ਸੈਕਰੀਫਾਈਸ ਨਾ ਕਰਦੀ। ਆਪਣੀ ਵਿਲ ਚੋਂ ਘਰ ਸਾਰਾ ਆਪਣਾ, ਜਿੰਨੀ ਉਹਦੀ ਜਾਇਦਾਦ, ਦੋਨੇ ਉਹ ਨੀਲ ਤੇ ਸਾਸਾ ਦੋਨੇ ਅਸੀਂ ਚਾਰਾਂ ਦੇ ਬਰਾਬਰ ਕਰਕੇ ਗਈ। ਡੈਡ ਨੂੰ ਤੇਰੇ ਘਰ ਰਹਿਣ ਦੀ ਰਿਕੁਐਸਟ ਕਰਕੇ ਗਈ ਛੋਟੀ ਮੰਮ। ਤੇਰੇ ਲਈ ਉਹ ਚੜੇਲ ਹੈ, ਪਰ ਅਸਲ 'ਚ ਉਹ ਦੇਵੀ ਹੈ, ਦੇਵੀ। ਉਹ ਐਂਜਲਾ ਨਹੀਂ, ਐਂਜਲ ਹੈ, ਐਂਜਲ। ਵੀ ਆਰ ਨਥਿੰਗ ਇਨ ਕੰਪੈਰੀਜ਼ਨ ਟੂ ਹਰ। ਤੂੰ ਨਾ ਆਪਣੀਆਂ ਬਰਾਸਾਂ ਤੋਂ ਝੱਗ ਸਿੱਟਿਆ ਕਰ, ਤੂੰ ਨਾ ਬੋਲਿਆ ਕਰ, ਤੈਨੂੰ ਕੱਖ ਨਹੀਂ ਪਤਾ। ਤੂੰ ਕਿਉਂ ਹਰ ਵਕਤ ਉਹਨੂੰ ਬੋਲਦੀ ਰਹਿਣੀ ਆ? ਉਹ ਹੁਣ ਕਿਰਪਾ ਕਰ, ਤੈਨੂੰ ਦੱਸਤਾ ਉਹ ਮਰੀ ਨਹੀਂ, ਉਹਨੇ ਖੁਦਕੁਸ਼ੀ ਕੀਤੀ। ਉਹਦਾ ਦਿਲ ਬਾਪੂ ਦੇ ਦਿਲ 'ਚ ਧੜਕਦਾ, ਉਹ ਵਰਗੀ ਬਾਪੂ ਨੂੰ ਪਤਾ ਨਹੀਂ। ਤੂੰ ਰੌਲਾ ਨਾ ਪਾ। ਝਲਮਣ ਪਿੱਛੇ ਦਰਵਾਜ਼ੇ ਦੀ ਕੁੰਡੀ ਫੜੀ ਖੜਾ ਸੀ। ਜਦ ਉਹਨੇ ਸਾਰੀ ਸੁਣੀ ਗੱਲ, ਸਿਰ 'ਚ ਫਰਾਇਆ ਘੁਮਾ ਕੇ, ਜਿਹੜੀ ਖੁੰਡੀ ਧਰਤੀ ਤੇ ਮਾਰੀ ਤੇ ਦੂਸਰੇ ਪਲ ਝਲਮਣ ਧਰਤੀ ਤੇ ਸੀ। ਐਂਜਲਾ ਆ ਰਿਹਾ। ਝਲਮਣ ਦਾ ਸਰੀਰ ਉੱਥੇ ਪਿਆ ਸੀ, ਰੂਹ ਉੱਡ ਗਈ। ਝਲਮਣ ਤੇ ਐਂਜਲਾ ਸਵਰਗ ਸੀ। ਗੁਰਦੇਵ ਖੜੀ ਸੀ, ਦੇਬੋ ਤੇ ਜਸਪ੍ਰੀਤ ਕੋਲ ਖੜਾ ਸੀ। ਦੋਨਾਂ ਨੂੰ, ਮਾਂ ਪੁੱਤ ਨੂੰ ਪਤਾ ਨਹੀਂ ਸੀ ਲੱਗਦਾ ਕੀ ਕਰੀਏ ਤੇ ਕੀ ਨਾ ਕਰੀਏ। ਇਹ ਸੀ ਅੱਜ ਦਾ ਪ੍ਰੋਗਰਾਮ। ਧੰਨਵਾਦ। ਕੱਲ ਨੂੰ 11 ਵਜੇ ਫੇਰ ਮੁੜਦਾ। ਇੱਕ ਗੀਤ ਤੁਹਾਨੂੰ ਮੈਂ ਵਧੀਆ ਸੁਣਾਉਣਾ, ਬੰਬੂ ਕਾਟ ਫਿਲਮ ਦਾ, ਤੇ 11 ਵਜੇ ਕੱਲ ਨੂੰ ਸੇਵਾ 'ਚ ਹਾਜ਼ਰ। ਰੱਬ ਰੱਖ।